Do you think it is a positive or negative development? Topic अपना. Okay. More and more people work at home and study at home with the development of computer technology. Do you think it's a positive or negative development? Have you written the statement? I want each and every one of you to respond me. मैं इदा चाहना कि तुसी respond करो so that we can be connected during the session. ठीक है? तो देखो पहली चीज है we will read the statement of course. ਪਹਿਲਾਂ ਆਪਾਂ ਦੀ statement ਨੂੰ ਪੜ੍ਹਦੇ ਹਾਂ ਕੀ ਆਪਾਂ ਨੂੰ statement ਕਹਿੰਦੀ ਆ ਧਿਆਨ ਦੇ ਨਾਲ word by word we will evaluate the statement ਕਿ ਆਪਣੀ statement ਹੈ ਕੀ ਆ. Task 2 writing task 2 250 words ਆਪਾਂ ਲਿਖਣੇ ਹੁੰਦੇ ਆ ਉਹਦੇ ਵਿੱਚ ਅਰਾਊਂਡ ਆਪਾਂ ਦੇਖੀਏ ਕਿ 200 ਤੋਂ ਲੈ ਕੇ 300 ਵਰਡ ਦੇ ਵਿੱਚ ਕਿਤੇ ਵੀ ਤੁਹਾਡਾ ਟਾਸਕ ਸਟੇਬਲ ਹੋ ਜੇ ਤਾਂ ਠੀਕ ਹੈ ਆਪਾਂ ਇੱਕ ਦਿਨ ਪਹਿਲਾਂ ਵੀ ਕੀਤਾ ਸੀ ਪਰਸੋਂ ਚੌਥੇ ਕੀਤਾ ਸੀ ਪੋਜ਼ਿਟਿਵ ਐਂਡ ਨੈਗੇਟਿਵ ਠੀਕ ਹੈ ਉਹਦੇ ਵਿੱਚ ਵੀ ਆਪਾਂ ਇਹੀ ਚੀਜ਼ ਡਿਸਕਸ ਕੀਤੀ ਸੀ ਦੈਟ ਵੀ ਵਿਲ ਹੈਵ ਅ ਸਟਰਕਚਰਡ ਪੈਟਰਨ ਫਾਰਮੈਟ ਕਿ ਆਪਾਂ ਕਿਸ ਤਰੀਕੇ ਦੇ ਨਾਲ ਟਾਸਕ 2 ਨੂੰ ਲਿਖਣਾ ਵਾ ਜਾਂ ਡੂ ਯੂ ਥਿੰਕ ਦਿਸ ਇਜ਼ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਨੂੰ ਲਿਖਣਾ ਵਾ ਠੀਕ ਹੈ ਕੀ ਸੀਗਾ ਸਟਰਕਚਰ ਫਸਟ ਆਫ ਆਲ ਆਪਾਂ ਸਟਰਕਚਰ ਨੂੰ ਦੇਖ ਲੈਂਦੇ ਆ ਵੀ will think about पहला ਆਪਾਂ इंट्रोडक्शन लिखते हैं बीपीज हो गए ਤੇ कंक्लूजन हो गया ठीक है ਹੁਣ ਚਾਰ ਪੈਰਾਗ੍ਰਾਫਸ ਬੇਸਿਕਲੀ ਆਪਾਂ ਬਣਾ ਰਹੇ ਹਾਂ ਆਪਦੇ ਟਾਸਕ ਦੇ ਵਿੱਚ ਜਿਹਦੇ ਵਿੱਚ ਇੰਟਰੋਡਕਸ਼ਨ BP1 BP2 ਐਂਡ ਕੰਕਲੂਜਨ ਇੰਟਰੋਡਕਸ਼ਨ ਦੇ ਵਿੱਚ ਜਰਨਲ ਸਟੇਟਮੈਂਟ ਰੀਰਾਈਟਿੰਗ ਐਂਡ ਥੀਸਿਸ ਠੀਕ ਹੈ ਤਿੰਨ ਚੀਜ਼ਾਂ ਆ ਗਈਆਂ ਜਰਨਲ ਸਟੇਟਮੈਂਟ ਰੀਰਾਈਟਿੰਗ ਐਂਡ ਥੀਸਿਸ ਤਿੰਨ ਚੀਜ਼ਾਂ ਆਪਾਂ ਇਹਦੇ ਵਿੱਚ ਕਰਦੇ ਆ ਹੁਣ ਜਰਨਲ ਸਟੇਟਮੈਂਟ ਅਗੇਨ ਟੂ ਬੀ ਵੈਰੀ ਸਪੈਸੀਫਿਕ ਆਪਾਂ ਨੂੰ ਪਤਾ ਲੱਗ ਗਿਆ ਕਿ ਜਰਨਲ ਸਟੇਟਮੈਂਟ ਜਾਂ ਤਾਂ ਕੰਪਲਸਰੀ ਬਿਲਕੁਲ ਵੀ ਨਹੀਂ ਹੈਗੀ ਠੀਕ ਹੈ ਜਾਂ ਉੱਥੇ ਕੰਪਲਸਰੀ ਹੈ ਜਿੱਥੇ ਪੀਸ ਆਫ ਇਨਫੋਰਮੇਸ਼ਨ ਆਪਣੇ ਕੋਲੇ ਹੈਗਾ ਠੀਕ ਹੈ ਤੁਹਾਡੇ ਲਈ ਉਹ ਕੰਪਲਸਰੀ ਨਾਨ ਕੰਪਲਸਰੀ ਦੋਨੇ ਆ ਤੁਸੀਂ ਇਸ ਚੀਜ਼ ਨੂੰ ਸਮਝ ਲੈਣਾ ਜਰਨਲ ਸਟੇਟਮੈਂਟ ਜਿਹੜੀ ਹੈ ਕੋ ਸਟੇਟਮੈਂਟ ਆ ਵਿਚ ਪ੍ਰੋਵਾਈਡਸ ਇਨਫੋਰਮੇਸ਼ਨ ਫੈਕਟ ਐਂਡ ਨਿਊਜ਼ ਅਬਾਊਟ ਦੀ ਟੌਪਿਕ ਅੱਜ ਦਾ ਟੌਪਿਕ ਕੰਪਿਊਟਰ ਡਿਵੈਲਪਮੈਂਟ ਆ ਅੱਜ ਦਾ ਟੌਪਿਕ ਆਪਣਾ ਹੈਗਾ ਕਿ ਜਦੋਂ ਲੋਕ ਘਰਾਂ ਦੇ ਵਿੱਚ ਰਹਿੰਦੇ ਆ ਜਾਂ ਆਪਦਾ ਘਰਾਂ 'ਚ ਰਹਿ ਕੇ ਆਪਦਾ ਕੰਮ ਪੜ੍ਹਾਈ ਸਾਰਾ ਕੁਝ ਘਰਾਂ 'ਚ ਕਰਨ ਲੱਗ ਗਏ ਆਨਲਾਈਨ ਕਰਨ ਲੱਗ ਗਏ ਠੀਕ ਹੈ ਡਿਊ ਟੂ ਕੰਪਿਊਟਰ ਟੈਕਨੋਲੋਜੀ ਡਿਵੈਲਪਮੈਂਟ ਤਾਂ ਆਪਾਂ ਜਿਹੜੀ ਜਰਨਲ ਸਟੇਟਮੈਂਟ ਜੇ ਅਬਾਊਟ ਦੀ ਟੌਪਿਕ ਆਪਾਂ ਕੁਝ ਲਿਖ ਸਕਦੇ ਹਾਂ ਜੇ ਟੌਪਿਕ ਦੇ ਬਾਰੇ ਆਪਾਂ ਕੁਝ ਲਿਖ ਸਕਦੇ ਹਾਂ ਵੀ ਵਿਲ ਸ਼ੋਰਲੀ ਰਾਈਟ ਇਨ ਦੀ ਜਰਨਲ ਸਟੇਟਮੈਂਟ ਜਰਨਲ ਸਟੇਟਮੈਂਟ ਦਾ ਮਤਲਬ ਹੁੰਦਾ ਕਿ ਤੁਸੀਂ ਕੁਝ ਲਿਖ ਰਹੇ ਹੋ ਅਬਾਊਟ ਦੀ ਟੌਪਿਕ ਉਹ ਪੀਸ ਆਫ ਇਨਫੋਰਮੇਸ਼ਨ ਵੀ ਹੋ ਸਕਦਾ ਪੀਸ ਆਫ ਫੈਕਟ ਵੀ ਹੋ ਸਕਦਾ ਪੀਸ ਆਫ ਨਿਊਜ਼ ਵੀ ਹੋ ਸਕਦਾ ਪਰ ਉਸ ਸਟੇਟਮੈਂਟ ਤੋਂ ਉਸ ਜਰਨਲ ਸਟੇਟਮੈਂਟ ਤੋਂ ਐਗਜ਼ਾਮੀਨਰ ਆ ਜਿਹੜਾ ਤੁਹਾਡਾ ਐਗਜ਼ਾਮ ਨੂੰ ਚੈੱਕ ਕਰ ਰਿਹਾ ਉਹਨੂੰ ਕੁਛ ਨਾ ਕੁਛ ਸਿੱਖਣ ਨੂੰ ਉਹਨੂੰ ਕੁਛ ਨਾ ਕੁਛ ਨੌਲੇਜ ਵਾਸਤੇ ਉਹਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਉਹਦੇ ਵਿੱਚੋਂ that is the reason ਕਿ ਉਹ ਇੱਕ ਜਰਨਲ ਸਟੇਟਮੈਂਟ ਮੰਨੀ ਜਾਊਗੀ ਹੁਣ ਕਈ ਵਾਰੀ ਇਹੋ ਜਿਹੇ ਟੌਪਿਕ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੇ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ ਕਿ ਜਰਨਲ ਸਟੇਟਮੈਂਟ ਆਪਾਂ ਇਹਦੇ ਵਿੱਚ ਕੀ ਲਿਖ ਸਕਦੇ ਆ ਆਪਾਂ ਨੂੰ ਸੋਚਣ ਤੇ ਉੱਥੇ ਟਾਈਮ ਲੱਗ ਰਿਹਾ ਆਪਾਂ ਸੋਚਣ ਤੇ ਟਾਈਮ ਇਨਵੈਸਟ ਕਰ ਰਹੇ ਆਪਣੇ ਕੋਲ 1 ਘੰਟਾ ਮਿਲਿਆ ਟਾਸਕ 1 ਐਂਡ ਟਾਸਕ 2 ਕਰਨ ਲਈ ਆਪਾਂ ਇਵੈਲੂਏਟ ਕਰਕੇ ਚੱਲਦੇ ਆ ਕਿ ਜੀ ਆਪਾਂ 40 ਮਿੰਟਸ ਦੇ ਵਿੱਚ ਟਾਸਕ 2 ਕਰਨਾ ਹੁੰਦਾ ਜੇ ਆਪਾਂ ਨੂੰ 2-3 ਮਿੰਟ ਆਪਾਂ ਨੂੰ ਜਰਨਲ ਸਟੇਟਮੈਂਟ ਸੋਚਣ ਤੇ ਲੱਗ ਗਏ that is very wrong ਉੱਥੇ ਆਪਾਂ ਕੀ ਕਰਨਾ ਆਪਾਂ ਨੂੰ ਜਦੋਂ ਸੋਚਣਾ ਪੈ ਰਿਹਾ ਅਬਾਊਟ ਸਮਥਿੰਗ ਫੈਕਟ ਨਿਊਜ਼ ਚਾਹੇ ਉਹ ਕੁਝ ਵੀ ਆ ਜਦੋਂ ਆਪਾਂ ਜਰਨਲ ਸਟੇਟਮੈਂਟਸ ਪਾ ਰਹੇ ਆ ਉਹ ਉਦੋਂ ਹੀ ਪ੍ਰੋਵੋਕਿੰਗ ਹੋਊਗਾ ਜਦੋਂ ਆਪਣੇ ਟਾਸਕ ਨੂੰ ਦੇਖਦੇ ਇੱਕੋਦਮ ਆਪਣੇ ਦਿਮਾਗ 'ਚ ਆ ਗਿਆ ਯਾਰ ਆਹ ਗੱਲ ਇਹਦੇ ਬਾਰੇ ਖਬਰ ਆ ਆਹ ਗੱਲ ਮੈਂ ਲਿਖ ਸਕਦਾ ਜਾਂ ਲਿਖ ਸਕਦੀ ਆ ਜਿਹੜਾ ਐਗਜ਼ਾਮੀਨਰ ਨੂੰ ਕੁਝ ਸਿਖਾਊਗਾ ਜਾਂ ਉਹਨੂੰ ਕੋਈ ਨਿਊਜ਼ ਦਊਗਾ ਜਾਂ ਉਹਨੂੰ ਪੀਸ ਆਫ ਇਨਫੋਰਮੇਸ਼ਨ ਦਊਗਾ ਜਾਂ ਉਹਨੂੰ ਉਹਦੀ ਨੌਲੇਜ ਵਧਾਊਗਾ ਇੱਕੋਦਮ ਟਾਸਕ ਨੂੰ ਦੇਖ ਕੇ ਜੇ ਕੋਈ ਤੁਹਾਡੇ ਦਿਮਾਗ 'ਚ ਇਹੋ ਜਿਹੀ ਲਾਈਨ ਆਉਂਦੀ ਹੈ ਇਹੋ ਜਿਹੇ ਸ਼ਬਦ ਇਹੋ ਜਿਹੀ ਨਿਊਜ਼ ਇਹੋ ਜਿਹਾ ਫੈਕਟ ਇਹੋ ਜਿਹੀ ਇਨਫੋਰਮੇਸ਼ਨ ਇਹੋ ਜਿਹੀ ਨੌਲੇਜ ਜੇ ਇੱਕੋਦਮ ਟਾਸਕ ਨੂੰ ਦੇਖਦੇ ਸਾਰੀ ਤੁਹਾਡੇ ਦਿਮਾਗ 'ਚ ਆ ਗਈ ਫਿਰ ਤੁਸੀਂ ਜਰਨਲ ਸਟੇਟਮੈਂਟ ਲਿਖਣੀ ਅਦਰਵਾਈਜ਼ ਜਰਨਲ ਸਟੇਟਮੈਂਟ ਨੂੰ ਆਪਾਂ ਨਹੀਂ ਲਿਖਣਾ it is not compulsory but it is compulsory when there is something that you can write about it ਇੱਕ ਚੀਜ਼ ਚੰਗੀ ਲੱਗਦੀ ਹੈ ਜਦੋਂ ਤੁਸੀਂ ਟਾਸਕ ਸਟਾਰਟ ਕੀਤਾ ਹੈ ਤੁਸੀਂ ਇੱਕ ਪੀਸ ਆਫ ਇਨਫੋਰਮੇਸ਼ਨ ਦੇ ਰਹੇ ਹੋ ਫਿਰ ਤੁਸੀਂ ਆਪਦੀ ਸਟੇਟਮੈਂਟ ਨੂੰ ਰੀਫਰੇਸ ਕਰ ਰਹੇ ਹੋ ਫਿਰ ਤੁਸੀਂ ਆਪਣੀ ਥੀਸਿਸ ਦੇ ਰਹੇ ਹੋ ਠੀਕ ਹੈ ਤਾਂ ਨੋ ਦਿਸ ਥਿੰਗ ਹਰ ਵਾਰੀ ਯਾਦ ਕਰਾਉਣ ਦਾ ਮਕਸਦ ਇਹੀ ਹੁੰਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਪਰਮਨੈਂਟਲੀ ਬੈਠ ਜਾਵੇ ਕਿ ਬਹੁਤਾ ਸਮਾਂ ਆਪਾਂ ਇਹਦੇ ਉੱਤੇ ਵੇਸਟ ਕਰਨਾ ਨਹੀਂ ਠੀਕ ਹੈ ਜੇ ਆਪਣੇ ਦਿਮਾਗ 'ਚ ਕੁਝ ਆ ਗਿਆ ਲਿਖ ਦਾਂਗੇ ਨਹੀਂ ਆਪਾਂ ਆਪਦੇ ਐਕਚੁਅਲ ਜਿਹੜਾ ਆਪਣਾ ਪਲੈਨਿੰਗ ਆ ਐਕਚੁਅਲ ਜਿਹੜਾ ਆਪਣਾ ਐਸੇ ਪਲਾਨ ਕਰਕੇ ਚੱਲ ਰਿਹਾ ਠੀਕ ਹੈ ਐਕਚੁਅਲ ਜਿਹੜਾ ਆਪਣਾ ਟੌਪਿਕ ਹੈਗਾ ਉਹਦੇ ਉੱਤੇ ਆਪਾਂ ਗੱਲ ਕਰ ਸਕੀਏ ਉਹਦੇ ਬਾਰੇ ਆਪਣਾ ਟਾਈਮ ਵੇਸਟ ਨਾ ਹੋਵੇ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਹੈ ਕਿਸੇ ਵੀ ਟਾਸਕ ਦੀ ਹਾਊ ਯੂ ਆਰ ਗੋਇੰਗ ਟੂ ਪਲਾਨ ਤੁਹਾਡੇ ਜਿਹੜੇ ਪਲਾਨਸ ਆ ਅਕੋਰਡਿੰਗ ਟੂ ਦੀ ਟੌਪਿਕ ਵਾਈਜ਼ ਬਣੇ ਹੋਣੇ ਚਾਹੀਦੇ ਆ ਕਿੰਨਾ ਟੌਪਿਕ ਵਾਈਜ਼ ਬਣੇ ਹੋਣਗੇ ਹੁਣ ਇਹ ਚੀਜ਼ ਨੂੰ ਸਮਝੋ ਟੌਪਿਕ ਵਾਈਜ਼ ਬਣੇ ਹੋਣ ਦਾ ਮਤਲਬ ਜਿਵੇਂ ਡੂ ਯੂ ਥਿੰਕ ਦਿਸ ਇਜ਼ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਟੌਪਿਕ ਆ ਇਟ ਇਜ਼ ਵਨ ਕੈਟੇਗਰੀ ਆਫ ਐਸੇ ਇੱਕ ਵਨ ਕੈਟੇਗਰੀ ਆਫ ਟਾਸਕ 2 ਆ ਉਸ ਤੋਂ ਬਾਅਦ ਤੁਹਾਡਾ ਟੌਪਿਕ ਆ ਗਿਆ ਡੂ ਯੂ ਐਗਰੀ ਔਰ ਡਿਸਐਗਰੀ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਤੁਹਾਡਾ ਆ ਗਿਆ cause effect ਆ ਗਿਆ ਰੀਜ਼ਨਸ ਆ ਗਿਆ ਸੋਲੂਸ਼ਨ ਆ ਗਿਆ ਤੁਹਾਡੇ ਹੋਰ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ ਐਸੇ ਆ ਗਿਆ
ਠੀਕ ਹੈ। ਤਾਂ ਇਹੋ ਜਿਹੇ ਬਹੁਤ ਸਾਰੇ ਕੈਟੇਗਰੀਜ਼ ਆਫ ਕੁਐਸਚਨ ਆ। ਤੁਹਾਡਾ ਜਿਹੜਾ ਸਵਾਲ ਆ ਜਿਹੜਾ ਤੁਹਾਨੂੰ ਪੁੱਛਿਆ ਗਿਆ ਉਹਦੀ ਇੱਕ ਕੈਟੇਗਰੀ ਆ, ਜਿਵੇਂ ਏਜ ਦੀ ਪੋਜ਼ਿਟਿਵ ਐਂਡ ਨੈਗੇਟਿਵ ਕੈਟੇਗਰੀ ਆ, ਇਹਦੀ ਡੂ ਯੂ ਥਿੰਕ ਇਟਸ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ, ਇੱਕ ਕੈਟੇਗਰੀ ਆਫ ਕੁਐਸਚਨ ਆ। ਤੁਹਾਡੀ ਜਿਹੜੀ ਐਸੇ ਦੀ ਸਟਰਕਚਰਲ ਪਲੈਨਿੰਗ ਹੋਣੀ ਆ ਉਹ ਤੁਹਾਡੀ ਪਹਿਲਾਂ ਤੋਂ ਹੀ ਤੁਹਾਡੇ ਮਾਈਂਡ 'ਚ ਪ੍ਰਪੇਅਰ ਆ, ਇਹੀ ਆਪਾਂ ਕਲਾਸ ਦੇ ਵਿੱਚ ਕਰਨਾ ਹੈ। ਠੀਕ ਹੈ ਕਿ ਆਪਣੀ ਸਟਰਕਚਰਲ ਪਲੈਨਿੰਗ ਹੈ ਜਿਹੜੀ, ਜਿਵੇਂ ਫॉर एग्जांपल ਡੂ ਯੂ ਥਿੰਕ ਇਟਸ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ, ਇਹਦੀ ਸਟਰਕਚਰਲ ਪਲੈਨਿੰਗ ਹੈ ਜਿਹੜੀ ਪਹਿਲਾਂ ਹੀ ਆਪਣੇ ਕੋਲ ਹੋਊਗੀ। ਜਿਵੇਂ ਕਿ ਆਪਾਂ ਇੰਟਰੋਡਕਸ਼ਨ ਬਣਾਉਂਦੇ ਆ, ਜੇ ਆਪਣੇ ਕੋਲ ਜਰਨਲ ਸਟੇਟਮੈਂਟ ਹੈਗੀ ਆ ਜਿਹੜੀ ਇੰਟਰੋਡਕਸ਼ਨ ਆ ਇਹ ਆਲਮੋਸਟ ਹਰ ਕੈਟੇਗਰੀ ਵਾਸਤੇ ਸੇਮ ਰਹਿਣੀ ਹੈ, ਚਾਹੇ ਉਹ ਡੂ ਯੂ ਐਗਰੀ ਡਿਸਐਗਰੀ ਐਸੇ ਆ ਗਿਆ, ਟੂ ਵਾਟ ਐਕਸਟੈਂਟ ਆ ਗਿਆ, ਡਿਸਕਸ ਬੋਥ ਵਿਊਜ਼ ਆ ਗਿਆ। ਆ ਜਿਹੜਾ ਸਟਰਕਚਰ ਫॉर ਇੰਟਰੋਡਕਸ਼ਨ ਸੇਮ ਰਹਿਣਾ। ਜਰਨਲ ਸਟੇਟਮੈਂਟ ਅਬਾਊਟ ਦ ਟੌਪਿਕ ਜੇ ਆ ਗਈ ਤਾਂ ਆ ਗਈ, ਨਹੀਂ ਆ ਗਈ ਤਾਂ ਉਹਨੂੰ ਛੱਡ ਦਿਓ। ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਕਰਦੇ ਆ, ਰੀਫਰੇਜ਼ਿੰਗ ਦੀ ਸਟੇਟਮੈਂਟ। ਹੁਣ ਸਟੇਟਮੈਂਟ ਕਹਿੰਦੇ ਕਿਹਨੂੰ ਆ, ਜਿਹੜੀ ਉੱਪਰ ਆਪਾਂ ਨੂੰ ਗੱਲ ਦਿੱਤੀ ਗਈ ਹੈ ਜਿਹਦੇ ਬਾਰੇ ਸਾਰਾ ਟੌਪਿਕ ਆ, ਦੈਟ ਇਜ਼ ਨੋਨ ਐਜ਼ ਸਟੇਟਮੈਂਟ। ਕੀ ਕਹਿੰਦੇ ਇਹਨੂੰ? ਹੁਣ ਸਟੇਟਮੈਂਟ ਨੂੰ ਆਪਾਂ ਇੰਟਰੋਡਕਸ਼ਨ ਤੋਂ ਸਭ ਤੋਂ ਪਹਿਲਾਂ ਰੀਫਰੇਜ਼ ਕਰਦੇ ਆ, ਰੀਰਾਈਟ ਕਰਦੇ ਆ। ਸਿੰਪਲ ਸਭ ਨੂੰ ਪਤਾ ਇਸ ਚੀਜ਼ ਦਾ। ਠੀਕ ਹੈ। ਰੀਰਾਈਟ ਕਿੱਦਾਂ ਹੋਊਗਾ? ਜਦੋਂ ਆਪਾਂ ਗੱਲ ਸੇਮ ਰੱਖਣੀ ਹੋਵੇ, ਸ਼ਬਦ ਹੋਰ ਯੂਜ਼ ਕਰਨੇ ਹੋਣ। ਹੁਣ ਜਦੋਂ ਸ਼ਬਦ ਆਪਾਂ ਹੋਰ ਯੂਜ਼ ਕਰਦੇ ਆ, ਵਾਰ-ਵਾਰ ਕਈ ਚੀਜ਼ਾਂ ਨੂੰ ਰਿਪੀਟ ਕਰਨਾ ਜ਼ਰੂਰੀ ਆ ਕਿਉਂਕਿ ਤੁਹਾਡੇ ਦਿਮਾਗ ਚੋਂ ਨਿਕਲ ਜਾਂਦੀਆਂ। ਉਹ ਇਹ ਆ ਕਿ ਜਦੋਂ ਆਪਾਂ ਸ਼ਬਦ ਹੋਰ ਯੂਜ਼ ਕਰਦੇ ਆ ਉਦੋਂ ਇਹ ਜ਼ਰੂਰੀ ਨਹੀਂਗਾ ਕਿ ਆਪਾਂ ਔਖੇ ਸ਼ਬਦ ਯੂਜ਼ ਕਰਨੇ ਆ। ਔਖੇ ਸ਼ਬਦਾਂ ਨੇ ਕਦੇ ਵੀ ਤੁਹਾਡੇ ਬੈਂਡ ਸਕੋਰ ਨਹੀਂ ਵਧਾਉਣੇ, ਅਲੱਗ-ਅਲੱਗ ਸ਼ਬਦਾਂ ਨੇ ਤੁਹਾਡੇ ਬੈਂਡ ਸਕੋਰ ਵਧਾਉਣੇ ਆ। ਤਾਂ ਅੰਡਰਸਟੈਂਡ ਕਰਿਓ ਇਸ ਚੀਜ਼ ਨੂੰ। ਯੂ ਡੂ ਨਾਟ ਨੀਡ ਡਿਫਿਕਲਟ ਵੋਕੈਬਲਰੀ ਫॉर ਆਇਲਸ ਰਾਈਟਿੰਗ, ਯੂ ਨੀਡ ਰੇਂਜ ਆਫ ਵੋਕੈਬਲਰੀ ਫॉर ਆਇਲਸ ਰਾਈਟਿੰਗ। ਜ਼ਰੂਰੀ ਨਹੀਂਗਾ ਕਿ ਤੁਸੀਂ ਕਹਿੰਦੇ ਜੀ ਮੈਂ ਵੋਕੈਬਲਰੀ ਪੜ੍ਹ ਲਾਂ, ਮੈਂ ਵੋਕੈਬਲਰੀ ਸਿੱਖ ਲਾਂ, ਮੈਂ ਮਤਲਬ ਜਾਣ ਲਵਾਂ, ਮੈਂ ਰੱਟਾ ਲਾ ਲਾਵਾਂ। ਬੇਸਿਕਲੀ ਮੈਂ ਕਈ ਵਾਰੀ ਇਹ ਵੀ ਚੀਜ਼ਾਂ ਦੇਖੀਆਂ ਇੰਸਟੀਚਿਊਟਸ ਦੇ ਵਿੱਚ ਜਾਂ ਕਈ ਟ੍ਰੇਨਰਸ ਕਰਦੇ ਆ ਕਿ ਤੁਹਾਨੂੰ 5-10 ਪੱਕੇ ਡਿਫਿਕਲਟ ਵਰਡ ਸਿਖਾ ਦਿੰਦੇ ਆ ਕਿ ਆਹ 5 ਵਰਡ ਆਪਾਂ ਪੱਕੇ ਸਿੱਖ ਲੈਣੇ। ਇਹ ਤਾਂ ਪਾਉਣੇ ਐ, ਚਾਹੇ ਕੋਈ ਟੌਪਿਕ ਆ ਜਾਏ, ਕੋਈ ਕੈਟੇਗਰੀ ਆ ਜਾਏ, ਪਾਉਣੇ ਹੀ ਪਾਉਣੇ ਆ। ਨਹੀਂ, ਇਹ ਇੱਕ ਗਲਤ ਤਰੀਕਾ ਹੈ ਕਿਉਂਕਿ ਜਿਹੜਾ ਬੇਸਿਕ ਸਵਾਲ ਹੈ ਇਹ ਹੈ ਕਿ ਜਦੋਂ ਤੁਹਾਡੀ ਚੈਕਿੰਗ ਹੋ ਰਹੀ ਹੈ, ਜਿਹੜੀ ਮਾਰਕਿੰਗ ਹੋ ਰਹੀ ਹੈ ਆਇਲਸ ਰਾਈਟਿੰਗ ਵਿੱਚ, ਉੱਥੇ ਤੁਹਾਡੀ ਰੇਂਜ ਚੈੱਕ ਕੀਤੀ ਜਾ ਰਹੀ ਹੈ, ਨਾ ਕਿ ਤੁਸੀਂ ਕਿੰਨੇ ਔਖੇ ਵਰਡ ਜਾਣਦੇ ਆ, ਕਿੰਨੇ ਨਹੀਂ ਜਾਣਦੇ। ਆਪਣੇ ਮਾਈਂਡ ਦੇ ਵਿੱਚ, ਪੰਜਾਬੀ ਸਟੂਡੈਂਟ ਦੇ ਮਾਈਂਡ ਦੇ ਵਿੱਚ ਪਰਸੈਪਸ਼ਨ ਬਣੀ ਹੋਈ ਆ ਕਿ ਜਿੰਨਾ ਵੱਧ ਤੋਂ ਵੱਧ ਔਖਾ ਲਿਖਾਂਗੇ ਐਗਜ਼ਾਮ ਨੂੰ ਲੱਗੂ ਹਾਏ ਨੂੰ ਆ ਵੀ ਸ਼ਬਦ ਆਉਂਦਾ, ਹਾਏ ਨੂੰ ਆ ਵੀ ਪਤਾ, ਹਾਏ ਬੱਚੇ ਨੂੰ ਆ ਵੀ ਪਤਾ, ਉਹਦੇ ਨਾਲ ਸਾਨੂੰ ਵੱਧ ਬੈਂਡ ਦੇ ਦੂਗਾ। ਨਹੀਂ, ਇਹ ਗਲਤ ਆ। ਠੀਕ ਹੈ। ਉਹਦੇ ਲਈ ਰੇਂਜ ਆਫ ਵਰਡਸ, ਤੁਸੀਂ ਇੱਕ ਗੱਲ ਨੂੰ ਕਿੰਨੇ ਅੱਡ-ਅੱਡ ਸ਼ਬਦਾਂ ਦੇ ਵਿੱਚ ਲਿਖ ਸਕਦੇ ਆ, ਚਾਹੇ ਉਹ ਸਿੰਪਲ ਵਰਡ ਹੀ ਹੋਣ, ਡਸ ਨਾਟ ਮੈਟਰ, ਬਸ ਕਿੰਨੇ ਅੱਡ ਤੁਹਾਡੇ ਕੋਲ ਰੇਂਜ ਕਿੰਨੀ ਕਾ, ਦੈਟਸ ਇਟ। ਪਤਾ ਲੱਗ ਗਿਆ? ਯੈਸ ਔਰ ਨੋ? ਯੈਸ ਸਰ। ਹੁਣ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਵੀ ਕੈਨ ਯੂਜ਼ ਸਿੰਪਲ ਵੋਕੈਬਲਰੀ, ਸਿੰਪਲ ਭਾਸ਼ਾ, ਸਿੰਪਲ ਸ਼ਬਦ ਆਪਾਂ ਯੂਜ਼ ਕਰਕੇ ਚੰਗੇ ਬੈਂਡ ਸਕੋਰ ਹਾਸਲ ਕਰ ਸਕਦੇ ਆ। ਕੁਝ ਚੀਜ਼ਾਂ ਆਪਣੇ ਵਿੱਚ ਹੋਣੀਆਂ ਚਾਹੀਦੀਆਂ। ਪਹਿਲੀ ਚੀਜ਼ ਹੋਣੀ ਚਾਹੀਦੀ ਹੈ ਆਰਗੇਨਾਈਜੇਸ਼ਨ, ਪਲੈਨਿੰਗ। ਜਿਹੜਾ ਤੁਹਾਡਾ ਟਾਸਕ ਆ ਉਹ ਸੀਰੀਜ਼ ਵਿੱਚ ਦਿਖਣਾ ਚਾਹੀਦਾ। ਜਿਵੇਂ ਫॉर एग्जांपल ਇੰਟਰੋਡਕਸ਼ਨ ਆ ਗਈ, ਸਭ ਤੋਂ ਪਹਿਲਾਂ ਇੰਟਰੋਡਕਸ਼ਨ ਆ ਗਈ। ਇੰਟਰੋਡਕਸ਼ਨ ਦੇ ਵਿੱਚ ਆਪਾਂ ਇੰਟਰੋਡਿਊਸ ਕਰਤਾ ਅਬਾਊਟ ਨੂੰ, ਸਟੇਟਮੈਂਟ ਨੂੰ ਇੰਟਰੋਡਿਊਸ ਕਰਤਾ। ਜਿਵੇਂ ਕੰਪਿਊਟਰ ਟੈਕਨੋਲੋਜੀ ਦੀ ਡਿਵੈਲਪਮੈਂਟ ਦਾ ਸਵਾਲ ਆ, ਕੰਪਿਊਟਰ ਟੈਕਨੋਲੋਜੀ ਡਿਵੈਲਪ ਹੋ ਰਹੀ ਆ, ਇਸ ਚੀਜ਼ ਨੂੰ ਜਰਨਲ ਸਟੇਟਮੈਂਟ ਦੇ ਵਿੱਚ ਆਪਾਂ ਸਮਝਾਤਾ। ਉਸ ਤੋਂ ਬਾਅਦ ਆਪਾਂ ਰੀਰਾਈਟ ਕਰਤਾ ਐਗਜ਼ੈਕਟ ਸਟੇਟਮੈਂਟ ਨੂੰ, ਕਿਉਂਕਿ ਕੰਪਿਊਟਰ ਡਿਵੈਲਪਮੈਂਟ ਬਾਰੇ ਜਰਨਲ ਸਟੇਟਮੈਂਟ ਕੁਝ ਵੀ ਹੋ ਸਕਦੀ ਹੈ, ਕੰਪਿਊਟਰ ਡਿਵੈਲਪਮੈਂਟ ਬਾਰੇ ਕੋਈ ਫੈਕਟ ਕੁਝ ਵੀ ਹੋ ਸਕਦਾ, ਪਰ ਐਗਜ਼ੈਕਟ ਆਪਣਾ ਟੌਪਿਕ ਉਹੀ ਹੈ ਕਿ ਮੋਰ ਐਂਡ ਮੋਰ ਪੀਪਲ ਵਰਕ ਐਟ ਹੋਮ ਐਂਡ ਸਟੱਡੀ ਐਟ ਹੋਮ ਵਿਦ ਦੀ ਡਿਵੈਲਪਮੈਂਟ ਆਫ ਕੰਪਿਊਟਰ। ਇੱਥੇ ਵਰਕ ਤੇ ਸਟੱਡੀ ਘਰੇ ਬਹਿ ਕੇ ਕਰਦੇ ਆ ਕੰਪਿਊਟਰ ਡਿਵੈਲਪਮੈਂਟ ਦੀ ਮਦਦ ਦੇ ਨਾਲ। ਇਹ ਆਪਣਾ ਐਗਜ਼ੈਕਟ ਟੌਪਿਕ ਆ। ਫਿਰ ਉਸ ਨੂੰ ਰੀਰਾਈਟ ਕਰਨਾ ਆਪਾਂ ਅਲੱਗ-ਅਲੱਗ ਸ਼ਬਦਾਂ ਦੇ ਵਿੱਚ ਕਰ ਸਕਦੇ ਹਾਂ। ਠੀਕ ਹੈ। ਤੁਸੀਂ ਵਰਡਸ ਨੂੰ ਚੇਂਜ ਕਰਨਾ। ਹੁਣ ਵਰਡਸ ਕਿਹੜੇ-ਕਿਹੜੇ ਹੋਣਗੇ, ਹਰ ਕੈਂਡੀਡੇਟ ਵਾਸਤੇ, ਹਰ ਸਟੂਡੈਂਟ ਵਾਸਤੇ ਅਲੱਗ-ਅਲੱਗ ਵਰਡਸ ਹੋਣਗੇ। ਕੋਈ ਕਿਵੇਂ ਕਰੂਗਾ ਉਹਨੂੰ, ਕੋਈ ਕਿਵੇਂ ਕਰੂਗਾ, ਦੈਟ ਇਜ਼ ਆਲ ਅਪ ਟੂ ਯੂ। ਪਰ ਉਹਦੇ ਵਿੱਚ ਜਦੋਂ ਤੁਸੀਂ ਡਿਊਰਿੰਗ ਦੀ ਕੋਰਸ ਆਫ ਰਾਈਟਿੰਗ ਜੋ ਤੁਸੀਂ ਲਿਖ ਰਹੇ ਹੋ, ਉਸ ਟੌਪਿਕ ਨੂੰ ਲਿਖ ਰਹੇ ਹੋ, ਤੁਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਕਿ 2-3 ਚੀਜ਼ਾਂ ਤੁਹਾਡੀਆਂ ਬਹੁਤ ਐਕੂਰੇਟ ਹੋਣੀਆਂ ਚਾਹੀਦੀਆਂ। ਨੰਬਰ 1 ਐਂਡ ਬੇਸਿਸ ਆਫ ਆਲ ਇੰਗਲਿਸ਼ ਟੈਸਟ, ਦੈਟ ਇਜ਼ ਗ੍ਰਾਮਰ। ਤੁਹਾਡਾ ਲਿਖਣ ਦਾ ਤਰੀਕਾ, ਤੁਹਾਡਾ ਲਿਖਣ ਦਾ ਜਿਹੜਾ ਸਾਇੰਟਿਫਿਕ ਜਾਂ ਆਪਾਂ ਕਹਿੰਦੇ ਲੌਜੀਕਲ ਕਹਿ ਲਓ ਜਾਂ ਫਾਰਮੂਲਾ ਵਾਈਜ਼ ਕਹਿ ਲਓ, ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੀ ਗ੍ਰਾਮਰ ਆ। ਬਾਕੀ ਚੀਜ਼ਾਂ ਬਾਅਦ ਦੇ ਵਿੱਚ। ਤੁਸੀਂ ਡਿਫਿਕਲਟ ਵਰਡ ਵਿੱਚ ਪਾਈ ਜਾਂਦੇ ਆ, ਤੁਸੀਂ ਰੇਂਜ ਆਫ ਵੋਕੈਬਲਰੀ ਵਧਾਈ ਜਾਂਦੇ ਆ, ਤੁਸੀਂ 5-7 ਕੰਪਲੈਕਸ ਸੈਂਟੈਂਸਸ ਰੱਟਾ ਮਾਰ ਲਿਆ ਕਿ ਮੈਂ ਤਾਂ ਪੇਪਰ 'ਚ ਆਇਆ ਬਸ ਘੁਸੇੜ ਕੇ ਆਊਂਗਾ ਜਾਂ ਆਊਂਗੀ, ਚਲੋ ਠੀਕ ਹੈ ਜੀ, ਉਹਦੇ ਵਿੱਚ ਮੈਨੂੰ ਸਕੋਰਸ ਦਿੰਦਾ, ਠੀਕ ਹੈ, ਸਾਰਾ ਕੁਝ ਤੁਸੀਂ ਉਹਦਾ ਕਰ ਲੈਂਦੇ ਆ, ਪਰ ਤੁਸੀਂ ਹਜੇ ਤੱਕ ਆਪਣੀ ਗ੍ਰਾਮਰ ਨੂੰ ਸਹੀ ਨਹੀਂ ਕੀਤਾ। ਜਦੋਂ ਤੁਹਾਡਾ ਟਾਸਕ ਪੜ੍ਹਦੇ ਆ 5-7 ਤੁਹਾਡੀਆਂ ਗ੍ਰਾਮੈਟੀਕਲ ਮਿਸਟੇਕਸ ਹੁੰਦੀਆਂ। ਠੀਕ ਹੈ। ਇਹਦਾ ਮਤਲਬ ਹਜੇ ਤੁਹਾਡੇ ਜਿਹੜੇ ਬੇਸਿਸ ਆ, ਜਿਹੜਾ ਨੀਂਹ ਪੱਥਰ ਆ ਤੁਹਾਡਾ ਇੰਗਲਿਸ਼ ਦਾ, ਉਹ ਹਜੇ ਸਹੀ ਨਹੀਂ ਹੈਗਾ। ਠੀਕ ਹੈ। ਤਾਂ ਪਹਿਲੀ ਯੋਰ ਮੋਸਟ ਐਂਡ ਵੈਰੀ ਇੰਪੋਰਟੈਂਟ ਪ੍ਰਾਇੋਰਿਟੀ ਸ਼ੁੱਡ ਬੀ ਗ੍ਰਾਮਰ। ਤੁਹਾਡੀ ਗ੍ਰਾਮਰ 'ਚ ਮਿਸਟੇਕ ਜਿੰਨਾ ਟਾਈਮ ਖਤਮ ਨਹੀਂ ਹੁੰਦੀ ਉਹਨਾਂ ਟਾਈਮ ਤੁਸੀਂ ਕਾਬਿਲ ਨਹੀਂ ਬਣੇ ਕਿ ਤੁਸੀਂ ਗਾਂਹ ਦੀ ਗਾਂਹ ਚੀਜ਼ਾਂ ਸਿੱਖੀ ਚੱਲੋ। ਆਪਣੀ ਆਦਤ ਹੈ ਕਿ ਆਪਾਂ ਕਹਿੰਦੇ ਛੇਤੀ ਸਾਨੂੰ ਸਾਰਾ ਕੁਝ ਕਰਾ ਦਿਓ, ਕਰਾ ਦਾਂਗੇ, ਕੋਈ ਦਿੱਕਤ ਨਹੀਂ, ਪਰ ਪਹਿਲਾਂ ਜਿਹੜਾ ਬੇਸਿਸ ਆ ਉਹਦਾ ਕਲੀਅਰ ਕਰ ਲਓ। ਜੇ ਅੱਜ ਆਪਾਂ ਇੰਗਲਿਸ਼ ਪੜ੍ਹਦੇ ਹਾਂ, ਅੱਜ ਦੀ ਡੇਟ ਦੇ ਵਿੱਚ, ਜਦੋਂ ਤੁਸੀਂ ਹੁਣ +2 ਕੀਤੀ ਹੈ ਜਾਂ ਬੈਚਲਰਸ ਕੀਤੀ ਹੈ, 2005-6 ਤੋਂ ਲੈ ਕੇ ਆਲਮੋਸਟ ਸਾਰਿਆਂ ਨੇ ਮੈਨੂੰ ਲੱਗਦਾ ਨਰਸਰੀ ਤੋਂ ABC ਸ਼ੁਰੂ ਕਰਤੀ ਹੋਊਗੀ।
ਆਪਣੇ ਜਿਹੜੇ ਪੇਰੈਂਟਸ ਆ ਜਾਂ ਆਪਣੇ ਤੋਂ ਜਿਹੜੇ ਵੱਡੇ ਭੈਣ ਭਰਾ 10 ਸਾਲ 15 ਸਾਲ ਵੱਡੇ ਭੈਣ ਭਰਾ, ਉਹ ਹੋ ਸਕਦਾ ਕਿ ਸ਼ਾਇਦ ਉਹਨਾਂ ਨੇ 5ਵੀਂ 6ਵੀਂ ਜਾ ਕੇ ਇੰਗਲਿਸ਼ ਸਿੱਖਣੀ ਸ਼ੁਰੂ ਕੀਤੀ ਹੋਵੇ। ਕਿਹੜਾ ਬੱਚਾ ਵਾ ਜਿਹਨੇ 6ਵੀਂ ਜਾ ਕੇ ABC ਸ਼ੁਰੂ ਕੀਤੀ ਤੁਹਾਡੇ ਚੋਂ? ਹੈ ਕੋਈ ਹੈ ਬੱਚਾ? ਸਾਰਿਆਂ ਨੇ ਨਰਸਰੀ 'ਚ ABC ਸ਼ੁਰੂ ਕਰਤੀ ਸੀ ਨਾ, ਤੁਹਾਨੂੰ ਤੁਸੀਂ ਸਾਰਿਆਂ ਨੇ ਕਰਤੀ ਸੀ। ਹੁਣ ਤੁਸੀਂ ਲਾ ਲਓ ਫਸਟ ਤੋਂ ਲੈ ਕੇ 12 ਸਾਲ ਪਹਿਲਾਂ ਉਹ 3 ਸਾਲ ਤੁਹਾਡੇ ਨਰਸਰੀ LKG UKG ਦੇ, ਠੀਕ ਹੈ, 15 ਸਾਲ। ਹੁਣ 15 ਸਾਲਾਂ ਤੋਂ ਤੁਸੀਂ ਗ੍ਰਾਮਰ ਸਿੱਖ ਰਹੇ ਆ, ਪਰ ਹਾਲੇ ਵੀ ਜੇ ਟਾਸਕ ਦੇ ਵਿੱਚ ਥੋੜੀਆਂ 5-7 ਗ੍ਰਾਮਰ ਦੀਆਂ ਮਿਸਟੇਕਸ ਆ, ਦੈਟ ਮੀਨਸ ਤੁਹਾਡੀ ਹਜੇ ਨੀਂਹ ਪੱਥਰ ਬਹੁਤ ਕਮਜ਼ੋਰ ਆ। ਸਭ ਤੋਂ ਇੰਪੋਰਟੈਂਟ, ਚਾਹੇ ਤੁਹਾਨੂੰ ਚੱਜ ਨਾਲ ਪੜਾਇਆ ਗਿਆ ਹੋਵੇ, ਚਾਹੇ ਤੁਹਾਨੂੰ ਚੱਜ ਨਾਲ ਕੋਈ ਉੱਥੇ ਸਕੂਲ 'ਚ ਪੜਾਇਆ ਨਹੀਂ ਗਿਆ ਹੋਵੇ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਤੁਸੀਂ ਅੱਡ-ਅੱਡ ਸਕੂਲਸ ਤੋਂ ਆਉਂਦੇ ਆ, ਅੱਡ-ਅੱਡ ਸ਼ਹਿਰਾਂ ਤੋਂ ਆਉਂਦੇ ਆ, ਅੱਡ-ਅੱਡ ਪਿੰਡਾਂ ਤੋਂ ਆਉਂਦੇ ਆ, ਪਰ ਇੱਥੇ ਇਹ ਫੈਕਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਗ੍ਰਾਮਰ ਹੀ ਸਭ ਤੋਂ ਵੱਡਾ ਬੇਸ ਹੈ ਇੰਗਲਿਸ਼ ਦਾ। ਤੁਸੀਂ ਸਾਰੀਆਂ ਗੱਲਾਂ ਛੱਡ ਦਿਓ, ਤੁਸੀਂ ਟੌਪਿਕ ਦੇ ਉੱਪਰ ਰਹੋ, ਤੁਸੀਂ ਗ੍ਰਾਮਰ ਸਹੀ ਰੱਖੋ, ਤੁਹਾਨੂੰ ਬੈਂਡ ਸਕੋਰ ਮਿਲ ਜਾਣਗੇ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਆਹ ਵੀ ਚੀਜ਼ ਹੋਣੀ ਚਾਹੀਦੀ ਹੈ, ਇਦਾਂ ਸਟਰਕਚਰ ਹੋਣਾ ਚਾਹੀਦਾ। ਸਟਰਕਚਰ ਇਜ਼ ਜਸਟ ਫਾਰਮਡ ਸਟਰਕਚਰ, ਇਟਸ ਨਾਟ ਅ ਲੀਗਲ ਸਟਰਕਚਰ। ਦੋਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਹੜਾ ਸਟਰਕਚਰ ਤੁਹਾਨੂੰ ਆ ਦਿੱਤਾ ਨਾ ਕਿ ਇੰਟਰੋਡਕਸ਼ਨ ਬਣਾ ਲਿਓ, ਵਿੱਚ ਜਰਨਲ ਸਟੇਟਮੈਂਟ ਆ, ਰੀਰਾਈਟਿੰਗ ਆ, ਥੀਸਿਸ ਆ, BP ਆ, BP2 ਆ, ਫਿਰ ਕਨਕਲੂਜਨ ਆ, ਇਹ ਜਿਹੜਾ ਸਟਰਕਚਰ ਆ ਇਹ ਲੀਗਲੀ ਕਿਸੇ ਯੂਨੀਵਰਸਿਟੀ ਨੇ ਬਣਾ ਕੇ ਨਹੀਂ ਆਪਾਂ ਨੂੰ ਦਿੱਤਾ, ਜਾਂ ਕੈਂਬਰਿਜ ਯੂਨੀਵਰਸਿਟੀ ਨੇ ਆਪਾਂ ਨੂੰ ਕਰਨ ਦਿੱਤਾ। ਇਹ ਅਸੀਂ ਬਣਾਇਆ, ਅਸੀਂ ਤੁਹਾਡੇ ਵਾਸਤੇ ਬਣਾਇਆ, ਸੋ ਦੈਟ ਕਿ ਤੁਸੀਂ ਸਟਰਕਚਰ ਦੇ ਵਿੱਚ ਰਹਿ ਕੇ ਲਿਖੋ, ਸੋ ਦੈਟ ਕਿ ਤੁਹਾਡਾ ਜਿਹੜਾ ਟਾਸਕ ਰਿਸਪੌਂਸ ਆ ਬੈਟਰ ਰਹੇ। ਤਾਂ ਗ੍ਰਾਮਰ ਇਜ਼ ਦੀ ਬੇਸਿਸ ਨੰਬਰ 1, ਨੰਬਰ 2 ਇਜ਼ ਦੀ ਟਾਸਕ ਰਿਸਪੌਂਸ। ਟਾਸਕ ਰਿਸਪੌਂਸ ਕਹਿੰਦੇ ਕਿਹਨੂੰ ਆ? ਟਾਸਕ ਰਿਸਪੌਂਸ ਕਹਿੰਦੇ ਆ ਉਹਨੂੰ ਕਿ ਆਪਾਂ ਨੂੰ ਜਿੰਨਾ ਕੁ ਸਵਾਲ ਪੁੱਛਿਆ ਗਿਆ, ਜਿੰਨਾ ਕੁ ਆਪਣਾ ਟੌਪਿਕ ਆ, ਕੀ ਆਪਾਂ ਉਸ ਟੌਪਿਕ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਉਸ ਦਾ ਜਵਾਬ ਦੇ ਰਹੇ ਹਾਂ? ਕੀ ਆਪਾਂ ਨੂੰ ਪੁੱਛਿਆ ਗਿਆ ਕਿ ਕੰਮ ਤੇ ਸਟੱਡੀ ਕਾਦੀ ਡਿਵੈਲਪਮੈਂਟ ਦੇ ਨਾਲ? ਕੰਪਿਊਟਰ ਡਿਵੈਲਪਮੈਂਟ ਦੇ ਨਾਲ। ਆਪਾਂ ਕੰਮ ਬਾਰੇ ਗੱਲ ਕਰ ਰਹੇ ਹਾਂ, ਸਟੱਡੀ ਬਾਰੇ ਗੱਲ ਕਰ ਰਹੇ ਹਾਂ, ਪਰ ਕੰਪਿਊਟਰ ਡਿਵੈਲਪਮੈਂਟ ਤੇ ਨਹੀਂ। ਆਪਾਂ ਘਰੇ ਜੀ ਬਸ ਬੈੱਡ ਤੇ ਪਈ ਰਹੀਦਾ, ਬੈੱਡ ਤੇ ਪਏ ਕੰਮ ਕਰੀਦਾ, ਫਿਰ ਨੀਂਦ ਆ ਜਾਂਦੀ ਆ, ਫਿਰ ਇਹ ਆ ਉਹ ਨੈਗੇਟਿਵ ਦੱਸ ਰਹੇ। ਨੋ, we have to be on the topic। ਆਪਾਂ ਨੂੰ ਟਾਸਕ ਰਿਸਪੌਂਸ ਦਾ ਮਤਲਬ ਹੁੰਦਾ ਕਿ ਆਪਾਂ ਸਟ੍ਰਿਕਟਲੀ ਟੌਪਿਕ ਦੇ ਉੱਪਰ ਰਹਿਣਾ। ਜੋ ਟੌਪਿਕ ਆਪਾਂ ਨੂੰ ਕਹਿ ਰਿਹਾ ਹੈ, ਕੰਮ ਦੀ ਗੱਲ ਹੋ ਰਹੀ ਹੈ, ਸਟੱਡੀ ਦੀ ਗੱਲ ਹੋ ਰਹੀ ਹੈ, strictly about the topic ਹੋਣਾ ਚਾਹੀਦਾ, with the development of computer technology ਹੋਣਾ ਚਾਹੀਦਾ, strictly on the topic ਰਹਿਣਾ। ਅੰਦਰਲੀ ਗੱਲ ਜਿੰਨੀ ਵੀ ਹੈਗੀ ਆ, ਜਿੰਨੀ ਵੀ ਸਟੇਟਮੈਂਟ ਦੇ ਵਿੱਚ ਵਰਡ ਬਾਈ ਵਰਡ, ਸ਼ਬਦ ਬਾਈ ਸ਼ਬਦ ਜੋ ਲਿਖਿਆ ਹੋਇਆ, ਉਹ ਸਾਰਾ ਕੁਝ ਆਪਾਂ ਟਾਸਕ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਨੀ ਹੈ। ਜੋ ਨਹੀਂ ਲਿਖਿਆ ਹੋਇਆ ਉਹਦੇ ਬਾਰੇ ਆਪਾਂ 1%, ਅੱਧਾ % ਵੀ ਕੋਈ ਗੱਲ ਨਹੀਂ ਕਰਨੀ। ਅੰਡਰਸਟੂਡ? ਯੈਸ অর ਨੋ? ਸੈਕੰਡ ਇਜ਼ ਟਾਸਕ ਰਿਸਪੌਂਸ, ਥਰਡ ਇਜ਼ ਯੋਰ ਆਰਗੇਨਾਈਜੇਸ਼ਨ। ਤਿੰਨ ਚੀਜ਼ਾਂ ਮਾਸਟਰਸ ਕਰ ਲਓਗੇ ਤੁਸੀਂ ਇੰਗਲਿਸ਼ ਦੇ ਵਿੱਚ। ਕਿਉਂ? ਕਿਉਂਕਿ ਇਹ ਤਿੰਨ ਚੀਜ਼ਾਂ ਹੀ ਜ਼ਰੂਰੀ ਆ। ਜੇ ਤੁਸੀਂ ਇਸ ਚੀਜ਼ ਦੇ ਮਾਸਟਰ ਬਣਨਾ, ਜੇ ਤੁਸੀਂ ਇਸ ਚੀਜ਼ ਨੂੰ ਪ੍ਰੋਪਰਲੀ ਪੱਕਾ ਕਰਨਾ, ਤੁਹਾਨੂੰ ਇਹ ਤਿੰਨ ਚੀਜ਼ਾਂ ਪੂਰੀਆਂ ਪੱਕੀਆਂ ਕਰਕੇ ਚੱਲਣੀਆਂ ਪੈਣਗੀਆਂ। ਪਹਿਲੀ ਹੈਗੀ ਆ ਗ੍ਰਾਮਰ, ਦੂਜੀ ਟਾਸਕ ਰਿਸਪੌਂਸ, ਤੀਜੀ ਆਰਗੇਨਾਈਜੇਸ਼ਨ। ਤੀਜੀ ਚੀਜ਼ ਆ ਆਰਗੇਨਾਈਜੇਸ਼ਨ। ਹੁਣ ਆਰਗੇਨਾਈਜੇਸ਼ਨ ਦਾ ਮਤਲਬ ਕੀ ਆ? ਆਰਗੇਨਾਈਜੇਸ਼ਨ ਦਾ ਮਤਲਬ ਆ ਕਿ ਜਦੋਂ ਮੈਂ ਤੁਹਾਡਾ ਟਾਸਕ ਦੇਖਾਂ ਜਾਂ ਐਗਜ਼ਾਮੀਨਰ ਤੁਹਾਡਾ ਟਾਸਕ ਚੈੱਕ ਕਰਨ ਲੱਗੇ, ਉਹਨੂੰ ਦੇਖ ਕੇ ਇਦਾਂ ਲੱਗੇ ਕਿ ਯਾਰ ਬੱਚੇ ਨੂੰ ਇੱਕ ਸਵਾਲ ਪੁੱਛਿਆ ਸੀ ਪੋਜ਼ਿਟਿਵ ਔਰ ਨੈਗੇਟਿਵ ਡਿਟਰਮਿਨੈਂਟ। ਬੱਚੇ ਨੇ ਪਹਿਲਾਂ ਉਹਨੂੰ ਟਾਸਕ ਨੂੰ ਸਮਝਾਇਆ ਕਿ ਜੀ ਮੈਨੂੰ ਸਮਝ ਲੱਗ ਗਿਆ ਕਿ ਨਹੀਂ ਲੱਗ ਗਿਆ, ਫਿਰ ਉਹਨੇ ਦੱਸਿਆ ਕਿ ਪੋਜ਼ਿਟਿਵ ਆ ਉਹਦਾ ਇੱਕ ਪੁਆਇੰਟ, ਫਿਰ ਦੂਜਾ ਪੁਆਇੰਟ, ਫਿਰ ਉਹਦਾ ਸਿੱਟਾ। ਠੀਕ ਹੈ, ਹੁਣ ਦੇਖਣ ਨੂੰ ਇਦਾਂ ਲੱਗ ਰਿਹਾ ਕਿ ਐਗਜ਼ੈਕਟ ਜੋ ਸਵਾਲ ਪੁੱਛਿਆ ਗਿਆ ਸੀ ਉਹਦਾ ਆਨਸਰ ਦਿੱਤਾ ਗਿਆ ਬੱਚੇ ਵੱਲੋਂ। ਉਹਦੀ ਬਾਹਰਲੀ ਗੱਲ ਕੋਈ ਕੀਤੀ ਨਹੀਂ ਕਿ ਟਾਸਕ ਰਿਸਪੌਂਸ ਸਹੀ ਹੈ, ਗ੍ਰਾਮਰ ਸਹੀ ਹੈ, ਪਰ ਦੇਖਣ ਨੂੰ ਸੀਰੀਜ਼ ਦੇ ਵਿੱਚ ਲੱਗ ਰਿਹਾ। ਹੁਣ ਤੁਸੀਂ ਆਇਲਸ ਦੀ ਸਪੀਕਿੰਗ ਕਰਦੇ ਆ, ਤੁਹਾਨੂੰ ਐਗਜ਼ਾਮੀਨਰ ਪੁੱਛਦਾ ਪਲੀਜ਼ ਇੰਟਰੋਡਿਊਸ ਯੋਰਸੈਲਫ, ਤੁਸੀਂ ਸਾਰਾ ਕੁਝ ਦੱਸ ਦਿਓ ਜੀ, ਮੇਰਾ ਪਿੰਡ ਕੜਿਆਲ ਹੈ ਜੀ, ਮੈਂ ਉਧਰੋਂ ਆਉਣਾ ਜੀ, ਮੈਂ ਇਹ ਕਰਦਾ ਜੀ, ਮੈਂ ਆਹ ਖਾਣਾ ਜੀ, ਮੈਂ ਆਹ ਪੀਣਾ ਜੀ, ਮੈਂ ਆਹ ਪਾਉਣਾ ਜੀ, ਮੈਂ ਆਹ ਕਰਦਾ। ਐਂਡ ਤੇ ਮੈਂ ਕਹਾਂ ਮੇਰਾ ਨਾਮ ਹਰਕੀਰਤ ਸਿੰਘ ਹੈ। ठीक है, कोई फिल्म का हीरो तो है नहीं कि आप कहेंगे एंड पे आके नाम दसिया। ठीक है, वो ऐसा करता है, वो पहनता है, वो वहां से आया है, कौन है वो ये है, वो हरकीरत सिंह है। ठीक है, इदा तो आप कहते नहीं, फिल्म तो चल नहीं रही, आप पहले इंट्रोड्यूस कर देना दैट माय नेम इज हरकीरत सिंह सेखों, आई कम फ्रॉम दिस विलेज। इदा आप पहले अपना नाम दसदे हैं ना, जो आप ऑफिशियल बेसिस ते गल करते हैं, ਆਪਾਂ ਪਹਿਲਾਂ ਨਾਮ ਦੱਸਦੇ ਆ, ਫਿਰ ਕਿਹੜੀ ਜਗ੍ਹਾ ਤੋਂ ਆਏ ਆ ਉਹ ਦੱਸਦੇ ਆ, ਫਿਰ ਉਸ ਤੋਂ ਬਾਅਦ ਦੱਸਦੇ ਆ ਕਿ ਆਪਾਂ ਕੀ ਕਰ ਰਹੇ ਆ, ਫਿਰ ਆਪਾਂ ਦੱਸਦੇ ਆ ਆਪਾਂ ਕੀ ਕਰਨਾ ਚਾਹੁੰਦੇ ਆ। ਇੱਕ ਸੀਰੀਜ਼ ਦੇ ਵਿੱਚ ਆਪਾਂ ਆਨਸਰ ਕਰਨ ਦੀ ਕੋਸ਼ਿਸ਼ ਕਰਦੇ ਆ। ਅੱਜ ਜਦੋਂ ਆਪਾਂ ਰਾਈਟਿੰਗ ਕਰ ਰਹੇ ਆ, ਚਾਹੇ ਟਾਸਕ 1 ਆ ਚਾਹੇ ਟਾਸਕ 2 ਆ, ਆਪਾਂ ਨੂੰ ਸੀਰੀਜ਼ ਦੇ ਵਿੱਚ ਹੀ ਆਨਸਰ ਕਰਨਾ ਜ਼ਰੂਰੀ ਆ। ਇਟਸ ਅ ਮਸਟ ਥਿੰਗ। ਹੁੰਦਾ ਕੀ ਆ, ਸਟਰਕਚਰ ਕਿਉਂ ਬਣਾਏ ਗਏ ਆ, BP1 BP2 ਕਿਉਂ ਬਣਾਏ ਗਏ ਆ? ਜਦੋਂ ਅਸੀਂ ਤੁਹਾਨੂੰ ਕਹਿ ਦਾਂਗੇ ਕਿ ਆਪਾਂ ਇੱਕ ਪੈਰਾਗ੍ਰਾਫ ਲਿਖਣਾ, ਹੁਣ ਸੋਚ ਲਓ ਕਿ ਆਪਾਂ ਆਹ ਟਾਸਕ ਆ ਜਿਹੜਾ ਇਹ ਇੱਕ ਪੈਰੇ ਦੇ ਵਿੱਚ ਨਿਬੇੜਨਾ, ਆਪਾਂ ਇੱਕੋ ਪੈਰੇ 'ਚ ਇੰਟਰੋਡਕਸ਼ਨ ਪਾਉਣੀ ਆ, ਉਸੇ 'ਚ BP, ਉਸੇ 'ਚ BP2, ਉਸੇ 'ਚ ਕਨਕਲੂਜਨ। ਇੱਕੋ ਪੈਰਾਗ੍ਰਾਫ ਐਡਾ ਕੁ ਪੇਜ ਲੈ ਲੈਣਾ, ਉਸੇ ਪੇਜ ਤੇ ਸਾਰਾ ਨਿਬੇੜ ਦੇਣਾ, ਇੱਥੋਂ ਸ਼ੁਰੂ ਕਰਕੇ ਇੱਥੇ ਨਿਬੇੜ ਦੇਣਾ। ਫੋਰ ਐਗਜ਼ਾਮਪਲ, ਇਹਦੇ ਨਾਲ ਕੀ ਹੋਊਗਾ, ਤੁਸੀਂ ਆਪਦੀ ਗੱਲ ਤੋਂ ਭਟਕੋਗੇ। ਆਪਣੀ ਆਦਤ ਆ ਪੰਜਾਬੀਆਂ ਦੀ ਕਿ ਆਪਾਂ ਸ਼ੁਰੂ ਕਿਤੋਂ ਹੋਰ ਕਰਦੇ ਆ, ਖਤਮ ਕਿਤੇ ਹੋਰ ਕਰ ਦਿੰਦੇ ਆ। ਮੈਂ ਬਹੁਤ ਵਾਰ ਦੇਖਿਆ ਕਿ ਬੁੜੀਆਂ ਸੂਟ ਲੈਣ ਜਾਂਦੀਆਂ, ਉੱਥੇ ਲੜ ਕੇ ਮੁੜ ਆਉਂਦੀਆਂ ਆਪਸ 'ਚ ਗੱਲਾਂ ਕਰਦੀਆਂ, ਤੂੰ ਆਹ ਲੈਣਾ, ਤੂੰ ਆਹ ਲੈਣਾ, ਤੈਨੂੰ ਪਸੰਦ ਨਹੀਂ ਆਉਂਦਾ, ਤੂੰ ਤਾਂ ਹੈ ਹੀ ਇਹੋ ਜੀ। ਫਿਰ ਉਹ ਤੋਂ ਹੋਰ ਗੱਲ ਚੱਲ ਪੈਂਦੀ, ਉਹ ਤੋਂ ਹੋਰ ਗੱਲ ਚੱਲ ਪੈਂਦੀ, ਉਹ ਤੋਂ ਹੋਰ ਗੱਲ ਚੱਲ ਪੈਂਦੀ ਹੈ, ਫਿਰ ਉਹਦੇ ਨਾਲ ਕੀ ਹੋ ਜਾਂਦਾ,
ਲੜਾਈ ਲੜਾਈ ਨਾਲ ਕੀ ਹੋ ਜਾਂਦਾ, ਬੈਂਡ ਸਕੋਰ ਕੱਟੇ ਜਾਂਦੇ ਆ ਕਿਉਂਕਿ ਟਾਸਕ ਰਿਸਪੌਂਸ ਖਰਾਬ ਹੋ ਜਾਂਦਾ। ਲੈਣ ਸੂਟ ਗਈਆਂ ਸੀ, ਸੂਟ ਲੈ ਕੇ ਮੁੜਨਾ। ਠੀਕ ਹੈ, ਤਾਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਕਿ ਜਦੋਂ ਆਪਾਂ ਇੱਕੋ ਸਾਰ ਚੀਜ਼ ਨੂੰ ਕਰਦੇ ਹਾਂ, ਹੁਣ ਕਿਉਂ ਹੁੰਦਾ ਉਹਨਾਂ ਔਰਤਾਂ 'ਚ ਲੜਾਈ ਕਿਉਂ ਹੁੰਦੀ, ਕਿਉਂਕਿ ਉਹ ਕਾਲਾ ਮਾਲਾ ਕਰਦੀਆਂ, ਉਹ ਮਿਕਸ ਕਰਦੀਆਂ ਸਾਰਾ ਕੁਝ ਨੂੰ, ਉਹ ਵਿੱਚੇ ਸੂਟ ਲੈ ਰਹੀਆਂ ਹੁੰਦੀਆਂ, ਵਿੱਚੇ ਪਰਸਨਲ ਲਾਈਫ ਦੇ ਤਾਨੇ ਤੇ ਮਿਹਨੇ ਮਾਰ ਰਹੀਆਂ ਹੁੰਦੀਆਂ, ਵਿੱਚੇ ਸਾਰਾ ਕੁਝ ਕਰੀ ਜਾਂਦੀਆਂ, ਤਾਂ ਕਰਕੇ ਉਹ ਕਾਰਨ ਬਣ ਜਾਂਦਾ ਕਿ ਉਹਨਾਂ ਦਾ ਟਾਸਕ ਰਿਸਪੌਂਸ ਖਰਾਬ ਹੋ ਜਾਂਦਾ, ਫਿਰ ਲੜ ਲੁੜ ਕੇ ਵਾਪਸ ਆ ਜਾਂਦੀਆਂ। ਠੀਕ ਹੈ, ਤੇ ਆਪਾਂ ਇਹ ਚੀਜ਼ ਇੱਥੇ ਨਹੀਂ ਕਰਨੀ, ਆਪਾਂ ਬੁੜੀਆਂ ਵਾਲਾ ਕੰਮ ਨਹੀਂ ਕਰਨਾ, ਆਪਾਂ ਪੜ੍ਹੇ ਲਿਖੇ ਵਾਲਾ ਕੰਮ ਕਰਨਾ। ਆਪਾਂ ਕੀ ਕਰਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀਆਂ ਬੁੜੀਆਂ ਇਦਾਂ ਕਰਦੀਆਂ ਫਿਰ ਬਾਅਦ ਚ ਤੁਸੀਂ ਕਹੋ ਵੀਡੀਓ ਬਣ ਰਹੀ ਕਿ ਬੁੜੀਆਂ ਨੂੰ ਡੀਗ੍ਰੇਡ ਕਰਦੇ ਹਰਕੀਰਤ ਸਿੰਘ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਬੁੜੀਆਂ ਬਹੁਤ ਵਧੀਆ ਚੀਜ਼ਾਂ ਹੁੰਦੀਆਂ। ਠੀਕ ਹੈ, ਸਪੈਸ਼ਲੀ ਜਦੋਂ ਸੂਟ ਲੈਣ ਦੇ ਕੰਸਰਨ ਦੇ ਵਿੱਚ। ਠੀਕ ਹੈ, ਸੂਟ ਲੈਣ ਦੇ ਉੱਤੇ ਮੇਰੀ ਕੋਈ ਟਿੱਪਣੀ ਨਹੀਂ ਹੈਗੀ, ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਹੁਣ ਇੱਥੇ ਕੀ ਆ ਕਿ ਜਦੋਂ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ, ਠੀਕ ਹੈ ਬਈ, ਠੀਕ ਹੈ ਔਰਤਾਂ ਤੋਂ ਡਰਨਾ ਵੀ ਬਹੁਤ ਜ਼ਰੂਰੀ ਹੈ, ਇੱਥੇ ਬਹੁਤ ਛਿੱਤਰਪਲ ਹੁੰਦਾ ਬਾਅਦ ਚੋਂ। ਠੀਕ ਹੈ, ਤੇ ਅੰਡਰਸਟੈਂਡ ਕਰਨਾ ਕਿ ਆਪਣੀ ਆਰਗੇਨਾਈਜੇਸ਼ਨ, ਮੇਰਾ ਮੋਟਿਵ ਇਹ ਹੈ ਗੱਲ ਦੱਸਣ ਦਾ ਕਿ ਆਰਗੇਨਾਈਜੇਸ਼ਨ ਇੰਪੋਰਟੈਂਟ ਆ। ਜਿਹੜਾ ਕੰਮ ਕਰਨ ਗਏ ਆ ਉਹ ਕੰਮ ਦੇ ਉੱਤੇ ਧਿਆਨ ਦੇਣਾ ਜ਼ਰੂਰੀ ਆ। ਜੇ ਆਪਾਂ ਕੰਮ ਕੋਈ ਹੋਰ ਕਰਨ ਗਏ ਆ, ਕਰੀ ਕੁਝ ਹੋਰ ਜਾਂਦੇ ਆ, ਤਾਂ ਆਪਣਾ ਸਾਰਾ ਕੰਮ ਵੇਸਟ ਆ। ਨਾ ਆਪਣੇ ਤੋਂ ਉਹ ਕੰਮ ਹੋਣਾ ਜਿਹੜਾ ਨਵਾਂ ਛੇੜਿਆ, ਉਹ ਤਾਂ ਸਿਰੇ ਚੜਨਾ ਹੀ ਨਹੀਂ, ਕਿਉਂਕਿ ਉਹ ਆਪਾਂ ਕਰਨ ਹੀ ਨਹੀਂ ਗਏ। ਠੀਕ ਹੈ, ਉਹ ਆਪਾਂ ਕਰਨ ਹੀ ਨਹੀਂ ਗਏ। ਠੀਕ ਹੈ, ਇਹ ਚੀਜ਼ ਨੂੰ ਸਮਝਣ ਦੀ ਲੋੜ ਆ। ਤਾਂ ਟਾਸਕ ਰਿਸਪੌਂਸ ਇਸੇ ਚੀਜ਼ ਦਾ ਨਾਮ ਆ। ਤੇ ਉਹ ਟਾਸਕ ਰਿਸਪੌਂਸ ਨੂੰ ਸਹੀ ਰੱਖਣ ਵਾਸਤੇ, ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਐਗਜ਼ਾਮ ਦੇ ਵਿੱਚ, ਉਹਨੂੰ ਸਹੀ ਰੱਖਣ ਵਾਸਤੇ ਅਸੀਂ ਟ੍ਰੇਨਰਸ ਨੇ ਕੀ ਕੀਤਾ, ਅਸੀਂ ਇੱਕ ਸਟਰਕਚਰ ਬਣਾ ਲਿਆ ਜਿਹਦੇ ਵਿੱਚ ਅਸੀਂ ਇੱਕ ਇੰਟਰੋਡਕਸ਼ਨ ਨੂੰ ਅੱਡ ਕੱਢਤਾ, ਪੈਰਾਗ੍ਰਾਫ ਦੇ ਬੀਪੀਜ਼ ਨੂੰ ਅੱਡ ਕੱਢਤਾ, ਕਨਕਲੂਜਨ ਨੂੰ ਅੱਡ ਕੱਢਤਾ, ਸੋ ਦੈਟ ਕਿ ਤੁਹਾਨੂੰ ਪਤਾ ਹੋਵੇ ਕੀ ਕਰਨਾ। ਜੇ ਹੁਣ ਤੁਹਾਨੂੰ ਕਹਾਂ ਕਿ ਇੱਕ ਪੈਰਾਗ੍ਰਾਫ 'ਚ ਇਹਦਾ ਆਨਸਰ ਕਰੋ, 250 ਵਰਡ ਲਿਖੋ ਇੱਕ ਪੈਰਾਗ੍ਰਾਫ ਦੇ ਵਿੱਚ, ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਹੁਣ ਤੁਹਾਡੇ ਕੋਲ ਕੋਈ ਹੈ ਤਾਂ ਹੈ ਨਾ ਕਰਨ ਨੂੰ, ਤੁਸੀਂ ਕੀ ਕਰਦੇ ਆ, ਪਹਿਲੇ ਇੰਟਰੋਡਕਸ਼ਨ ਬਣਾਉਂਦੇ, ਜਰਨਲ ਸਟੇਟਮੈਂਟ ਆ ਗਈ, ਨਹੀਂ ਆ ਗਈ ਚਲੋ ਛੱਡੋ। ਠੀਕ ਹੈ, ਹੁਣ ਰੀਫਰੇਜ਼ਿੰਗ ਕਰਨੀ ਹੈ, ਰੀਰਾਈਟਿੰਗ ਕਰਨੀ ਹੈ, ਚਲੋ ਠੀਕ ਹੈ, ਵਰਡ ਬਾਏ ਵਰਡ ਤੁਸੀਂ ਉਹ ਕਰੀ ਜਾਂਦੇ ਰਹਿੰਦੇ ਬੇਟੇ, ਤੁਹਾਨੂੰ ਖੇਡ ਦੀ ਲਾਇਆ ਹੋਇਆ, ਨਹੀਂ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਆਪਾਂ ਬੀਪੀ ਸ਼ੁਰੂ ਕਿੱਥੋਂ ਕਰੀਏ ਤੇ ਖਤਮ ਕਿੱਥੋਂ ਕਰੀਏ, ਇੱਕੋ ਪੈਰਾਗ੍ਰਾਫ ਲਿਖਣਾ ਹੁੰਦਾ। ਦੈਟ ਇਜ਼ ਵਾਈ ਵੀ ਕ੍ਰੀਏਟਡ ਦੀ ਸਟਰਕਚਰ, ਅਸੀਂ ਫਾਰਮ ਕੀਤਾ, ਲੀਗਲੀ ਐਗਜ਼ਿਸਟ ਕਰੇ ਨਾ ਕਰੇ ਡਜ਼ਨਟ ਮੈਟਰ। ਠੀਕ ਹੈ, ਇਹਨੂੰ ਫਾਰਮ ਕੀਤਾ ਗਿਆ। ਅੰਡਰਸਟੂਡ, ਯੈਸ অর ਨੋ? ਹੁਣ ਇੱਥੇ ਕੀ ਹੈ, ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਸਟਰਕਚਰ ਬਣ ਗਿਆ, ਟਾਸਕ ਰਿਸਪੌਂਸ ਆਪਣਾ ਸਹੀ ਰਹੂਗਾ। ਸਟਰਕਚਰ ਬਣਾਉਣ ਦਾ ਮਤਲਬ ਇਹੀ ਹੈ ਕਿ ਤੁਹਾਡਾ ਜਿਹੜਾ ਟਾਸਕ ਆ ਉਹ ਆਰਗੇਨਾਈਜ਼ਡ ਰਹੂਗਾ। ਤੁਹਾਨੂੰ ਪੁੱਛਿਆ ਗਿਆ ਇੱਕ ਜਿਹੜਾ ਕੰਮ ਤੇ ਸਟੱਡੀ, ਹੁਣ ਇਹ ਪੋਜ਼ਿਟਿਵ ਡਿਵੈਲਪਮੈਂਟ, ਨੈਗੇਟਿਵ ਡਿਵੈਲਪਮੈਂਟ, ਜੋ ਵੀ ਤੁਹਾਨੂੰ ਲੱਗਦਾ। ਠੀਕ ਹੈ, ਤੁਸੀਂ ਇੱਕ ਪੈਰਾਗ੍ਰਾਫ ਨੂੰ ਵਰਕ ਤੇ ਬਣਾ ਦਿਓ, ਇੱਕ ਸਟੱਡੀ ਤੇ ਬਣਾ ਦਿਓ, ਦੱਸੋ ਕਿੱਦਾਂ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਆਈ ਹੈ, ਤੁਸੀਂ ਨੈਗੇਟਿਵ ਕਹਿੰਦੇ ਤੇ ਕਿੱਦਾਂ ਇਹ ਨੈਗੇਟਿਵ ਡਿਵੈਲਪਮੈਂਟ ਆ। ਤਾਂ ਥੋੜਾ ਜਿਹਾ ਐਗਜ਼ਾਮੀਨਰ ਨੂੰ ਵੀ ਲੱਗੂਗੀ ਯਾਰ ਠੀਕ ਹੈ, ਮੈਂ ਦੋ ਗੱਲਾਂ ਕੀਤੀਆਂ ਸੀ, ਇੱਕ ਵਰਕ ਇੱਕ ਸਟੱਡੀ, ਦੋਨੋਂ ਗੱਲਾਂ ਕੀਤੀਆਂ ਸੀ। ਬੱਚੇ ਨੇ ਕੀ ਕੀਤਾ, ਦੋਨੋਂ ਗੱਲਾਂ ਨੂੰ ਸਮਝਾਇਆ ਇੱਕ ਇੱਕ ਪੈਰਾਗ੍ਰਾਫ ਦੇ ਵਿੱਚ। ਜੇ ਉਹਨੂੰ ਪੋਜ਼ਿਟਿਵ ਲੱਗ ਰਿਹਾ ਬੱਚੇ ਨੂੰ, ਉਹਨੇ ਪੋਜ਼ਿਟਿਵ ਨੂੰ ਪਹਿਲਾਂ ਵਰਕ ਨੂੰ ਅੱਡ ਸਮਝਾਤਾ, ਮੈਨੂੰ ਕਿਉਂ ਪੋਜ਼ਿਟਿਵ ਲੱਗਦਾ, ਸਟੱਡੀ ਨੂੰ ਅੱਡ ਸਮਝਾਤਾ, ਮੈਨੂੰ ਕਿਉਂ ਪੋਜ਼ਿਟਿਵ ਲੱਗਦਾ। ਜੇ ਉਹਨੂੰ ਨੈਗੇਟਿਵ ਲੱਗ ਰਿਹਾ, ਦੋਨੋਂ ਪੈਰਾਗ੍ਰਾਫ 'ਚ ਉਹਨੇ ਪੋਜ਼ਿਟਿਵ ਨੈਗੇਟਿਵ ਅੱਡ ਸਮਝਾਤੇ, ਮੈਨੂੰ ਅੰਡਰਸਟੂਡ ਹੋ ਗਿਆ। ਠੀਕ ਹੈ, ਉਹਦੇ ਵਿੱਚ ਉਹਨੇ ਸਟੇਟਮੈਂਟ ਦਿੱਤੀ ਆ, ਇੱਕ ਕਾਰਨ, ਫਿਰ ਉਹਦੇ ਪ੍ਰੋਪਰ ਉਹਨੇ ਰੀਜ਼ਨਿੰਗ ਦਿੱਤੀ ਹੈ, ਫਿਰ ਉਹਦੀ ਉਦਾਹਰਨਾਂ ਵੀ ਦਿੱਤੀਆਂ, ਐਗਜ਼ਾਮਪਲ ਵੀ ਦਿੱਤੀ ਹੈ। ਠੀਕ ਹੈ, ਇਹ ਤਿੰਨ ਚੀਜ਼ਾਂ। ਹੁਣ ਜਦੋਂ ਵੀ ਆਪਾਂ ਪੈਰਾਗ੍ਰਾਫ ਬਣਾਉਂਦੇ ਆ ਬੀਪੀਜ਼ ਸਪੈਸ਼ਲੀ, ਉਹ 'ਚ ਆਪਾਂ ਤਿੰਨ ਚੀਜ਼ਾਂ ਕਰਨੀਆਂ ਹੁੰਦੀਆਂ, ਸਟੇਟਮੈਂਟ, ਬੋਲੋ ਕੀ ਕਰਨੀਆਂ ਹੁੰਦੀਆਂ, ਰੀਜ਼ਨਿੰਗ ਐਂਡ ਐਗਜ਼ਾਮਪਲ, ਤਿੰਨ ਚੀਜ਼ਾਂ। ਦੈਟ ਇਜ਼ ਸੇਮ ਫॉर ਦੀ BP2 ਐਸ ਵੈਲ। ਪਹਿਲਾਂ ਆਪਾਂ ਸਟੇਟਮੈਂਟ ਦੇਣੀ ਹੈ, ਕੋਈ ਵੀ ਟੌਪਿਕ ਆਪਾਂ ਸਟੇਟਮੈਂਟ ਦੇਣੀ ਹੈ। ਸਟੇਟਮੈਂਟ ਦਾ ਮਤਲਬ ਹੁੰਦਾ ਕਿ ਆਪਾਂ ਉਹਨਾਂ ਨੂੰ ਦੱਸਣਾ ਕਿ ਜੀ ਮੇਰਾ ਇਹਦੇ ਬਾਰੇ ਆਹ ਵਿਊ ਪੁਆਇੰਟ ਹੈ, ਇਫ ਯੂ ਥਿੰਕ ਦੈਟ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ, ਆਹ ਚੀਜ਼ ਦੀ ਇੱਕ ਪੋਜ਼ਿਟਿਵ ਡਿਵੈਲਪਮੈਂਟ ਆ। BP1 ਦੇ ਵਿੱਚ ਆਪਾਂ ਵਰਕ ਦੀ ਗੱਲ ਕਰਦੇ ਹਾਂ, ਤੁਸੀਂ ਕਹਿਣਾ ਅਕੋਰਡਿੰਗ ਟੂ ਮੀ ਔਰ ਅਕੋਰਡਿੰਗ ਟੂ ਮਾਈ ਪਰਸਪੈਕਟਿਵ। ਹੁਣ ਤੁਸੀਂ ਕਹੋਗੇ ਮਾਈ ਆਪਾਂ ਪਰਸਪੈਕਟਿਵ ਯੂਜ਼ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ ਹਾਂ, ਕਿਉਂਕਿ ਉਹਨੇ ਤੁਹਾਨੂੰ ਇੱਥੇ ਪੁੱਛ ਲਿਆ ਡੂ ਯੂ ਥਿੰਕ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ ਔਰ ਨੈਗੇਟਿਵ ਡਿਵੈਲਪਮੈਂਟ। ਉਹਨੇ ਤੁਹਾਨੂੰ ਯੂ ਵਰਡ ਯੂਜ਼ ਕਰਕੇ ਉਹਨੇ ਸਾਰੀਆਂ ਪਾਵਰਸ ਦੇਤੀਆਂ ਕਿ ਤੁਸੀਂ ਆਪਦਾ ਪਰਸਪੈਕਟਿਵ ਰੱਖ ਸਕੋ, ਤੁਸੀਂ ਆਪਣਾ ਓਪੀਨੀਅਨ ਰੱਖ ਸਕੋ। ਉਹਨੇ ਤੁਹਾਨੂੰ ਪੂਰੀਆਂ ਪਾਵਰਸ ਦੇਤੀਆਂ, ਸ਼ਕਤੀ ਬਣਾਤੀ ਤੁਹਾਡੇ ਦੇ ਵਿੱਚ। ਹੁਣ ਤੁਸੀਂ ਉਹ ਸ਼ਕਤੀ ਨੂੰ ਕਿੱਦਾਂ ਯੂਜ਼ ਕਰਨਾ ਉਹ ਤੁਸੀਂ ਦੇਖਣਾ। ਠੀਕ ਹੈ, ਕਿ ਉਹਨੂੰ ਤੁਸੀਂ ਯੂਟੀਲਾਈਜ਼ ਕਿੰਨਾ ਕਰਦੇ ਆ। ਯੂਟੀਲਾਈਜ਼ ਕਰਨਾ ਇੱਕ ਮਤਲਬ ਕੀ ਹੈ, ਜਿਵੇਂ ਹੁਣ ਤੁਸੀਂ ਵਰਡ ਯੂਜ਼ ਕਰੋਗੇ ਅਕੋਰਡਿੰਗ ਟੂ ਮੀ ਕੋਮਾ, ਹੁਣ ਦੈਟ ਮੀਨਸ ਤੁਸੀਂ ਤਿੰਨ ਵਰਡ ਵੀ ਯੂਟੀਲਾਈਜ਼ ਕਰ ਲਏ, ਤੁਸੀਂ ਸਟਾਰਟ ਵੀ ਕਰਤਾ। ਹੁਣ ਤੁਹਾਡੇ ਕੋਲ ਖੁੱਲ੍ਹ ਆ ਕਿ ਤੁਸੀਂ ਜਿਵੇਂ ਮਰਜ਼ੀ ਲਿਖੋ ਉਹਦੇ ਵਿੱਚ, ਕਿਉਂਕਿ ਤੁਹਾਡਾ ਆਪਣਾ ਓਪੀਨੀਅਨ ਹੈ, ਚੰਗਾ ਮਾੜਾ ਕੁਝ ਵੀ ਹੋ ਸਕਦਾ। ਤੁਸੀਂ ਕਹਿਣਾ ਅਕੋਰਡਿੰਗ ਟੂ ਮੀ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ ਫॉर ਪੀਪਲ ਵਰਕਿੰਗ ਫਰੋਮ ਹੋਮ। ਠੀਕ ਹੈ, ਐਜ਼, ਹੁਣ ਸਟੇਟਮੈਂਟ ਦੇ ਕੇ ਐਜ਼ ਨਾਲ ਕਨੈਕਟ ਕਰਕੇ ਉਹਦੀ ਰੀਜ਼ਨਿੰਗ ਦੇਤੀ। ਫॉर ਐਗਜ਼ਾਮਪਲ ਤੁਸੀਂ ਕਹਿੰਦੇ ਫॉर ਐਗਜ਼ਾਮਪਲ ਮਾਈ ਫਰੈਂਡ, ਹੁਣ ਪਰਸਨਲ ਐਗਜ਼ਾਮਪਲ ਦੇ ਸਕਦੇ ਹੋ, ਜੈਨੂਇਨ ਪਰਸਨਲ ਐਗਜ਼ਾਮਪਲ ਦੇਣੀ ਹੈ। ਅਦਰਵਾਈਜ਼ ਐਗਜ਼ਾਮਪਲ ਤੇ ਕੋਸ਼ਿਸ਼ ਕਰਨੀ, ਐਗਜ਼ਾਮਪਲ ਆਪਾਂ ਉਹੀ ਦਈਏ ਜਿਹੜੀ ਐਗਜ਼ਾਮਪਲ ਇੱਕ ਫੈਕਚੁਅਲ ਹੋਵੇ, ਹੋਰ ਕਿਹੜੀ ਹੋਵੇ, ਨਿਊਜ਼ ਹੋਵੇ, ਫੈਕਟ ਹੋਵੇ, ਸਰਕਮਸਟੈਂਸ਼ੀਅਲ ਐਗਜ਼ਾਮਪਲ ਹੋਵੇ। ਇਹਨਾਂ ਦੇ ਉੱਤੇ ਫੋਕਸ ਕਰਨਾ ਜ਼ਿਆਦਾ। ਆਪਾਂ ਕੋਸ਼ਿਸ਼ ਕਰਨੀ ਹੈ ਕਿ ਫੈਕਚੁਅਲ ਹੋਵੇ, ਪਰ ਫੈਕਚੁਅਲ ਦੇ ਵਿੱਚ ਵੀ ਆਪਾਂ ਇਹ ਕਰਦੇ ਆਪਾਂ ਸਰਵੇਜ਼ ਪਾਉਣ ਲੱਗੇ ਨੇ। ਫॉर ਐਗਜ਼ਾਮਪਲ ਆ ਸਰਵੇ ਕੰਡਕਟਡ ਇਨ ਯੂਨਾਈਟਿਡ ਸਟੇਟਸ, ਗॉड ਨੋਜ਼ ਕਿਹਨੇ ਸਰਵੇ ਕੀਤਾ, ਕਿਸੇ ਨੂੰ ਨਹੀਂ ਪਤਾ।
ਉਹ 'ਚ ਲਿਖ ਦਿੰਦੇ ਆ ਕਿ ਯੂਨਾਈਟਿਡ ਸਟੇਟਸ 99% ਲੋਕ ਘਰੋਂ ਕੰਮ ਕਰਦੇ ਕੰਪਿਊਟਰ ਡਿਵੈਲਪਮੈਂਟ ਦੇ ਕਰਕੇ। ਹੁਣ that is ਐਕਚੁਅਲ ਪਤਾ ਕਿ 99% ਲੋਕ ਕਰ ਹੀ ਨਹੀਂ ਸਕਦੇ ਘਰੋਂ ਕੰਮ, ਤੇ ਆਪਾਂ ਨੂੰ ਪਤਾ, ਉੱਥੇ ਤੁਸੀਂ ਝੂਠੇ ਪੈ ਜਾਂਦੇ ਆ। ਮੈਂ ਇਹ ਗੱਲ ਸੋਚਦਾ ਹੁੰਨਾ ਕਿ ਜਦੋਂ ਪੜਾਇਆ ਜਾਂਦਾ ਬੇਸਿਕਲੀ ਆਇਲਸ ਦੀ ਕੋਚਿੰਗ ਦਿੱਤੀ ਜਾਂਦੀ ਆ, ਉੱਥੇ ਕਿਹਾ ਜਾਂਦਾ ਕਿ ਤੁਸੀਂ ਇੰਗਲਿਸ਼ ਲਿਖਣੀ ਆ, ਤੁਸੀਂ ਇੰਗਲਿਸ਼ ਲਿਖਣੀ, ਤੁਸੀਂ ਸੱਚ ਲਿਖੋ ਝੂਠ ਲਿਖੋ ਇਹ ਮੈਟਰ ਨਹੀਂ ਕਰਦਾ, ਇਹ ਦੱਸਿਆ ਜਾਂਦਾ ਆਮ ਤੌਰ ਤੇ। ਪਰ ਮੇਰਾ ਪਰਸਨਲੀ ਮੰਨਣਾ ਕਿ ਜਦੋਂ ਤੁਸੀਂ ਸੱਚ ਲਿਖਦੇ ਆ, ਇੱਕ ਪਹਿਲੀ ਚੀਜ਼ ਤੁਸੀਂ ਲਿਖਦੇ ਬਹੁਤ ਵਧੀਆ, ਦੂਜੀ ਚੀਜ਼ ਸੱਚ ਲਿਖਣ ਬਾਰੇ, ਹੁਣ ਜਦੋਂ ਤੁਸੀਂ ਸੱਚ ਕਿੱਥੋਂ ਲਿਖੋਗੇ, ਤੁਸੀਂ ਕਿਤੇ ਨਾ ਕਿਤੇ ਪੜ੍ਹਿਆ ਹੋਊਗਾ, ਸੁਣਿਆ ਹੋਊਗਾ, ਐਕਸਪੀਰੀਅੰਸ ਕੀਤਾ ਹੋਊਗਾ, ਕੋਈ ਆਪਣਾ ਐਕਸਪੀਰੀਅੰਸ ਹੋਊਗਾ ਜ਼ਿੰਦਗੀ ਦਾ, ਉਹੀ ਸੱਚ ਦੇ ਤੌਰ ਤੇ ਲਿਖੋਗੇ ਨਾ। ਜੋ ਤੁਸੀਂ ਉਹ ਲਿਖੋਗੇ ਤੁਹਾਡੇ ਕੋਲ ਕੰਟੈਂਟ ਦੀ ਕਮੀ ਨਹੀਂ ਆਊਗੀ। ਤੀਜੀ, ਤੁਹਾਨੂੰ ਲਿਖਣ ਦੇ ਵਿੱਚ ਕੌਨਫੀਡੈਂਸ ਬੜਾ ਹੋਊਗਾ, ਤੁਹਾਡੀ ਸਪੀਡ ਬੜੀ ਜ਼ਿਆਦਾ ਹੋਊਗੀ। ਯਾਰ ਇਹ ਗੱਲ ਸੱਚ ਆ। ਜਦੋਂ ਇਹੀ ਗੱਲ ਆਇਲਸ ਸਪੀਕਿੰਗ ਤੇ ਆ ਜਾਂਦੀ ਹੈ, ਜਦੋਂ ਝੂਠ ਮਾਰਨਾ ਹੋਵੇ ਤਾਂ ਸੋਚ ਮਾਰਨਾ ਪੈਂਦਾ, ਜਦੋਂ ਸੱਚ ਬੋਲਣਾ ਹੋਵੇ ਉਦੋਂ ਆਪਾਂ ਮਤਲਬ ਫਟਾਫਟ ਰਗੜ ਦਿੰਦੇ ਆ। ਹੁੰਦਾ ਕੀ ਹੈ ਕਿ ਆਪਾਂ ਸੱਚ ਦੇ ਵਿੱਚ ਪਾਵਰ ਜ਼ਰੂਰ ਆ, ਸੱਚ ਬਹੁਤ ਇੰਪੋਰਟੈਂਟ ਚੀਜ਼ ਆ, ਜ਼ਿੰਦਗੀ ਦੇ ਵਿੱਚ ਵੀ ਜ਼ਰੂਰੀ ਹੈ ਤੇ ਟੈਸਟ ਦੇ ਵਿੱਚ ਵੀ ਜ਼ਰੂਰੀ ਹੈ, ਠੀਕ ਹੈ। ਇਹ ਨਹੀਂ ਹੈਗਾ ਕਿ ਠੀਕ ਹੈ ਤੁਸੀਂ, ਮੈਂ ਮੰਨਦਾ ਕਿ ਜੇ ਆਪਾਂ ਝੂਠ ਵੀ ਲਿਖ ਦਾਂਗੇ ਐਗਜ਼ਾਮੀਨਰ ਨੂੰ ਪਤਾ ਨਹੀਂ ਲੱਗਣਾ ਕਿ ਸੱਚ ਆ ਕਿ ਝੂਠ ਆ, ਪਰ ਕਈ ਵਾਰੀ ਆਪਾਂ ਝੂਠ ਦੇ ਚੱਕਰ ਦੇ ਵਿੱਚ, ਕੁਝ ਵੀ ਲਿਖਣ ਦੇ ਚੱਕਰ ਦੇ ਵਿੱਚ ਆਪਾਂ ਇਹੋ ਜਿਹੀਆਂ ਚੀਜ਼ਾਂ ਲਿਖ ਦਿੰਦੇ ਆ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੁੰਦਾ। ਸਪੈਸ਼ਲੀ ਇਨ ਐਗਜ਼ਾਮਪਲ ਇੱਕ ਇੰਪੋਰਟੈਂਟ ਪਾਰਟ ਆ ਉਸ ਚੀਜ਼ ਦਾ, ਕਿਉਂਕਿ ਐਗਜ਼ਾਮਪਲਸ ਦੇ ਵਿੱਚ ਹੀ ਇਹ ਜ਼ਿਆਦਾਤਰ ਗਲਤੀ ਹੁੰਦੀ ਹੈ ਮੋਸਟਲੀ, ਠੀਕ ਹੈ। ਸੇਮ ਹੁਣ ਦੇਖਦੇ ਟੌਪਿਕ ਨੂੰ, ਹੁਣ ਟੌਪਿਕ ਦੇ ਉੱਪਰ ਆ ਜਾਈਏ। ਸਟਰਕਚਰ ਪਤਾ ਲੱਗ ਗਿਆ ਕੀ ਆ, ਆਪਾਂ ਕਿੱਦਾਂ ਇਹਨੂੰ ਰੱਖਣਾ। ਇੰਟਰੋਡਕਸ਼ਨ BP1 BP2 ਕੰਕਲੂਜਨ, 4 ਪੈਰਾਗ੍ਰਾਫਸ ਬਣਾਵਾਂਗੇ। ਇੱਕ BP ਦੇ ਵਿੱਚ ਆਪਾਂ ਪਹਿਲਾਂ ਸਟੇਟਮੈਂਟ ਦਵਾਂਗੇ, ਹੋ ਸਕਦਾ ਉਹ ਨੈਗੇਟਿਵ ਹੋਵੇ, ਪੋਜ਼ਿਟਿਵ ਹੋਵੇ, ਆਈ ਡੋਂਟ ਕੇਅਰ, ਠੀਕ ਹੈ। ਸਟੇਟਮੈਂਟ ਦੇ ਕੇ ਉਹਦੀ ਰੀਜ਼ਨਿੰਗ ਜ਼ਰੂਰ ਦੇਣੀ ਹੈ। ਰੀਜ਼ਨਿੰਗ ਇਜ਼ ਦੀ ਮੋਸਟ ਇੰਪੋਰਟੈਂਟ ਪਾਰਟ ਆਫ BPs। ਰੀਜ਼ਨਿੰਗ ਹੀ ਥੋੜੀ ਪਾਵਰਫੁਲ ਹੋਣੀ ਚਾਹੀਦੀ ਆ, ਰੀਜ਼ਨਿੰਗ ਜੈਨੂਨ ਹੋਣੀ ਚਾਹੀਦੀ ਹੈ, ਅੰਡਰਸਟੈਂਡੇਬਲ ਹੋਣੀ ਚਾਹੀਦੀ ਹੈ, ਲੌਜੀਕਲ ਹੋਣੀ ਚਾਹੀਦੀ ਹੈ, ਸੋ ਦੈਟ ਕਿ ਐਗਜ਼ਾਮੀਨਰ ਨੂੰ ਲੱਗੇ ਕਿ ਤੁਸੀਂ ਇਹ ਚੀਜ਼ ਮੰਨਦੇ ਵੀ ਆ, ਐਕਚੁਅਲ ਦੇ ਵਿੱਚ ਤੁਸੀਂ ਇਹਨੂੰ ਅਸੈਪਟ ਵੀ ਕਰਦੇ ਆ, ਤੇ ਤੁਹਾਡੇ ਕੋਲ ਇਹਦੇ ਲਈ ਕਾਰਨ ਵੀ ਹੈਗੇ ਆ। ਕਾਰਨ, ਉਦਾਹਰਣ ਕਾਹਦੀ ਦੇਣੀ ਹੁੰਦੀ ਹੈ, ਕਾਰਨ ਦੀ ਦੇਣੀ ਹੁੰਦੀ ਹੈ। ਰੀਜ਼ਨਿੰਗ ਸਟੇਟਮੈਂਟ ਕਾਹਦੀ ਦੇਣੀ ਹੁੰਦੀ ਹੈ, ਕਿਉਂਕਿ ਉਹਦੇ ਲਈ ਰੀਜ਼ਨ ਹੁੰਦਾ। ਹੁਣ ਮੈਂ ਕਹਿੰਦਾ ਕਿ ਬਈ ਮੈਂ ਕੋਈ ਫਾਲਤੂ ਦੀ ਸਟੇਟਮੈਂਟ ਦੇ ਦੇਵਾਂ, ਹੁਣ ਕੋਈ ਪੋਲੀਟੀਸ਼ੀਅਨਸ ਆ ਨਾ, ਉਹ ਕਿ ਐਵੇਂ ਸਟੇਟਮੈਂਟ ਦੇ ਦਿੰਦੇ ਆ ਕਿ ਮੀਡੀਆ ਮੂਰੇ, ਫਿਰ ਜਦੋਂ ਸਟੇਟਮੈਂਟ ਵਾਇਰਲ ਹੋ ਜਾਂਦੀ ਹੈ, ਫਿਰ ਉਹਨੂੰ ਭਾਗ ਕੇ ਪੁੱਛਿਆ ਜਾਂਦਾ ਵੀ ਤੂੰ ਆਹ ਸਟੇਟਮੈਂਟ ਕਿਉਂ ਦਿੱਤੀ, ਪੁੱਛਦੇ ਕਿ ਨਹੀਂ ਪੁੱਛਦੇ। every statement that you give must have a reason and every reasoning that you give must have an example, ਚਾਹੇ ਉਹ ਜ਼ਿੰਦਗੀ ਹੈ, ਚਾਹੇ ਉਹ ਆਇਲਸ ਦਾ ਟੈਸਟ ਹੈ। ਤੁਸੀਂ ਕੋਈ ਵੀ ਸਟੇਟਮੈਂਟ ਦੇ ਰਹੇ ਹੋ, every statement that you give in life must have a reason and every reasoning that you give in life must have an example। ਜੇ ਕਿਸੇ ਨੂੰ ਕੋਈ ਚੀਜ਼ ਚੰਗੀ ਤਰ੍ਹਾਂ ਸਮਝਾਉਣੀ ਹੋਵੇ, ਪਹਿਲਾਂ ਸਟੇਟਮੈਂਟ ਦੇ ਰਹੇ ਹੋ, ਕਿਉਂ ਦੇ ਰਹੇ ਹੋ ਸਟੇਟਮੈਂਟ, ਤੁਹਾਡਾ ਇਹ ਮੰਨਣਾ ਕਿਉਂ ਆ, ਤੁਸੀਂ ਕਿਉਂ ਇਹ ਸੋਚਦੇ ਆ, ਤੁਹਾਡੀ ਇਹ ਸੋਚ ਕਿਉਂ ਬਣ ਗਈ, ਇਹਨੂੰ ਐਕਸਪਲੇਨ ਕਰੋ। ਜਦੋਂ ਤੁਸੀਂ ਐਕਸਪਲੇਨ ਕਰ ਲਿਆ, ਫਿਰ ਉਹ ਬੰਦਾ ਕਹੂਗਾ ਠੀਕ ਹੈ ਯਾਰ ਤੇਰੇ ਵਿਚਾਰ ਤਾਂ ਇਹ ਗੱਲ ਠੀਕ ਆ, ਮੈਂ ਮੰਨਦਾ ਤੇਰੇ ਵਿਚਾਰ ਹੋਣਗੇ, ਤੇਰੇ ਰੀਜ਼ਨਸ ਹੈਗੇ ਆ, ਮੰਨਦਾ ਕਿ ਮੈਂ ਰੀਜ਼ਨਸ ਹੈਗੇ ਆ। ਪਰ ਜਦੋਂ ਆਪਾਂ ਐਗਜ਼ਾਮਪਲ ਦਵਾਂਗੇ, ਉਹ ਆਪਣੀ ਸਰਕਮਸਟਾਂਸ ਨੂੰ ਸਮਝ ਪਾਊਗਾ, ਯਾਰ ਇਹ ਬੰਦਾ ਇਸ ਗੱਲ ਨੂੰ ਮੰਨਦਾ ਤਾਂ ਹੈ, ਠੀਕ ਹੈ, ਇਹਦੇ ਓਪੀਨੀਅਨਸ ਹੈਗੇ ਆ, ਪਰ ਇਹਦੇ ਪਿੱਛੇ ਫੈਕਚੁਅਲ ਨਿਊਜ਼ਸ ਵੀ ਹੈਗੀਆਂ ਜਿਹਨੂੰ ਇਹ ਮੰਨਦਾ। ਜਿਵੇਂ ਤੁਸੀਂ ਸਰਕਮਸਟਾਂਸ ਪਾਤੀ ਕਿ ਜੀ ਮੈਂ, ਜਿਵੇਂ ਹੁਣ ਕੋਈ ਟੌਪਿਕ ਆ ਗਿਆ ਡੌਗਸ ਦੇ ਉੱਪਰ ਆ ਗਿਆ, ਮੈਂ ਕੁੱਤਿਆਂ ਤੋਂ ਦੂਰ ਰਹਿਣਾ, ਤੁਸੀਂ ਸਟੇਟਮੈਂਟ ਹੈ ਜੀ ਮੈਂ ਕੁੱਤਿਆਂ ਤੋਂ ਦੂਰ ਰਹਿਣਾ, ਕਿਉਂ, ਬਿਕੋਜ਼ ਦੇ ਬਾਈਟ ਮੀ ਔਰ ਦੇ ਬਾਈਟ ਐਨੀਵਨ, ਠੀਕ ਹੈ। ਫਿਰ ਫॉर एग्जांपल 2 days बैक ਮੈਨੂੰ ਕਿਸੇ ਕੁੱਤੇ ਨੇ ਵੱਢ ਲਿਆ, ਠੀਕ ਹੈ। ਹੁਣ ਕੀ ਹੋ ਗਿਆ, ਮੇਰਾ ਇੱਕ ਪਰਸਨਲ ਐਕਸਪੀਰੀਅੰਸ ਹੋ ਗਿਆ, ਠੀਕ ਹੈ। ਮੈਨੂੰ ਕਿਸੇ ਕੁੱਤੇ ਨੇ ਵੱਢ ਲਿਆ ਜੀ, ਮੈਂ ਤਾਂ ਨਹੀਂ ਜੀ ਅੱਜ ਤੋਂ ਬਾਅਦ ਕੁੱਤੇ ਦੇ ਨੇੜੇ ਜਾਂਦਾ, ਮੈਂ ਤਾਂ ਜਮਾਂ ਨਹੀਂ ਜਾ ਸਕਦਾ, ਠੀਕ ਹੈ। ਆਪਾਂ ਆਪਦੇ ਹਾਲਾਤ ਦੱਸਦੇ, ਠੀਕ ਹੈ। ਉਹਨੂੰ ਪਤਾ ਲੱਗ ਗਿਆ ਯਾਰ ਇਹ ਕੁੱਤਿਆਂ ਨੂੰ ਨਫ਼ਰਤ ਤਾਂ ਕਰਦਾ ਕਿਉਂਕਿ ਇਹਦੇ ਕੋਲ ਕਾਰਨ ਆ, ਇਹਨੂੰ ਇਹਦਾ ਕਾਰਨ ਇਹ ਹੈ ਕਿ ਉਹ ਵੱਢ ਲੈਂਦੇ ਆ, ਤੇ ਇਹਦਾ ਬਿਲੀਫ ਇਸ ਕਾਰਨ ਦੇ ਉੱਤੇ ਤਾਂ ਇੰਨਾ ਜ਼ਿਆਦਾ ਹੈ ਕਿਉਂਕਿ ਇਹਦੇ ਨਾਲ ਹੋਇਆ ਕਿ ਆਪਾਂ ਐਗਜ਼ਾਮਪਲ ਦੇ ਦਿੱਤੀ, ਠੀਕ ਹੈ। ਇਦਾਂ, ਠੀਕ ਹੈ। ਹੁਣ ਫॉर एग्जांपल ਜਰਨਲੀ ਗੱਲ ਕਰਦੇ ਆ, ਜਰਨਲੀ ਇੱਕ ਆਪਾਂ ਗੱਲ ਕਰਦੇ ਆ, ਹੁਣ ਆਪਾਂ ਕੁੱਤੇ ਦੀ ਗੱਲ ਹੀ ਕਰ ਲੈਂਦੇ ਆ, ਠੀਕ ਹੈ, ਜਾਂ ਸੱਪ ਦੀ ਗੱਲ ਕਰ ਲੈਂਦੇ ਆ। ਹਨਾ, ਇੱਕ ਘਰ ਦੇ ਵਿੱਚ ਗੱਲ ਚੱਲਦੀ ਹੈ, ਸੱਪ ਨੂੰ, ਸਾਡਾ ਘਰ ਖੇਤਾਂ 'ਚ ਨਾ ਸੱਪ ਬਹੁਤ ਜ਼ਿਆਦਾ ਆਮ ਹੀ, ਅਸੀਂ ਮਤਲਬ ਪਲੇ ਸੱਪਾਂ ਦੇ ਵਿੱਚ ਇੱਕ ਹਿਸਾਬ ਨਾਲ ਕਿ ਆਮ ਹੀ ਆਉਂਦੇ ਰਹਿੰਦੇ ਸਾਡੇ, ਠੀਕ ਹੈ। ਤਾਂ ਗੱਲ ਚੱਲਦੀ ਹੁੰਦੀ ਕਿ ਸੱਪਾਂ ਤੋਂ ਦੂਰ ਰਹੋ, ਰਾਤ ਨੂੰ ਪੈਰ ਦੇਖ ਕੇ, ਜਗ੍ਹਾ ਦੇਖ ਕੇ ਲੈਟ ਮਾਰ ਕੇ ਚੱਲੋ, ਇੱਕ ਸਟੇਟਮੈਂਟ। ਹੁਣ ਕਿਉਂ ਸਟੇਟਮੈਂਟ ਹੈ, ਕਿਉਂਕਿ ਰਾਤ ਨੂੰ ਤੁਹਾਡੇ ਪੈਰਾਂ ਥੱਲੇ ਸੱਪ ਵੀ ਆ ਸਕਦਾ ਹੈ, ਠੀਕ ਹੈ। ਰੀਜ਼ਨਿੰਗ ਸਟੇਟਮੈਂਟ ਦਿੱਤੀ, ਰਾਤ ਨੂੰ ਲੈਟ ਮਾਰ ਕੇ ਚੱਲੋ, ਸਟੇਟਮੈਂਟ ਦਿੱਤੀ, ਅਗਲਾ ਕਹਿੰਦਾ ਐਵੇਂ ਲੈਟ ਮਾਰ ਕੇ ਚਲੋ, ਬੇਵਕੂਫ, ਗੱਲ ਤਾਂ ਦੱਸ ਕਾਹਤੋਂ। ਫਿਰ ਆਪਾਂ ਰੀਜ਼ਨ ਦਿੱਤੀ, ਕਿਉਂਕਿ ਰਾਤ ਨੂੰ ਤੁਹਾਡੇ ਪੈਰਾਂ ਥੱਲੇ ਸੱਪ ਵੀ ਆ ਸਕਦਾ, ਜੇ ਸੱਪ ਪੈਰਾਂ ਥੱਲੇ ਆ ਗਿਆ ਉਹਨੇ ਤੁਹਾਨੂੰ ਮਾਰਨਾ ਡੰਗ। ਰੀਜ਼ਨਿੰਗ ਐਗਜ਼ਾਮਪਲ, ਜਿਵੇਂ ਕਿ ਉਹਨਾਂ ਦੇ ਮੁੰਡੇ ਨਾਲ ਹੋਇਆ ਸੀ, ਉਹ ਆਈ ਰਾਤ ਨੂੰ ਤੁਰਿਆ ਗਿਆ,
ਉਹਦੇ ਪੈਰ ਤੇ ਸੱਪ ਨੇ ਡੰਗ ਮਾਰਿਆ ਤੇ ਉਹ ਬਚਿਆ ਨਹੀਂ, ਠੀਕ ਹੈ, ਫਿਰ ਉਹ ਬਚਿਆ ਨਹੀਂ, ਠੀਕ ਹੈ। ਇਦਾਂ ਆਪਾਂ ਉਹ ਚੀਜ਼ ਕਰਦੇ। ਹੁਣ ਇਹ ਹੈਗਾ ਟਾਸਕ ਰਿਸਪੌਂਸ, ਕਿ ਉਹਨੇ ਸਟੇਟਮੈਂਟ ਦਿੱਤੀ, ਉਹਨੂੰ ਸਮਝਾਇਆ, ਉਹਨੂੰ ਐਕਸਪਲੇਨ ਕੀਤਾ, ਠੀਕ ਹੈ। ਹੁਣ ਆਊਟ ਆਫ ਟਾਸਕ ਜਾਣਾ ਕਿਹਨੂੰ ਕਹਿੰਦੇ? ਫਿਰ ਇੱਕ ਬੁੜੀ ਆਉਂਦੀ ਉਸੇ ਗੱਲ ਦੇ ਵਿੱਚ, ਉਹ ਕਹਿੰਦੀ ਲੈ ਉੱਥੇ ਬਾਬਾ ਹੈਗਾ, ਤੂੰ ਧੌਲਾ ਪਵਾ ਲੈਣਾ ਸੀ। ਪਾਉਂਦੇ ਆ ਲੋਕ ਅੱਜ ਕੱਲ, ਇਹ ਚੀਜ਼ਾਂ ਚੱਲਦੀਆਂ, ਠੀਕ ਹੈ, ਪਹਿਲਾਂ ਵੀ ਚੱਲਦੀਆਂ ਨੇ। ਉਹ ਆਊਟ ਆਫ ਟਾਸਕ ਆ ਗਈ। ਗੱਲ ਤਾਂ ਪ੍ਰੀਕਾਸ਼ਨ ਦੀ ਹੋ ਰਹੀ ਹੈ, ਉਹ ਉਸੇ ਟੌਪਿਕ ਹੈ ਤਾਂ ਟੌਪਿਕ ਦੇ ਰਿਲੇਟਡ ਸੱਪ ਵੱਢ ਕੇ ਧੌਲਾ ਪਾਉਣਗੇ ਨਾ, ਵਟ ਐਵਰ ਜੋ ਵੀ ਹੁੰਦਾ, ਮੈਨੂੰ ਪਤਾ ਨਹੀਂ, ਆਈ ਡੋਂਟ ਬਿਲੀਵ ਇਨ ਐਨੀਥਿੰਗ ਐਸ ਸੱਚ, ਬਟ ਮੈਂ ਸਿਰਫ ਐਗਜ਼ਾਮਪਲ ਦਿੰਦਾ ਜੋ ਮੈਂ ਸੁਣਦਾ ਆਮ ਤੌਰ ਤੇ, ਆਪਾਂ ਸੁਣਦੇ ਆਮ ਤੌਰ ਤੇ, ਉਹ ਕਹਿੰਦੇ ਤੁਸੀਂ ਧੌਲਾ ਪਵਾ ਲੈਣਾ ਸੀ। ਹੁਣ ਧੌਲਾ ਪਾਉਣਾ ਆਪਣਾ ਟੌਪਿਕ ਨਹੀਂ ਹੈਗਾ, ਪਰ ਇਟ ਇਜ਼ ਰਿਲੇਟਡ ਟੂ ਸਨੇਕ ਬਾਈਟਿੰਗ, ਸੱਪ ਦੇ ਡੰਗ ਮਾਰਨ ਦੇ ਨਾਲ ਰਿਲੇਟਡ ਜ਼ਰੂਰ ਆ, ਠੀਕ ਹੈ। ਹੁਣ ਆਪਾਂ ਕਹਾਂਗੇ ਸਾਰੇ ਟਾਸਕ ਰਿਸਪੌਂਸ ਤਾਂ ਗਲਤ ਨਹੀਂ ਹੋਇਆ, ਆਪਣਾ ਟੌਪਿਕ ਸੀ, ਸਟੇਟਮੈਂਟ ਕਾਹਦੀ ਦਿੱਤੀ ਸੀ? ਪ੍ਰੀਕਾਸ਼ਨ ਲੈਣ ਦੀ, ਪੈਰ ਬਚਾ ਕੇ ਚੱਲੋ, ਆਪਦਾ ਰਾਹ ਬਚਾ ਕੇ ਵੇਖ ਕੇ ਚੱਲੋ, ਠੀਕ ਹੈ। ਸਟੇਟਮੈਂਟ ਜਿਹੜੇ ਟੌਪਿਕ ਦੀ ਹੈ ਉਸੇ ਟੌਪਿਕ ਬਾਰੇ ਰੀਜ਼ਨਿੰਗ ਹੋਊਗੀ, ਉਸੇ ਟੌਪਿਕ ਬਾਰੇ ਐਗਜ਼ਾਮਪਲ ਹੋਊਗੀ। देयर इज नो सोल्यूशन, थोड़ा पाना इज अ सोल्यूशन, मतलब एग्जांपल देती फिर थोड़ा पाना कहता, ठीक है, वट एवर, बट दैट इज आउट ऑफ टास्क, चाहे वो स्नेक बाइटिंग दे रिलेटेड ही क्यों नहीं। अपना टॉपिक जिहदे बारे आप स्टेटमेंट दी है, दैट इज द एग्जैक्ट थिंग दैट वी हैव टू एक्सप्लेन, एंड दैट इज द एग्जैक्ट थिंग दैट वी हैव टू गिव एग्जांपल। समझने की कोशिश करा करो, ठीक है। BP2 ਦੇ ਵਿੱਚ ਅਗੇਨ ਸੇਮ ਚੀਜ਼, ਸਟੇਟਮੈਂਟ ਦੋ, ਉਹਦੀ ਰੀਜ਼ਨਿੰਗ ਦੋ, ਐਗਜ਼ਾਮਪਲ ਦੋ, ਮੇ ਬੀ ਦੈਟ ਸਟੇਟਮੈਂਟ ਕੈਨ ਬੀ ਆਪੋਜ਼ਿਟ ਆਫ ਦੀ ਫਰਸਟ BP, ਦੈਟ ਕੈਨ ਬੀ ਇਨ ਦੀ ਸਪੋਰਟ ਆਫ ਦੀ ਫਰਸਟ BP। ਹੁਣ ਹੋ ਸਕਦਾ ਕਿ ਤੁਸੀਂ ਵਰਕ ਸਟੱਡੀ ਨੂੰ ਪੋਜ਼ਿਟਿਵ ਵੀ ਮੰਨਦੇ ਆ ਤੇ ਵਰਕ ਸਟੱਡੀ ਨੂੰ ਕੰਪਿਊਟਰ ਡਿਵੈਲਪਮੈਂਟ ਦੇ ਨਾਲ ਜਿਹੜਾ ਘਰਾਂ ਦੇ ਵਿੱਚ ਲੋਕ ਬੈਠ ਕੇ ਕਰਦੇ ਉਹਨੂੰ ਨੈਗੇਟਿਵ ਵੀ ਮੰਨਦੇ ਆ। ਤਾਂ ਵਰਕ ਐਂਡ ਸਟੱਡੀ ਦੋਨਾਂ ਦੀ ਸਟੇਟਮੈਂਟ, ਦੋਨਾਂ ਦੀ ਰੀਜ਼ਨਿੰਗ, ਦੋਨਾਂ ਦੀ ਐਗਜ਼ਾਮਪਲ ਤੁਸੀਂ ਦੇਣੀ ਆ BP1 ਦੇ ਵਿੱਚ ਐਜ਼ ਪੋਜ਼ਿਟਿਵ ਡਿਵੈਲਪਮੈਂਟ, ਤੇ ਵਰਕ ਸਟੱਡੀ ਹਾउ कर बैठे कितना एक नेगेटिव डेवलपमेंट आ, दोनों की स्टेटमेंट, दोनों की रीजनिंग, दोनों की एग्जांपल BP2 दे विच। इफ यू थिंक दैट दिस इज इक्वली पॉजिटिव एंड नेगेटिव डेवलपमेंट, एक किते ना किते पॉजिटिव भी है ते किते किते नेगेटिव भी है। हाँ, जे तुहाडा ऐसे वन साइडेड आ, फिर तुसीं जे तुहाडे कोल पॉइंट बहुत ज़्यादा आ कि मैं इस नेगेटिव ही मानता, मैं तो बहुत गलत लगता काम ये, तुहाडे कोल बहुत ज़्यादा पॉइंट आ इहदे लई, ठीक है, तुसीं उन्हां पॉइंट्स नूं जे 4 पॉइंट आ तो 2 डिवाइड कर दो, जे 2 पॉइंट आ तो एक उपरले चेक थल्ले दे विच, ईदर दैट कैन बी ओनली पॉजिटिव और ईदर दैट कैन बी ओनली नेगेटिव, दोनों चीज़ों के विच। हुण आपां टॉपिक की गल करते हैं, सिंपल स्ट्रक्चर पता लग गया, टास्क रिस्पॉन्स, ग्रामर एंड योर ऑर्गेनाइजेशन, ये सही करके अज का टास्क तुसीं लिखना। उस तो बाद टॉपिक की है, टॉपिक कहता है मोर एंड मोर पीपल, ज्यादा तो ज्यादा लोग, ज्यादा तो ज्यादा लोग वर्क एट होम, अज की डेट दे विच घरे काम करते हैं, घरे काम करते हैं, कर रहे हैं या कर लग गए, वट एवर, एंड स्टडी एट होम, मतलब पढ़ाई भी घरे करते हैं। ज्यादा तो ज्यादा लोग काम अज घरे करते हैं, पढ़ाई भी घरे करते, विद द डिवेलपमेंट ऑफ कंप्यूटर टेक्नोलॉजी, कंप्यूटर टेक्नोलॉजी की डिवेलपमेंट के नाल एक साइंटिफिक, एक लॉजिकल, एक फॉर्मूला वाइज एक डिवेलपमेंट हुई है, कादी कंप्यूटर टेक्नोलॉजी की। आ चीज कंप्यूटर टेक्नोलॉजी ਨੂੰ ਇੱਕ बेस रख के ही सारियां गल्लां कीतियां जाणियां इस टॉपिक ਦੇ ਵਿੱਚ। ਇਹ नहीं कि कल्ले वर्क करे ਜਿਹੜਾ लोग काम करते हैं या स्टडी करते हैं उन्हां बारे ਆਪਾਂ ਗੱਲ करी जाइए तो कंप्यूटर ते आइए ही ना। हर चीज का बेसिस कंप्यूटर डिवेलपमेंट होगा, हर स्टेटमेंट का बेसिस कंप्यूटर डिवेलपमेंट होगा, हर रीजनिंग का बेसिस कंप्यूटर डिवेलपमेंट होगा, हर एग्जाम्पल का बेसिस कंप्यूटर डिवेलपमेंट होगा। हुण आपां ਜਦੋਂ ਇਹਦੀ ਆਈਡੀਆਜ਼ ਸੋਚਣੇ ਹੁੰਦੇ ਆ, ਆਈਡੀਆਜ਼ ਕਿੱਦਾਂ ਸੋਚੀਦੇ ਆ, ਆਈਡੀਆਜ਼ ਸੋਚਣ ਵਾਸਤੇ ਆਪਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਆਪਾਂ ਸੋਚਣਾ ਕੀ ਆ। ਆਪਾਂ ਸੋਚਦੇ ਕੰਪਿਊਟਰ ਡਿਵੈਲਪਮੈਂਟ, ਅੱਛਾ ਕੀ ਹੁੰਦਾ ਕੀ ਨਹੀਂ ਹੁੰਦਾ, ਨੋ, ਆਪਾਂ ਸਿੱਧਾ ਪੁਆਇੰਟ ਦੇ ਉੱਤੇ ਆਉਣਾ। ਆਪਾਂ ਦੇਖਣਾ ਦੋ ਕੁਐਸਚਨ ਆ, ਪੋਜ਼ਿਟਿਵ ਔਰ ਨੈਗੇਟਿਵ। ਹੁਣ ਪੋਜ਼ਿਟਿਵ ਕੀ ਆ, ਕਿੱਦਾਂ ਘਰਾਂ 'ਚ ਕੰਮ ਕਰਨ ਨਾਲ ਜਾਂ ਘਰ ਦੇ ਵਿੱਚ ਪੜ੍ਹਾਈ ਕਰਨ ਨਾਲ ਕਿੱਦਾਂ ਇਹ ਇੱਕ ਪੋਜ਼ਿਟਿਵ ਆਊਟਕਮ ਆ, ਜਾਂ ਕਿੱਦਾਂ ਇੱਕ ਪੋਜ਼ਿਟਿਵ ਡਿਵੈਲਪਮੈਂਟ ਆ, ਕਿੱਦਾਂ ਇੱਕ ਪੋਜ਼ਿਟਿਵ ਗਰੋਥ ਹੈ, ਇਹਨੂੰ ਆਪਾਂ ਫਿਗਰ ਆਊਟ ਕਰਨਾ ਕਿੱਦਾਂ ਹੈਗੀ ਆ। ਕੰਮ ਦੀ ਗੱਲ ਕਰੀਏ ਪਹਿਲਾਂ, ਜਦੋਂ ਲੋਕ ਆਪਦੇ ਘਰਾਂ ਦੇ ਵਿੱਚ ਕੰਮ ਕਰਦੇ ਆ ਤਾਂ ਕਿੱਦਾਂ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੁੰਦੀ ਹੈ, ਕੋਈ ਦੱਸ ਸਕਦਾ ਕਿੱਦਾਂ, ਹਾਊ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ? ਤੁਸੀਂ ਕਹਿ ਸਕਦੇ ਆ ਟਾਈਮ ਸੇਵਿੰਗ, ਕਾਸਟ ਸੇਵਿੰਗ। टाइम कितना सेव होंगे, हुण बंदा जिहड़ा सवेरे इत्थे ऑफिस आउणा, ट्रैवल नहीं करना पैना, ठीक है, नहाउणा नहीं पैना, कपड़े नहीं पाने पैने, तैयार नहीं होना पैना, ये मुंडे जिहड़े सरदार आ पग्गां नहीं बन्नणियां पैणियां, उठे लवेटिया सफा लैपटॉप खोलिया बैड ते पे पे, चलो मम्मी नूं आवाज़ मारती, चाह लिया दो जी, चलना हो गया काम शुरू, ठीक है। इफ इट इज़ पॉसीबल, पॉसीबल क्यों होगा, क्योंकि उत्थे हत्थ दे विच लैपटॉप होगा या कंप्यूटर होगा।
ਕੰਪਿਊਟਰ ਦੀ ਡਿਵੈਲਪਮੈਂਟ ਕਰਕੇ ਹੀ ਉਹ ਚੀਜ਼ ਪੋਸੀਬਲ ਆ। ਮੈਂ ਅਕਸਰ ਦੇਖਦਾ, ਮੈਂ ਇੱਕ ਵੀਡੀਓ ਵੀ ਦੇਖ ਰਿਹਾ ਸੀ, ਉਹ ਬੰਦਾ ਉੱਪਰੋਂ ਕੋਟ ਪੈਂਟ ਟਾਈਪ ਪੂਰਾ ਐਨ ਉਹਨੇ ਆਦੇ ਵਾਲ ਖੜੇ ਕਰ ਲਏ, ਥੱਲੇ ਉਹ ਉਹਦਾ ਸ਼ਾਰਟਸ ਦੇ ਵਿੱਚ ਹੀ ਬੈਠਾ ਸੀ, ਠੀਕ ਹੈ, ਸ਼ਾਰਟਸ ਦੇ ਵਿੱਚ ਬੈਠਾ ਸੀਗਾ, ਤੇ ਕੁਦਰਤੀ ਉਹਦਾ ਕੋਈ ਜਵਾਕ ਆ ਕੇ ਉਹਨੇ ਪਤਾ ਨਹੀਂ ਕੀ ਲਾਈਟ ਲੂਟ ਬੰਦ ਕਰਤੀ, ਉਹ ਕਹਿੰਦਾ ਸੌਰੀ ਸਰ, ਉਹਨੂੰ ਪਤਾ ਹੀ ਨਹੀਂ, ਉਹ ਭੁਲੇਖਾ ਇੰਨਾ ਸੀ, ਮੀਟਿੰਗ ਚੱਲਦੀ ਸੀ, ਉੱਠ ਕੇ ਲਾਈਟ ਬੰਦ ਕਰਨ ਚਲਾ ਗਿਆ, ਠੀਕ ਹੈ। ਉਹਦਾ ਬੌਸ ਉਹਦੇ ਸਾਹਮਣੇ ਮੀਟਿੰਗ ਦੇ ਵਿੱਚ ਉਹ ਕਹਿੰਦਾ ਜੌਨ ਨਾਈਸ ਸ਼ਾਰਟਸ ਮੈਨ, ਠੀਕ ਹੈ, ਉਹ ਕਹਿੰਦਾ ਆਮ ਸੌਰੀ। ਹੁੰਦਾ ਕੀ ਹੈ ਕਿ ਆਪਾਂ ਕੰਫਰਟੇਬਲ ਹੋ ਜਾਂਦੇ ਸਿਚੁਏਸ਼ਨ। ਉਹ ਨੈਗੇਟਿਵਸ ਵੀ ਹੈਗੇ, ਉਹਦੇ ਕੁਝ ਨੈਗੇਟਿਵਸ ਵੀ ਹੈਗੇ ਆ। ਕੋਵਿਡ ਤੋਂ ਬਾਅਦ ਮੈਂ ਪਰਸਨਲੀ ਇਸ ਕੰਪਨੀ ਵਿੱਚ ਵੀ ਫੀਲ ਕੀਤਾ ਕਿ ਕੋਰੋਨਾ ਤੋਂ ਬਾਅਦ ਜਿਹੜੀ ਹਾਇਰਿੰਗ ਆ, ਕਿਸੇ ਨੂੰ ਹਾਇਰ ਕਰਨਾ ਬੜਾ ਔਖਾ ਹੋ ਗਿਆ, ਇੰਪਲੋਈਜ਼ ਲੱਭਣੇ ਬੜੇ ਔਖੇ ਹੋ ਗਏ। ਹੁਣ ਆਪਾਂ ਕਹਿੰਦੇ ਯਾਰ ਬੇਰੁਜ਼ਗਾਰੀ ਤੋਂ ਵਧੀਆ ਇੰਪਲੋਈ ਤੋਂ ਫਿਰ ਜਿਹਨੂੰ ਮਰਜ਼ੀ ਚੱਕ ਲਓ, ਨਹੀਂ, ਇੰਪਲੋਈ ਬਹੁਤ ਆ, ਕੁਆਲਿਟੀ ਇੰਪਲੋਈਜ਼ ਨਹੀਂ ਹੈਗੇ, ਕੁਆਲਿਟੀ ਇੰਪਲੋਈਜ਼ ਨਹੀਂ, ਕਿਉਂਕਿ ਸਾਰੇ ਲੇਜ਼ੀ ਹੋ ਗਏ। ਉਸ ਤੋਂ ਬਾਅਦ ਘਰਾਂ 'ਚ ਰਹਿਣਾ ਗਿੱਝ ਗਏ, ਉੱਥੇ ਹੀ ਲੇਟ ਆਉਣਾ ਗਿੱਝ ਗਏ, ਠੀਕ ਆ, ਪਤਾ ਹੀ ਨਹੀਂ ਟਾਈਮ ਤੇ ਆਉਣਾ ਕੀ ਹੁੰਦਾ, ਸਟ੍ਰਿਕਟਨੈਸ ਕੀ ਹੁੰਦੀ ਆ, ਮਿਹਨਤ ਕੀ ਹੁੰਦੀ ਆ, ਲੋਕਾਂ ਦਾ ਇਹ ਚੀਜ਼ ਘਟ ਗਈ, ਠੀਕ ਹੈ, ਲੋਕਾਂ 'ਚ ਇਹ ਚੀਜ਼ ਘਟ ਗਈ। ਸਾਡੇ 'ਚ ਵਧੀਆ, ਕਿਉਂਕਿ ਅਸੀਂ ਕੋਵਿਡ ਦੇ ਵਿੱਚ ਵੀ ਵੱਧ ਜ਼ੋਰ ਲਾਇਆ, ਸਾਨੂੰ ਹੋਰ ਜ਼ਿਆਦਾ ਜ਼ੋਰ ਲਾਉਣਾ ਪਿਆ। ਕਿਸੇ 'ਚ ਵਧੀਆ, ਕਿਸੇ 'ਚ ਘਟੀਆ। ਜਿਨ੍ਹਾਂ ਨੂੰ ਕੋਵਿਡ 'ਚ ਮਿਹਨਤ ਵਧਾਉਣੀ ਪਈ, ਉਹ ਹੋਰ ਐਕਟਿਵ ਹੋ ਗਏ, ਜਿਹੜੇ ਘਰਾਂ 'ਚ ਬਹਿ ਗਏ ਉਹ ਹੋਰ ਡਾਊਨ ਚਲੇ ਗਏ। ਦੈਟ ਇਜ਼ ਵਾਈ ਜਿਹੜੀ ਅੱਜ ਦੀ ਡੇਟ ਮੈਨੂਅਲ ਲੇਬਰ ਹੋ ਗਈ, ਅੱਜ ਦੀ ਡੇਟ ਲੇਬਰ ਦੀ ਸ਼ਾਰਟੇਜ ਹੈ ਕਿਉਂ ਇੰਡੀਆ ਵਿੱਚ? 150 ਕਰੋੜ ਦੀ ਆਬਾਦੀ ਹੈ, ਲੇਬਰ ਨਹੀਂ ਲੱਭਦੀ ਪਿੰਡਾਂ ਦੇ ਵਿੱਚ। ਜਦੋਂ ਝੋਨਾ ਲਾਉਣਾ ਸੀ ਕਿੰਨੀ ਕਮੀ ਸੀ, ਹੁਣ ਕਿੰਨੀ ਕਮੀ ਹੈ ਲੇਬਰ ਦੀ, ਠੀਕ ਹੈ। ਮਤਲਬ ਹੁੰਦਾ ਕਿ ਲੇਬਰ ਦੀ ਕਮੀ ਹੈ ਕਿਉਂ? ਜਦੋਂ ਇੰਨੀ ਆਬਾਦੀ ਆ, ਇੰਨੇ ਵਿਹਲੇ ਲੋਕ ਆ, ਲੇਬਰ ਦੀ ਕਮੀ ਕਿਉਂ ਆ? ਕਿਉਂਕਿ ਇਹ ਨਹੀਂ ਹੈਗਾ ਕਿ ਲੋਕ ਨਹੀਂ ਵਿਹਲੇ, ਲੋਕ ਬਹੁਤ ਵਿਹਲੇ ਆ, ਪਰ ਲੇਬਰ ਦਾ ਕੰਮ ਕਰਨ ਨੂੰ ਕੋਈ ਤਿਆਰ ਨਹੀਂ, ਲੋਕ ਲੇਜ਼ੀ ਹੋ ਗਏ। ਇਹ ਇਹਦੇ ਨੈਗੇਟਿਵ ਡਿਵੈਲਪਮੈਂਟਸ ਵੀ ਹੈਗੀਆਂ ਕਿਤੇ ਨਾ ਕਿਤੇ, ਅੰਡਰਸਟੈਂਡ ਕਰਨ ਦੀ ਲੋੜ ਆ। ਵਾਟ ਆਰ ਪੋਜ਼ਿਟਿਵਸ ਇਨ ਟਰਮਸ ਆਫ ਵਰਕ ਐਂਡ ਇੰਪਲੋਇਮੈਂਟ। ਇਹ ਚੀਜ਼ ਆ ਪਹਿਲੀ, ਵਰਕ ਇੰਪਲੋਇਮੈਂਟ, ਵਨ ਐਂਡ ਦ ਸੇਮ ਥਿੰਗ। ਕੰਮ ਕਰਨ ਦੇ ਤੇ ਇੰਪਲੋਇਮੈਂਟ ਦੇ ਚੱਕਰ ਦੇ ਵਿੱਚ ਕੀ ਪੋਜ਼ਿਟਿਵ ਆ ਤੇ ਕੀ ਨੈਗੇਟਿਵ ਆ। ਸੈਕੰਡ ਇਜ਼ ਯੋਰ ਐਜੂਕੇਸ਼ਨ, ਸਟੱਡੀ। ਪੜ੍ਹਾਈ ਦੇ ਮਾਮਲੇ 'ਚ ਕੀ ਪੋਜ਼ਿਟਿਵ ਆ, ਕੀ ਨੈਗੇਟਿਵ ਆ? ਨੌਲੇਜ ਤਾਂ ਪੜ੍ਹਾਈ 'ਚ ਲੈਣਗੇ ਹੀ, ਬਟ ਸਰ ਆਪਾਂ ਕਹਿ ਸਕਦੇ ਹਾਂ ਨਾ ਕਿ ਕਰੋਨਾ ਟਾਈਮ ਦੇ ਵਿੱਚ ਮਤਲਬ ਕਿ ਸਕੂਲਸ ਵਗੈਰਾ ਬੰਦ ਸੀਗੇ, ਤੇ ਉਹ ਮਤਲਬ ਕਿ ਆਨਲਾਈਨ ਜ਼ੂਮ ਮੀਟਿੰਗ ਤੇ ਆਪਣੀ ਮਤਲਬ ਸਟੱਡੀ ਵਗੈਰਾ ਕਰਦੇ ਸੀਗੇ। ਅਗਰ ਮਤਲਬ ਕਿ ਕੋਈ ਟੀਚਰ ਅਵੇਲੇਬਲ ਨਹੀਂ ਹੁੰਦਾ ਸੀਗਾ ਤੇ ਉਹ ਆਨਲਾਈਨ ਸਰਚ ਵਗੈਰਾ ਕਰਕੇ ਆਪਣੀ ਮਤਲਬ। ਹੁਣ ਇੱਥੇ ਸਮਝਣ ਦੀ ਲੋੜ ਆ ਕਿ ਆਨਲਾਈਨ ਐਜੂਕੇਸ਼ਨ ਕੈਨ ਬੈਨੀਫਿਟ ਦੀ ਵਰਲਡ ਇਨ ਅ ਪੋਜ਼ਿਟਿਵ ਮੈਨਰ। ਇਦਾਂ ਤੁਸੀਂ ਲਾਈਨਸ ਯੂਜ਼ ਕਰਨੀਆਂ। ਆਨਲਾਈਨ ਐਜੂਕੇਸ਼ਨ ਕੈਨ benefit the world in terms of saving children's time। children's ਕਿਉਂ use ਕਰ ਰਹੇ ਹਾਂ? ਕੋਈ children is a plural, ਆਪਾਂ children ਨੂੰ ਸੰਬੋਧਨ ਕਰਕੇ ਕਹਿ ਰਹੇ ਹਾਂ, children's time, and it may be much easier way to educate people or educate children or educate kids। ਕਿਉਂ easier ਆ? ਠੀਕ ਹੈ, ਟੀਚਰ ਆਉਂਦਾ, ਟੀਚਰ ਨੂੰ ਵੀ ਔਖਾ ਹੁੰਦਾ। ਟੀਚਰ ਕੀ ਕਰਦਾ? ਪਹਿਲਾਂ ਕੀ ਹੁੰਦਾ ਸੀ ਮੈਂ ਤੁਹਾਨੂੰ ਦੱਸਦਾ। ਕੋਵਿਡ ਤੋਂ ਪਹਿਲਾਂ ਕੀ ਮਾਮਲਾ ਸੀਗਾ? ਉਹ ਮਾਮਲਾ, ਇਹ ਟੌਪਿਕ ਵੀ ਤਾਂ ਹੀ ਆਇਆ ਕਿਉਂਕਿ ਕੋਵਿਡ ਆ ਗਿਆ, ਠੀਕ ਹੈ। ਹੁਣ ਕੀ ਪਹਿਲਾ ਮਾਮਲਾ ਸੀ? ਹੁਣ ਜਦੋਂ ਤੁਸੀਂ ਤਾਂ ਚਲੋ ਸਿਆਣੇ ਬਿਆਣੇ ਆ, ਹੁਣ ਉਮਰਾਂ ਤੁਹਾਡੀਆਂ ਉਹੋ ਜਿਹੀਆਂ ਹੋ ਗਈਆਂ। ਜਦੋਂ ਸਕੂਲ ਦੇ ਵਿੱਚ, ਮੈਂ ਵੀ ਸਕੂਲ ਦੇ ਵਿੱਚ ਟੀਚ ਕੀਤਾ, ਮੇਰਾ ਸਭ ਤੋਂ ਵੱਡਾ ਮਸਲਾ ਹੁੰਦਾ ਸੀ ਪਹਿਲਾਂ ਕਲਾਸ 'ਚ ਵੜ ਕੇ ਪਹਿਲਾਂ ਬੱਚਿਆਂ ਨੂੰ ਚੁੱਪ ਕਿਵੇਂ ਕਰਾਉਣਾ, ਠੀਕ ਹੈ। ਇੱਕ ਮਸਲਾ ਸੀ ਬਹੁਤ ਵੱਡਾ ਕਿ ਬੱਚਿਆਂ ਨੂੰ ਚੁੱਪ ਕਿਵੇਂ ਕਰਾਇਆ ਜਾਊਗਾ, ਠੀਕ ਹੈ। ਮੈਂ ਇੰਗਲਿਸ਼ ਟੀਚ ਕਰਦਾ ਸੀ ਸਕੂਲ ਦੇ ਵਿੱਚ, ਤੇ ਚਾਹੇ ਉਹ +2 ਵਾਲੇ ਬੱਚੇ ਹੋਣ, ਚਾਹੇ ਉਹ 11ਵੀਂ ਵਾਲੇ ਬੱਚੇ ਹੋਣ, ਮੈਂ ਜਦੋਂ ਵੀ ਉਹ ਚੀਜ਼ ਨੂੰ ਦੇਖਣਾ, ਬੱਚਿਆਂ ਨੇ ਰੌਲਾ ਹੀ ਪਾਈ ਜਾਣਾ, ਰੌਲਾ ਹੀ ਪਾਈ ਜਾਣਾ, ਰੌਲਾ ਹੀ ਪਾਈ ਜਾਣਾ, ਰੌਲਾ ਹੀ ਪਾਈ ਜਾਣਾ। ਪਹਿਲਾਂ ਉਹਨੂੰ ਚੁੱਪ ਹੀ ਮਸਾ ਕਰਾਉਂਦੇ ਸੀ, ਠੀਕ ਹੈ। ਫਿਰ ਉਸ ਤੋਂ ਬਾਅਦ ਕੋਈ ਪੜ੍ਹਾਈ ਦੀ ਗੱਲ ਕਰਦੇ ਸੀ, ਠੀਕ ਹੈ। ਇਹ ਇੱਕ ਪ੍ਰੋਬਲਮ ਸੀ। ਹੁਣ ਕੀ ਹੈ? ਬੱਚਾ ਬੋਲਦਾ, ਚੱਲ ਮਿਊਟ, ਦੁਬਾਰਾ ਅਨਮਿਊਟ ਕਰਕੇ ਦੁਬਾਰਾ ਬੋਲੂਗਾ, ਚਲੋ ਬਾਹਰ ਕੱਢਣਾ ਵੀ ਸੌਖਾ, ਮਿਊਟ ਕਰਨਾ ਵੀ ਸੌਖਾ। ਬੋਲੀ ਚੱਲ, ਚੀਕਾਂ ਮਾਰੀ ਚੱਲ, ਮੇਰੇ ਵੱਲ ਭੰਗੜਾ ਪਾਈ ਚੱਲ, ਆਈ ਡੋਂਟ ਕੇਅਰ। ਮੈਂ ਆਪਦਾ ਲੈਕਚਰ ਲਾ ਰਿਹਾ, ਜਿਹੜਾ ਪੜ੍ਹਨ ਵਾਲਾ ਬੱਚਾ ਪੜੂਗਾ, ਜਿਹੜਾ ਨਹੀਂ ਪੜ੍ਹਨ ਵਾਲਾ ਉਹ ਮਿਊਟ ਆ। ਮੈਂ ਐਡਮਿਨਿਸਟ੍ਰੇਟਰ ਮੈਂ ਨਾ, ਮੈਂ ਉਹਨੂੰ ਬੰਦ ਕਰ ਰੱਖਿਆ। ਇੱਕ ਪੋਜ਼ਿਟਿਵ ਆਊਟਕਮ ਹੈ ਕਿ ਕੁਆਲਿਟੀ ਆਫ ਐਜੂਕੇਸ਼ਨ ਮੇ ਵੀ ਵੱਧ ਗਈ। ਕਿਉਂਕਿ ਹੁੰਦਾ ਕੀ ਹੈ, ਜਦੋਂ ਮੈਂ ਸਕੂਲ 'ਚ ਵੀ ਕਲਾਸ ਲਾਉਂਦਾ ਸੀ, ਮੈਨੂੰ ਇਹ ਮਹਿਸੂਸ ਹੁੰਦਾ ਜਿਹੜੇ ਪੜ੍ਹਨ ਵਾਲੇ ਬੱਚੇ ਉਹ ਵੀ ਖਰਾਬ ਹੁੰਦੇ ਸੀ, ਜਿਹੜੇ ਨਹੀਂ ਪੜ੍ਹਨ ਵਾਲੇ, ਕਿਉਂਕਿ ਰੌਲਾ ਇਹਨਾਂ ਪਾਉਂਦੇ ਸੀ। ਮੈਂ ਉਹਨਾਂ ਨੂੰ ਚੁੱਪ ਕਰਾਉਣਾ, ਪਹਿਲਾਂ 40 ਮਿੰਟ ਦਾ ਪੀਰੀਅਡ ਆ, ਉਹਦੇ ਵਿੱਚ ਮੈਂ 10 ਮਿੰਟ 'ਚ ਚੁੱਪ ਕਰਾਉਣ ਤੇ ਲਾ ਰਿਹਾ, ਤਾਂ 10 ਮਿੰਟ ਤਾਂ ਉਹਨਾਂ ਬੱਚਿਆਂ ਦੇ ਵੀ ਖਰਾਬ ਹੋ ਰਹੇ ਜਿਹੜੇ ਅਸਲ 'ਚ ਪੜ੍ਹਨ ਆਏ ਆ, ਉਹਨਾਂ ਦਾ ਟਾਈਮ ਵੇਸਟ ਹੋ ਰਿਹਾ। ਉਹਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਇਹ ਚੀਜ਼ ਅੰਡਰਸਟੈਂਡ ਹੁੰਦੀ ਕਿ ਉੱਥੇ ਟਾਈਮ ਸੇਵ ਹੋ ਗਿਆ। ਪਹਿਲੀ ਗੱਲ, ਬੱਚੇ ਨੂੰ ਪਹਿਲਾਂ ਸਵੇਰੇ ਸਕੂਲ ਆਉਣ ਵਾਸਤੇ ਆਉਣਾ ਪੈਂਦਾ ਸੀ, ਕਾਲਜ ਜਾਣਾ ਪੈਂਦਾ ਸੀ, ਜਾ ਕੇ ਪੜ੍ਹਨਾ ਪੈਂਦਾ ਸੀ, ਟਰੈਵਲ ਕਰਨਾ ਪੈਂਦਾ ਸੀ, ਯੂਨੀਫਾਰਮ ਪਾਉਣੀ ਪੈਂਦੀ ਸੀ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਸੀ। ਉਸ ਤੋਂ ਬਾਅਦ ਕੀ ਹੋ ਗਿਆ? ਆਨਲਾਈਨ ਐਜੂਕੇਸ਼ਨ। ਹੁਣ ਆਨਲਾਈਨ ਐਜੂਕੇਸ਼ਨ ਕਿਵੇਂ ਪੋਸੀਬਲ ਹੋਈ? ਕਿਉਂਕਿ ਬਿਕੋਜ਼ ਆਫ ਦੀ ਕੰਪਿਊਟਰ ਡਿਵੈਲਪਮੈਂਟ। ਜੇ ਕੰਪਿਊਟਰਸ ਨਾ ਹੁੰਦੇ, ਲੈਪਟਾਪਸ ਨਾ ਹੁੰਦੇ, ਆਨਲਾਈਨ ਡਿਵੈਲਪਮੈਂਟ ਆਪਾਂ ਕਦੇ ਕਰ ਹੀ ਨਹੀਂ ਸਕਦੇ ਸੀ, ਆਨਲਾਈਨ ਕਲਾਸਿਸ ਆਪਾਂ ਕਦੇ ਕੰਡਕਟ ਹੀ ਨਹੀਂ ਕਰ ਸਕਦੇ ਸੀ। ਉਹ ਕੋਵਿਡ ਤੋਂ ਪਹਿਲਾਂ ਡਿਵੈਲਪ ਹੋ ਗਏ ਸੀ, ਤਾਂ ਕਰਕੇ ਆਪਾਂ ਪੋਸੀਬਲ ਕਰ ਲਿਆ। ਜੇ ਕੋਵਿਡ ਵਿਦਾਊਟ ਆਨਲਾਈਨ ਸਿਸਟਮ ਆਉਂਦਾ ਤਾਂ ਆਪਣਾ ਦੇਸ਼, ਆਪਣੀ ਦੁਨੀਆ ਬਹੁਤ ਹੀ ਪਿੱਛੇ ਚਲੀ ਜਾਣੀ ਸੀ, ਬਹੁਤ ਹੀ ਜ਼ਿਆਦਾ। ਫਿਰ ਵੀ ਆਪਾਂ ਪਿੱਛੇ ਗਏ ਆ,
ਉਹਨੇ ਪਿੱਛੇ ਨਹੀਂ ਗਏ ਕਿਉਂਕਿ ਬੱਚਿਆਂ ਦੀ ਪੜ੍ਹਾਈ ਨਹੀਂ ਰੁਕੀ ਕਿਤੇ ਨਾ ਕਿਤੇ। ਚਲ ਠੀਕ ਹੈ, ਮਾੜੀ ਜ਼ਰੂਰ ਹੋਈ ਆ, ਕੁਆਲਿਟੀ ਥੋੜੀ ਜਿਹੀ ਘੱਟ ਵੀ ਸਕਦੀ ਕਿਉਂਕਿ ਬੱਚੇ ਧਿਆਨ ਨਹੀਂ ਦਿੰਦੇ। ਕਿੱਥੇ ਉਹਨਾਂ ਨੇ ਛਿੱਤਰ ਮਾਰ ਕੇ ਉਹਨਾਂ ਨੂੰ ਪੜਾਉਣਾ, ਕਿੱਥੇ ਉਹਨਾਂ ਨੇ ਪੜ੍ਹਨਾ ਹੀ ਨਹੀਂ, ਮਿਊਟ ਹੀ ਕਰੀ ਜਾਣਾ, ਆਪਦੇ ਆਪ ਨੂੰ ਲੁਕੋਈ ਜਾਣਾ। ਫਿਰ ਫਨ ਜ਼ਿਆਦਾ ਕਰਦੇ ਆ ਬੱਚੇ ਜਿਹੜੇ ਥੋੜੇ ਮੈਚਿਓਰ ਆ 10ਵੀਂ 12ਵੀਂ ਵਾਲੇ, ਉਹ ਟੀਚਰਾਂ ਨਾਲ ਮਜ਼ਾਕ, ਕਿੰਨੀਆਂ ਵੀਡੀਓਜ਼ ਆਈਆਂ ਕੋਵਿਡ ਟਾਈਮ ਤੇ ਕਿ ਟੀਚਰਸ ਦਾ ਡਿਸਰਿਸਪੈਕਟ ਹੋਈ ਆ, ਟੀਚਰਸ ਨਾਲ ਮਜ਼ਾਕ ਹੋਇਆ, ਕਿੰਨੀਆਂ ਵੀਡੀਓਜ਼ ਆਈਆਂ ਆਪਣੇ ਮੂਹਰੇ। ਤਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ, ਦੈਟ ਵੀ ਅੰਡਰਸਟੈਂਡ ਦਿਸ ਥਿੰਗ ਕਿ ਇਹਦੇ ਵਿੱਚ ਪੋਜ਼ਿਟਿਵਸ ਵੀ ਆ, ਨੈਗੇਟਿਵਸ। ਹੁਣ ਤੁਹਾਡਾ ਪਰਸਨਲੀ, ਕਿਉਂਕਿ ਯੂ ਲਿਖਿਆ ਉਹਨੇ, ਡੂ ਯੂ ਥਿੰਕ, ਤੁਹਾਨੂੰ ਸਵਾਲ ਪੁੱਛ ਰਿਹਾ, ਡੂ ਯੂ ਥਿੰਕ, ਤੁਹਾਨੂੰ ਉਹਨੇ ਪਾਵਰ ਦਿੱਤੀ ਹੈ ਕਿ ਤੁਸੀਂ ਪੋਜ਼ਿਟਿਵ ਸੋਚੋ, ਨੈਗੇਟਿਵ ਸੋਚੋ, ਆਈ ਡੋਂਟ ਕੇਅਰ, ਮੈਨੂੰ ਲਿਖ ਕੇ ਦੱਸੋ ਜੋ ਵੀ ਹੈ। ਤੁਸੀਂ ਪੋਜ਼ਿਟਿਵ ਵੀ ਸੋਚਦੇ ਆ, ਨੈਗੇਟਿਵ ਵੀ ਸੋਚਦੇ ਆ, ਤੁਸੀਂ ਕੱਲਾ ਪੋਜ਼ਿਟਿਵ ਸੋਚਦੇ ਆ, ਤੁਸੀਂ ਕੱਲਾ ਨੈਗੇਟਿਵ ਸੋਚਦੇ ਆ, ਇਟਸ ਆਲ ਅਪ ਟੂ ਯੂ। ਟੌਪਿਕਸ ਹੈਗੇ ਆ, ਟੌਪਿਕ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਕਿ ਜੇ ਵਰਕ ਦੇ ਰਿਲੇਟਡ ਪੋਜ਼ਿਟਿਵ ਸੋਚੀਏ ਤਾਂ ਇਹ ਆ ਕਿ ਜਿਹੜਾ ਇੰਪਲੋਈ ਉਹਦਾ ਟਾਈਮ ਬਚ ਗਿਆ, ਇੰਪਲੋਈ ਦਾ ਟਾਈਮ ਬਚ ਗਿਆ, ਇੰਪਲੋਇਰ ਦਾ ਖਰਚਾ ਬਚ ਗਿਆ। ਕਿਉਂਕਿ ਜਦੋਂ ਵੀ ਇੰਪਲੋਈ ਆਪਾਂ ਹਾਇਰ ਕਰਦੇ ਆ, ਆਪਾਂ ਉਹਦਾ ਖਰਚਾ ਵੀ ਦੇਖਦੇ ਆ, ਉਹਦੀ ਸੈਲਰੀ ਦੇ ਵਿੱਚ ਇਹ ਚੀਜ਼ਾਂ ਕਾਊਂਟ ਕਰਦੇ ਆ ਕਿ ਯਾਰ ਇਹਨੇ ਉਤੋਂ ਚੱਲ ਕੇ ਆਉਣਾ ਹੈ ਤਾਂ ਇੰਨਾ ਕਿਰਾਇਆ ਪੈ ਗਿਆ ਬੱਸ ਦਾ, ਠੀਕ ਹੈ। ਫਿਰ ਇਹਨੂੰ ਬਚਿਆ ਕੀ, ਫਿਰ ਇਹ ਕੰਮ ਕਿਉਂ ਕਰੂਗਾ, ਫਿਰ ਇਹ ਮਿਹਨਤ ਕਿਉਂ ਕਰੂਗਾ ਜੇ ਅਸੀਂ ਉਹਨੂੰ ਇੰਨੀ ਘੱਟ ਸੈਲਰੀ ਪੇ ਕਰਾਂਗੇ। ਤਾਂ ਆ ਚੀਜ਼ਾਂ ਅਸੀਂ ਸੋਚਦੇ ਆ। ਫਿਰ ਜਦੋਂ ਉਹ ਚੀਜ਼ ਉਸ ਪੁਆਇੰਟ ਤੇ ਜਾ ਵੜਦੀ ਹੈ, ਜਦੋਂ ਆਨਲਾਈਨ ਹੀ ਕਰਨਾ, ਉਹਦਾ ਖਰਚਾ ਬਚ ਗਿਆ, ਉਹੀ ਉਹਨੂੰ ਫਾਇਦਾ ਹੋਊਗਾ, ਉਨੀ ਉਹਦੀ ਸੈਲਰੀ ਘੱਟ ਹੋ ਸਕਦੀ ਹੈ। ਇੰਪਲੋਇਰ ਨੂੰ ਵੀ ਫਾਇਦਾ, ਇੰਪਲੋਈ ਨੂੰ ਵੀ ਫਾਇਦਾ। ਇੰਪਲੋਈ ਨੂੰ ਬਚਤ ਉਨੀ ਰਹਿ ਗਈ, ਸਰਦਰਦੀ ਉਹਦੀ ਘਟ ਗਈ, ਦੋਨਾਂ ਤਰ੍ਹਾਂ ਨੂੰ ਫਾਇਦਾ ਇਨ ਟਰਮਸ ਆਫ ਇੰਪਲੋਇਮੈਂਟ। ਤੇ ਨੈਗੇਟਿਵਸ ਕੀ ਆ ਕਿ ਇੰਪਲੋਈਜ਼ ਲੇਜ਼ੀ ਬਣਦੇ ਆ, ਕੰਮ ਦੀ ਐਫੀਸ਼ੀਐਂਸੀ ਉਹਨੇ, ਕਿੱਥੇ ਬੰਦੇ ਨੇ, ਇੱਕ ਮੈਨੇਜਰ ਨੇ ਸਿਰ ਤੇ ਖੜ ਕੇ ਕੰਮ ਕਰਾ ਲੈਣਾ ਸਾਰਿਆਂ ਤੋਂ, ਕਿੱਥੇ ਉਹ ਬੰਦਾ ਕਰ ਰਿਹਾ ਜੀ ਫੋਨ ਤੇ ਕਰ ਰਿਹਾ ਜੀ। ਜੇ ਬਾਹਲਾ ਕੋਈ ਮੈਨੇਜਰ ਤੰਗ ਕਰੂਗਾ ਉਹਨੂੰ ਬਲੌਕ ਮਾਰ ਦੂਗਾ, ਹੱਥ ਤੋਂ ਹੱਥ ਕੀ ਹੋ ਜਾਊਗਾ। ਇਹ ਵੀ ਹੋਇਆ ਕਿਹਨਾਂ ਦੇ ਕੰਮ ਤੇ, ਉਹ ਕੱਢ ਸਕਦੇ ਆ, ਦੈਟ ਇਜ਼ ਪੋਸੀਬਲ। ਬਟ ਕਈ ਵਾਰੀ ਕੰਪਨੀਜ਼ ਨੂੰ ਜੌਬ ਤੇ ਕੱਢਣ 'ਚ ਵੀ ਘੱਟ ਆ। ਫੋਰ ਐਗਜ਼ਾਮਪਲ ਹੁਣ ਆਪਾਂ ਆਪ ਦੀ ਗੱਲ ਹੀ ਕਰ ਲਈਏ, ULO ਦੀ ਗੱਲ ਕਰ ਲਈਏ, ਆਪਾਂ ਕੋਈ ਕਾਉਂਸਲਰ ਹਾਇਰ ਕੀਤਾ, ਉਹਨੂੰ 3 ਮਹੀਨੇ ਆਪਾਂ ਟ੍ਰੇਨ ਕੀਤਾ ਕਿ ਕਿੱਦਾਂ ਕਾਉਂਸਲਿੰਗ ਕਰਨੀ ਆ, ਵੀਜ਼ੇ ਦੀ ਕਿੱਦਾਂ ਕਾਉਂਸਲਿੰਗ ਕਰਨੀ ਆ। ਜਿਹੜੇ ਆਪਣੇ ਹੁਣ ਆਪਰੇਸ਼ਨਸ ਟੀਮ ਆ, ਜਿਹਦੇ ਆਪਾਂ ਫਾਈਲਿੰਗ ਕਰਦੇ ਆ, ਇੰਨੇ ਸਾਰੇ ਏਜੰਟਾਂ ਦੀਆਂ ਵੀ ਫਾਈਲਾਂ ਆਪਾਂ ਲਾਉਂਦੇ ਆ, ਉਹ ਜਿਹੜੀ ਆਪਰੇਸ਼ਨਸ ਟੀਮ ਆਪਣੀ ਆਨਲਾਈਨ ਅੱਧੀ ਮੈਨੇਜ ਕਰ ਰਹੇ ਆ, ਆਫਲਾਈਨ ਮੈਨੇਜ ਕਰ ਰਹੇ ਹੋ, ਕਿੱਦਾਂ ਮੈਨੇਜ ਕਰ ਰਹੇ ਆ ਆਪਾਂ, ਠੀਕ ਹੈ। ਜੇ ਹੁਣ ਆਪਾਂ ਨੂੰ ਕੋਈ ਬੰਦਾ, ਆਪਾਂ ਜਮਾਂ ਬੇਸਿਕ ਜ਼ੀਰੋ ਤੋਂ ਬੰਦਾ ਚੱਕਿਆ, ਉਹਨੂੰ 3 ਮਹੀਨੇ ਬੁਲਾਇਆ, ਆਫਿਸ ਬਾ ਕੇ ਟ੍ਰੇਨ ਕੀਤਾ, ਉਹਨੂੰ ਆਨਲਾਈਨ ਟ੍ਰੇਨਿੰਗ ਦਿੱਤੀ, ਉਹਨੂੰ ਸਾਰਾ ਵੀਜ਼ੇ ਦਾ ਕੰਮ ਸਿਖਾਇਆ, ਉਹਦੇ ਨਾਲ ਕੰਟਰੈਕਟ ਫਾਈਨਲ ਕੀਤੀ, ਹੁਣ ਉਹ ਲੇਜ਼ੀ ਹੋ ਰਿਹਾ ਫੋਰ ਐਗਜ਼ਾਮਪਲ ਆਨਲਾਈਨ ਕੰਮ ਕਰਕੇ, ਫਿਰ ਉਹਨੂੰ ਕੱਢ ਦਾਂਗੇ? ਨਹੀਂ ਕੱਢ ਸਕਦੇ, ਕਿਉਂਕਿ ਸਾਡੀ ਉੱਤੇ ਪੈਸਾ ਲੱਗਿਆ, ਅਸੀਂ ਉਹਨੂੰ ਸਿਰਫ ਸੈਲਰੀ ਨਹੀਂ ਦਿੱਤੀ, ਅਸੀਂ ਉਹਨੂੰ ਉਹਦਾ ਟਾਈਮ ਵੀ ਦਿੱਤਾ, ਸਾਨੂੰ ਕੱਢਣਾ ਔਖਾ, ਸਾਡਾ ਉਹਦੇ ਕੰਮ ਰੁਕਦਾ। ਦੋਨਾਂ ਤਰ੍ਹਾਂ ਵਾਸਤੇ ਨੁਕਸਾਨਦਾਇਕ ਆ ਉਹ ਚੀਜ਼, ਠੀਕ ਹੈ। ਜਿੱਥੇ ਨੈਗੇਟਿਵਸ ਆ ਗਏ, ਨੈਗੇਟਿਵਸ ਦੋਨਾਂ ਵਾਸਤੇ ਆਉਣਗੇ, ਜਿੱਥੇ ਪੋਜ਼ਿਟਿਵਸ ਆ ਗਏ, ਪੋਜ਼ਿਟਿਵਸ ਦੋਨਾਂ ਵਾਸਤੇ ਆਉਣਗੇ। ਜੇ ਤੁਸੀਂ ਪੋਜ਼ਿਟਿਵ ਡਿਵੈਲਪਮੈਂਟ ਲਿਖ ਰਹੇ ਹੋ ਵਰਕ ਬਾਰੇ ਤੇ ਨੈਗੇਟਿਵ ਲਿਖ ਰਹੇ ਹੋ ਸਟੱਡੀ ਬਾਰੇ, ਇਹ ਵੀ ਕਰ ਸਕਦੇ ਆ ਕਿ ਜੀ ਕੰਮ ਦੇ ਹਿਸਾਬ ਨਾਲ ਦੇਖਾਂ ਤਾਂ ਅਕੋਰਡਿੰਗ ਟੂ ਮੀ ਇਟ ਇਜ਼ ਪੋਜ਼ਿਟਿਵ ਡਿਵੈਲਪਮੈਂਟ, ਬਟ ਇਫ ਆਈ ਸੀ ਦੀ education in concern, if education is in concern, according to me this is a negative development। ਤੁਸੀਂ ਦੋਨੋਂ ਪਾਸੇ ਵੀ ਜਾ ਸਕਦੇ ਹੋ ਕਿ ਇੱਕ ਚੀਜ਼ ਪੋਜ਼ਿਟਿਵ, ਇੱਕ ਚੀਜ਼ ਨੈਗੇਟਿਵ, ਜਾਂ ਸਾਰਾ ਪੋਜ਼ਿਟਿਵ ਜਾਂ ਸਾਰਾ ਨੈਗੇਟਿਵ, ਜਾਂ ਦੋਨੋਂ ਚੀਜ਼ਾਂ ਕਿਤੇ ਨਾ ਕਿਤੇ ਪੋਜ਼ਿਟਿਵ, ਕਿਤੇ ਨਾ ਕਿਤੇ ਨੈਗੇਟਿਵ। ਅੱਡ-ਅੱਡ ਤਰੀਕੇ ਆ, ਜਿਵੇਂ ਮਰਜ਼ੀ ਲੈ ਲਓ। ਪਤਾ ਲੱਗ ਗਿਆ ਕਿ ਵਰਕ ਦੇ ਰਿਲੇਟਡ ਜਿਹੜੇ ਪੋਜ਼ਿਟਿਵਸ ਆ ਉਹ ਇਹ ਹੈ ਕਿ ਟਾਈਮ ਸੇਵਿੰਗ, ਸੈਲਰੀ ਸੇਵਿੰਗ, ਐਕਸਪੈਂਡੀਚਰ ਸੇਵਿੰਗ। ਹੁਣ ਬੰਦਾ ਇੱਥੇ ਆਊਗਾ, ਚਾਹ ਪਾਣੀ ਪੀਊਗਾ, ਬਿਜਲੀ ਦਾ ਬਿੱਲ ਵੀ ਉਹਨਾਂ ਵੱਧ ਹੋਣਾ ਜੇ ਬੰਦੇ ਇੰਪਲੋਈਜ਼ ਜ਼ਿਆਦਾ ਆਉਣਗੇ, ਸਮਝ ਰਹੇ ਨਾ। ਜੇ ਉਹੀ ਆਨਲਾਈਨ ਕਰ ਰਿਹਾ, ਉਹਨੂੰ ਤਾਂ ਆਪਦਾ ਬਿੱਲ, ਆਪਦਾ ਲੈਪਟਾਪ, ਆਪਦਾ ਚਾਰਜਰ, ਸਾਰਾ ਕੁਛ ਆਪਦਾ, ਉਹਦੇ 'ਚ ਵੀ ਫਰਕ ਪੈਣਾ, ਫਿਰ ਸੈਲਰੀ 'ਚ ਵੀ ਫਰਕ ਪੈਣਾ, ਟਰੈਵਲ ਕਾਸਟ ਘਟਣੀ, ਐਕਸਪੈਂਡੀਚਰ 'ਚ ਫਰਕ ਪੈਣਾ, ਆਫਿਸ ਛੋਟੇ ਬਣਨੇ। ਹੁਣ ਦੇਖੋ ਕਲਾਊਡ ਕਿਚਨ ਦਾ ਕਨਸੈਪਟ, ਜੇ ਤੁਸੀਂ ਪਤਾ ਕਿਸੇ ਨੂੰ ਕਲਾਊਡ ਕਿਚਨ ਕੀ ਹੁੰਦੀ ਹੈ, ਇਨਫੋਰਮੇਸ਼ਨ ਹੈਗੀ ਕਿਸੇ ਨੂੰ, ਵਾਟ ਇਜ਼ ਅ ਕਲਾਊਡ ਕਿਚਨ? ਕਲਾਊਡ ਕਿਚਨ ਜਾਣਕਾਰੀ ਰੱਖਿਆ ਕਰੋ ਕੀ ਹੁੰਦਾ, ਤੁਸੀਂ ਅੱਜ ਮਾਡਰਨ ਵਰਲਡ 'ਚ ਰਹਿ ਰਹੇ ਆ। ਕਲਾਊਡ ਕਿਚਨ ਇੱਕ ਇਹੋ ਜਿਹਾ ਕਨਸੈਪਟ ਹੈ ਕਿ ਤੁਸੀਂ ਇੱਕ ਰੈਸਟੋਰੈਂਟ ਬਣਾ ਰਹੇ ਆ, ਪਰ ਤੁਸੀਂ ਉਹ 'ਚ ਬੈਠਣ ਦੀ ਜਗ੍ਹਾ ਨਹੀਂ ਬਣਾ ਰਹੇ, ਤੁਸੀਂ ਆਪਣੇ ਘਰੇ ਰਸੋਈ ਦੇ ਵਿੱਚ ਹੀ ਰੈਸਟੋਰੈਂਟ ਤਿਆਰ ਕਰ ਸਕਦੇ, ਦੈਟ ਇਜ਼ ਕਾਲਡ ਕਲਾਊਡ ਕਿਚਨ। ਕਿਉਂ? ਕਿਉਂਕਿ ਅੱਜ ਆਨਲਾਈਨ ਐਪਸ ਆ ਗਈਆਂ, ਸਵਿਗੀ, ਜ਼ੋਮੈਟੋ, ਇੱਦਾਂ। ਆਪਣੇ ਇੱਥੇ ਨਾਲ ਹੀ ਮੋਗਾ ਕੰਪਿਊਟਰ ਵਾਲੇ ਆ ਨਾ, ਇੱਥੇ ਆਹ ਨਾਲ ਇਹਨਾਂ ਨੇ ਆਪਣੇ ਘਰੇ ਰੈਸਟੋਰੈਂਟ ਸਟਾਰਟ ਕੀਤਾ, ਵੀਰ ਜੀ ਚਾਈਨੀਜ਼ ਸੈੱਟ, ਠੀਕ ਹੈ। ਸਵਿਗੀ ਜ਼ੋਮੈਟੋ ਤਾਂ ਹੈਗਾ, ਬਟ ਐਕਚੁਅਲ 'ਚ ਉਹਦਾ ਕੋਈ ਬੈਠਣ ਨੂੰ ਕੋਈ ਜਗ੍ਹਾ ਉਹਨਾਂ ਨੇ ਰੈਸਟੋਰੈਂਟ ਨੂੰ ਤਿਆਰ ਨਹੀਂ ਕੀਤੀ। ਉਹਦੇ ਨਾਲ ਕੀ ਹੋਇਆ, ਕਾਸਟ ਘੱਟ ਗਈ, ਕੋਈ ਏਸੀ ਨਹੀਂ ਲਾਉਣਾ ਪਿਆ, ਕੋਈ ਡੈਕੋਰੇਸ਼ਨ ਨਹੀਂ ਕਰਨੀ ਪਈ, ਕੁਛ ਨਹੀਂ ਕਰਨਾ ਪਿਆ, ਆਰਡਰ ਕਰੋ, ਆਰਡਰ ਪਹੁੰਚ ਜੂਗਾ, ਠੀਕ ਹੈ। ਫਾਇਦੇ ਵੀ ਆ ਇੰਪਲੋਇਰਸ ਨੂੰ, ਕੰਪਨੀਜ਼ ਨੂੰ ਫਾਇਦੇ ਵੀ ਹੋਇਆ ਕੰਪਿਊਟਰ ਡਿਵੈਲਪਮੈਂਟ ਦੇ, ਨੁਕਸਾਨ ਵੀ ਹੋਇਆ, ਦੈਟ ਇਜ਼ ਵਿਦ। ਪਰ ਇੱਥੇ ਆਪਾਂ ਇੰਪਲੋਇਰ ਦੀ ਗੱਲ, ਕੰਪਨੀ ਦੀ ਗੱਲ ਨਹੀਂ ਕਰਨੀ, ਆਪਾਂ ਗੱਲ ਕਰਨੀ ਜਿਹੜੇ ਲੋਕ ਘਰਾਂ 'ਚ ਕੰਮ ਕਰਦੇ ਬੈਠ ਕੇ, ਇੰਪਲੋਈਜ਼ ਦੀ, ਠੀਕ ਹੈ। ਦੈਟ ਇਜ਼ ਆਵਰ ਟੌਪਿਕ। ਨਹੀਂ ਆਪਾਂ ਫਿਰ ਟਾਸਕ ਰਿਸਪੌਂਸ ਤੋਂ ਬਾਹਰ ਹੋ ਜਾਵਾਂਗੇ, ਇੰਪਲੋਈਜ਼ ਦੀ ਗੱਲ ਕਰਦੇ ਆ, ਠੀਕ ਹੈ। ਹਾਊ ਇੰਪਲੋਈਜ਼ ਨੂੰ ਕਿੱਦਾਂ ਫਾਇਦਾ ਹੋ ਰਿਹਾ ਇਹਦਾ, ਜਾਂ ਨੁਕਸਾਨ ਹੋ ਰਿਹਾ? ਨੁਕਸਾਨ ਇਹ ਹੋ ਰਿਹਾ ਕਿ ਉਹ ਲੇਜ਼ੀ ਬਣਦੇ ਜਾ ਰਹੇ ਆ, ਨੁਕਸਾਨ ਇਹ ਹੋ ਰਿਹਾ ਕਿ ਉਹਨਾਂ ਦਾ ਡਿਸਿਪਲਿਨ ਖਰਾਬ ਹੁੰਦਾ ਜਾ ਰਿਹਾ, ਨੁਕਸਾਨ ਇਹ ਹੋ ਰਿਹਾ ਕਿ ਉਹਨਾਂ ਦੀ ਸੈਲਰੀ ਵੀ ਘਟ ਸਕਦੀ ਹੈ, ਨੁਕਸਾਨ ਇਹ ਹੋ ਰਿਹਾ ਕਿ ਉਹਨੂੰ ਕਿਸੇ ਟਾਈਮ ਵੀ ਫਾਇਰ ਕੀਤਾ ਜਾ ਸਕਦਾ,
ਫਾਇਦਾ ਇਹ ਹੋ ਰਿਹਾ ਕਿ ਉਹਦਾ ਟਾਈਮ ਸੇਵ ਹੋ ਰਿਹਾ, ਫਾਇਦਾ ਇਹ ਹੋ ਰਿਹਾ ਕਿ ਉਹਦੀ ਸੈਲਰੀ ਸੇਵ ਹੋ ਰਹੀ ਹੈ, ਫਾਇਦਾ ਇਹ ਹੋ ਰਿਹਾ ਕਿ ਉਹਦਾ ਜਿਹੜਾ ਸਰਦਰਦੀ ਘਟ ਰਹੀ ਹੈ, ਇਹ ਫਾਇਦੇ ਹੋ ਰਹੇ। ਜੇ ਇਹੀ ਨੁਕਸਾਨ ਫਾਇਦਿਆਂ ਦੀ ਗੱਲ ਕਰੇ ਸਟੱਡੀ 'ਚ, ਫਾਇਦਾ ਇਹ ਹੋ ਰਿਹਾ ਕਿ ਬੱਚਿਆਂ ਦਾ ਟਾਈਮ ਸੇਵ ਹੋ ਰਿਹਾ, ਬੱਚਿਆਂ ਦੀ ਸਰਦਰਦੀ ਘਟ ਰਹੀ ਆ, ਬੱਚਿਆਂ ਨੂੰ ਟਰੈਵਲ ਨਹੀਂ ਕਰਨਾ ਪੈ ਰਿਹਾ। ਕਿੰਨੇ ਰੋਡ ਐਕਸੀਡੈਂਟ ਹੁੰਦੇ ਆ, ਦੈਟ ਉਹ ਪ੍ਰੀਵੈਂਟ ਹੋ ਸਕਦੇ ਜੇ ਸਾਰੀ ਪੜ੍ਹਾਈ ਆਨਲਾਈਨ ਹੋ ਜੇ। ਵੱਡੀਆਂ ਸਕੂਲ ਦੀਆਂ ਬੱਸਾਂ ਜਦੋਂ ਐਕਸੀਡੈਂਟ ਹੁੰਦੇ, ਕਿੰਨੇ ਕਿੰਨੇ ਬੱਚਿਆਂ ਦੀ ਡੈਥ ਵੀ ਹੋ ਜਾਂਦੀ ਹੈ। ਸੋ ਗੋਡ ਕਰੇਗੀ ਕਿਸੇ ਨਾਲ ਵੀ ਨਾ ਹੋਵੇ, ਪਰ ਇਹ ਚੀਜ਼ ਹੁੰਦੀ ਆ ਓਬਵੀਅਸਲੀ। ਜਦੋਂ ਚੀਜ਼ ਰੋਡ ਤੇ ਚੱਲੂਗੀ, ਕਦੇ ਐਕਸੀਡੈਂਟਸ ਵੀ ਹੋਣਗੀਆਂ, ਤੇ ਪ੍ਰੋਬੇਬਿਲਿਟੀਜ਼ ਤਾਂ ਬਣਦੀਆਂ, ਜੇ ਦੈਟ ਪ੍ਰੋਬੇਬਿਲਿਟੀਜ਼ ਕੈਨ ਬੀ ਰਿਡਿਊਸਡ। ਠੀਕ ਹੈ, ਕਿਉਂ? ਜੇ ਆਨਲਾਈਨ ਹੋਵੇ ਸਾਰਾ ਕੁਝ, ਐਜੂਕੇਸ਼ਨ ਆਨਲਾਈਨ ਹੋਵੇ। ਕਿਤੇ ਨਾ ਕਿਤੇ ਉਹ ਪੋਜ਼ਿਟਿਵ ਵੀ ਹੈ, ਕਿਤੇ ਨਾ ਕਿਤੇ ਨੈਗੇਟਿਵ। ਬੱਚੇ ਲੇਜ਼ੀ ਬਣਦੇ ਜਾ ਰਹੇ, ਆਉਣ ਵਾਲੀ ਪੀੜ੍ਹੀ ਲੇਜ਼ੀ ਬਣਦੀ ਜਾ ਰਹੀ ਹੈ, ਉਹਨਾਂ ਨੇ ਕਰਨਾ ਕੱਖ ਨਹੀਂ ਬਾਅਦ ਚੋਂ। ਠੀਕ ਹੈ, ਲੇਜ਼ੀ ਕਰਕੇ ਆਪਾਂ ਕੈਨੇਡਾ ਚੱਲੇ ਨਹੀਂ, ਆਪਾਂ ਇੱਥੇ ਨਾ ਕੁਝ ਕਰ ਲੈਂਦੇ। ਸਮਝੇ ਨਾ? ਇਹ ਆਪਾਂ ਨੂੰ ਰਿਜ਼ਲਟ ਮਿਲ ਰਿਹਾ ਆਪਣੇ ਮੋਬਾਈਲ ਫੋਨਸ ਦਾ, ਕਿਉਂਕਿ ਮੋਬਾਈਲ ਫੋਨ ਆ ਗਿਆ, ਇੰਸਟਾਗ੍ਰਾਮ ਆ ਗਿਆ। ਇੰਸਟਾਗ੍ਰਾਮ ਤੇ ਇੱਕ ਯਾਰ ਦੋਸਤ ਚਲਾ ਗਿਆ ਬਾਹਰ, ਤੇ ਉਹਨੇ ਫੋਟੋ ਪਾ ਦਿੱਤੀ ਕੈਨੇਡਾ 'ਚ। ਠੀਕ ਹੈ, ਯਾਰ ਮੇਰਾ ਵੀ ਮਾੜਾ ਮਾੜਾ ਜੀ ਕਰਿਆ ਆ। ਠੀਕ ਹੈ, ਇੱਕ ਹੋਰ ਚਲਾ ਗਿਆ, ਮੇਰਾ ਹੋਰ ਕਰਿਆ ਆ। ਜਦੋਂ ਸਾਰੀ ਕਲਾਸ ਹੀ ਚਲੀ ਗਈ, ਲੈ ਮੈਂ ਰਹਿ ਗਿਆ ਯਾਰ, ਸਾਰੇ ਗਏ ਮੈਂ ਰਹਿ ਗਿਆ। ਮੇਰੇ ਕੋਲ ਬਹੁਤ ਵਾਰੀ ਬੱਚੇ ਹੁੰਦੇ ਆ, ਠੀਕ ਹੈ, ਰੋਣ ਲੱਗ ਜਾਂਦੇ ਆ ਕਿ ਮੈਂ ਕਿਹਾ ਕੀ ਗੱਲ ਹੋ ਗਈ ਸਰ, ਸਾਡਾ ਵੀਜ਼ਾ ਨਹੀਂ ਆ ਰਿਹਾ, ਸਾਡੇ ਬੈਂਡ 1 ਚੋਂ 5.5 ਰਹਿ ਗਏ, 2 'ਚ 5.5 ਰਹਿ ਗਏ। ਮੈਂ ਕਿਹਾ ਫਿਰ ਕੀ ਆ ਸਰ, ਬਹੁਤ ਦੁੱਖ ਲੱਗਦਾ ਜੀ, ਸਾਰੇ ਚਲੇ ਗਏ ਮੇਰੇ ਨਾਲ ਦੇ, ਮੈਂ ਰਹਿ ਗਿਆ। ਠੀਕ ਹੈ, ਪ੍ਰੋਬਲਮ ਇਹ ਨਹੀਂ ਕਿ ਉਹਦੇ ਬੈਂਡ ਨਹੀਂ ਆ ਰਹੇ, ਪ੍ਰੋਬਲਮ ਇਹ ਆ ਕਿ ਸਾਰੇ ਚਲੇ ਗਏ। ਅਸਲ 'ਚ ਮਸਲਾ ਆਹ ਵਾ। ਕਿਉਂ ਹੁਣ ਸਾਰੇ ਚਲੇ ਗਏ? ਤੁਹਾਨੂੰ ਪਤਾ ਕਿੱਥੋਂ ਲੱਗਿਆ? ਜਦੋਂ ਉਹਨੇ ਸੋਸ਼ਲ ਮੀਡੀਆ ਤੇ ਦੇਖਿਆ, ਕੰਪਿਊਟਰ ਡਿਵੈਲਪਮੈਂਟ ਦੇ ਨਾਲ ਉਹਨੇ ਇਹ ਚੀਜ਼ਾਂ ਦੇਖੀਆਂ, ਉਹਨੂੰ ਉਹਦੇ ਆਸ-ਪਾਸ ਹੋਣ ਲੱਗ ਗਈਆਂ। ਅਕਸਰ ਹੀ ਮੈਂ ਦੇਖਦਾ ਇਹ ਚੀਜ਼, ਜਿਹੜੇ EMPLOYEES ਵੀ ਹੈ ਜਿਨ੍ਹਾਂ ਨੇ ਬਾਹਰ ਜਾਣਾ ਹੁੰਦਾ, ਮੈਂ ਦੇਖਦਾ ਕਿ ਆਹ ਦੇਖੋ ਸਰ, ਮੇਰੇ ਨਾਲ ਪੜ੍ਹਦਾ ਸੀ, ਆਹ ਵੀ ਗਿਆ ਕੈਨੇਡਾ ਜੀ, ਆਹ ਚੱਲਿਆ ਜੀ, ਆਹ ਚੱਲਿਆ ਜੀ, ਆਹ ਵੀ ਚੱਲਿਆ ਜੀ, ਆਹ ਵੀ ਚੱਲਿਆ ਜੀ। ਅਕਸਰ ਇਹ ਚੀਜ਼ ਆਉਂਦੀ ਤਾਂ ਹੀ ਹੈ ਜੇ ਕੰਪਿਊਟਰ ਡਿਵੈਲਪਮੈਂਟ ਹੋਈ, ਤਾਂ ਕਿਤੇ ਨਾ ਕਿਤੇ ਨੈਗੇਟਿਵ ਸੀ। ਹੁਣ ਲੋਕ ਪਹਿਲਾਂ ਵੀ ਬਾਹਰ ਜਾਂਦੇ ਸੀ, 1970-80 'ਚ ਵੀ ਬਾਹਰ ਜਾਂਦੇ, ਜਦੋਂ ਮੇਰੇ ਪੇਰੈਂਟਸ ਸੀ ਜਾਂ ਦਾਦੇ ਹੋਣੀ ਸੀ, ਉਹਨਾਂ ਦੇ ਟਾਈਮ ਵੀ ਲੋਕ ਬਾਹਰ ਜਾਂਦੇ ਸੀ ਆਪਣੇ ਪੇਰੈਂਟਸ ਦੇ ਟਾਈਮ। ਪਰ ਹੁੰਦਾ ਕੀ ਸੀ, ਚਲਾ ਗਿਆ, ਠੀਕ ਹੈ, ਉਹ ਜਦੋਂ ਵਾਪਸ ਆਉਂਦਾ ਸੀ ਮੁੜ ਕੇ, ਉਹ ਕਹਿੰਦਾ ਸੀ ਯਾਰ ਮੈਂ ਤਾਂ ਕੈਨੇਡਾ ਚਲਾ ਗਿਆ ਸੀ, ਮੈਂ ਤਾਂ ਉੱਥੋਂ ਆਇਆ 20 ਸਾਲ ਲਾ ਕੇ। ਉਦੋਂ ਪਤਾ ਲੱਗਦਾ, ਅੱਛਾ ਤੂੰ ਕੈਨੇਡਾ ਸੀ, ਚੱਲ ਠੀਕ ਹੈ, ਉਦੋਂ ਮਿਲਦਾ, ਚੱਲ ਹੁਣ ਤਾਂ ਆ ਗਿਆ। ਠੀਕ ਹੈ, ਹੁੰਦਾ ਕੀ ਆ, ਹੁਣ ਪਹਿਲਾਂ ਹੀ ਪਤਾ ਲੱਗ ਜਾਂਦਾ, ਇਸ ਚੀਜ਼ ਨੂੰ ਇੱਕ ਇੰਪੋਰਟੈਂਟ ਕੰਸਰਨ ਆ ਹਰ ਚੀਜ਼। ਹੁਣ ਉਹਦੇ ਨੁਕਸਾਨ ਬਹੁਤ ਸਾਰੇ ਹੋ ਰਹੇ ਆ, ਐਜੂਕੇਸ਼ਨ ਵਾਈਜ਼ ਨੁਕਸਾਨ ਹੋ ਰਹੇ ਆ, ਕਿਉਂਕਿ ਬੇਸਿਕਲੀ ਅੱਡ ਪ੍ਰੋਬਲਮਸ ਆ। ਹੁਣ ਕੀ ਹੋਇਆ ਪਿੱਛੇ ਜੇ ਮੈਨੂੰ ਦੱਸਦਾ, ਲਾਸਟ 2 ਵੀਕਸ ਦੀ ਗੱਲ ਆ, ਬੱਚੇ ਦਾ ਵੀਜ਼ਾ ਆ ਗਿਆ ਕੈਨੇਡਾ ਦਾ, ਕੰਪਿਊਟਰ ਡਿਵੈਲਪਮੈਂਟ ਦੀ ਪ੍ਰੋਬਲਮ ਹੈ ਇੱਕ। ਠੀਕ ਹੈ, ਵੀਜ਼ਾ ਆ ਗਿਆ, ਠੀਕ ਹੈ। ਹੁਣ ਆਪਾਂ ਵੀ ਜਦੋਂ ਵੀਜ਼ਾ ਕਿਸੇ ਦਾ ਆਉਂਦਾ, ਜੇ ਆਪਣੇ ਬੱਚੇ ਦਾ ਆਵੇ ਤਾਂ ਆਪਾਂ ਇੱਥੇ ਬੁਲਾ ਕੇ ਫੋਟੋ ਖਿੱਚ ਲੈਂਦੇ ਹਾਂ। ਜੇ ਕਿਸੇ ਏਜੰਟ ਦਾ ਆਵੇ, ਬਸ ਉਹ ਆਪਦੇ ਖਿੱਚੀ ਜਾਂਦਾ, ਆਪਾਂ ਨੂੰ ਭੇਜ ਦਿੰਦੇ ਹਾਂ, ਆਪਾਂ ਸਟੋਰੀ ਪਾ ਦਿੰਦੇ ਹਾਂ, ਚੱਲ ਹੈ ਨਾ, ਕਿ ਜੇ ਕੋਈ ਇਹੋ ਜਿਹਾ ਕੰਸਰਨ ਹੁੰਦਾ। ਹੁਣ ਕੀ ਹੋਇਆ, ਜਦੋਂ ਤੱਕ ਕਿਸੇ ਏਜੰਟ ਦਾ ਵੀਜ਼ਾ ਆਉਂਦਾ, ਤੁਸੀਂ ਦੇਖੇ ਹੋਣੇ ਸਟੇਟਸ ਮੇਰੇ ਪਿੱਛੇ ਜਿੰਨੇ ਵੀ ਏਜੰਟਸ ਦੇ ਵੀਜ਼ੇ ਆਏ ਆ, ਮੈਂ ਹਮੇਸ਼ਾ ਉਹਦਾ ਬੱਚੇ ਦਾ ਨਾਮ ਜ਼ਰੂਰ ਦਿਖ ਰਿਹਾ ਹੁੰਦਾ, ਪਰ ਉਹਦਾ ਜਿਹੜਾ UCI ਨੰਬਰ ਆ ਤੇ ਉਹਦਾ ਜਿਹੜਾ ਐਪਲੀਕੇਸ਼ਨ ਨੰਬਰ ਹਮੇਸ਼ਾ ਉਹਨੂੰ ਹਾਈਡ ਕਰੀਦਾ। ਉਹਦਾ ਹਾਈਡ ਕਰਨ ਦਾ ਮਤਲਬ ਕੀ ਹੁੰਦਾ? ਕਿਉਂ ਕਰਦੇ ਹੋ ਹਾਈਡ? ਠੀਕ ਹੈ, ਹਾਂਜੀ, ਨਹੀਂ ਹੋਰ ਪਾ ਦੇਵੇ, ਹਾਈਡ ਹੀ ਹੋਈ, ਉਹ ਤੇ ਨਾਮ ਮੋਹਰ ਥੋੜੀ ਲੱਗ ਗਈ UL ਦੀ। ਠੀਕ ਹੈ, ਪਾ ਦੇਵੇ, ਪਰ ਉਹਦਾ ਹਾਈਡ ਕਰਨ ਦਾ ਇੱਕ ਹੋਰ ਮਕਸਦ ਆ। ਉਹਦਾ ਹਾਈਡ ਕਰਨ ਦਾ ਮਕਸਦ ਇਹ ਹੈ ਕਿ ਚੱਲ ਬੰਦੇ ਨੂੰ ਡੇਟ ਪਤਾ ਲੱਗ ਜਾਏ ਕਿ ਅੱਜ ਵੀਜ਼ਾ ਆਇਆ, ਪਲੱਸ ਆਹ ਬੱਚੇ ਦਾ ਆਇਆ। ਠੀਕ ਹੈ, ਪਰ ਐਕਚੁਅਲ 'ਚ ਪਤਾ ਨਾ ਲੱਗੇ ਕਿ ਕਿਹੜਾ ਪਰਸਨ ਆ। ਉਹਦਾ ਪਰਪਸ ਕੀ ਆ? 2 ਵੀਕਸ ਪਹਿਲਾਂ ਕੀ ਹੋਇਆ, ਕਿਸੇ ਬੱਚੇ ਦਾ ਵੀਜ਼ਾ ਆ ਰਿਹਾ, ਵੀਜ਼ਾ ਆ ਕੇ ਉਹ ਕੰਸਲਟੈਂਟ ਉਹਨੂੰ ਬੁਲਾ ਰਿਹਾ ਕਿ ਆ ਜਾ ਜੀ, ਆਪਾਂ ਤੇਰੀ ਫੋਟੋ ਕਰਨੀ ਹੈ, ਵੀਡੀਓ ਬਣਾਉਣੀ ਹੈ। ਉਹ ਬੱਚੇ ਦੇ ਫੋਟੋ ਖਿਚਾਈ ਏਜੰਟ ਦੇ ਨਾਲ, ਏਜੰਟ ਨਾਲ ਫੋਟੋ ਖਿਚਾ ਕੇ ਏਜੰਟ ਨੇ ਉਸੇ ਰਾਤ ਨੂੰ ਐਡਿਟ ਕਰਕੇ ਉਹਨੂੰ YouTube ਤੇ ਚੜਾਤਾ, ਨਾਲ ਪਾਤਾ। ਆਪਾਂ ਵੀ ਇੱਦਾਂ ਹੀ ਕਰਦੇ ਹਾਂ, ਠੀਕ ਹੈ, ਬੱਚੇ ਦੇ ਪਾਤਾ। ਸਿੱਖਣ ਨੂੰ ਚੀਜ਼ਾਂ ਸਾਨੂੰ ਵੀ ਮਿਲਦੀਆਂ ਰਹਿੰਦੀਆਂ, ਠੀਕ ਹੈ। ਉਹ ਪਾਤਾ, ਤੇ ਜਦੋਂ ਪਾਇਆ, ਤੇ ਇੱਕ ਉਹਦਾ ਕੋਈ ਬੱਚੇ ਦਾ ਰਿਸ਼ਤੇਦਾਰ ਸੀ ਜਿਹਨੇ ਉੱਤੇ ਅੱਖ ਰੱਖੀ ਹੋਈ ਸੀ, ਜਿਹੜਾ ਚਾਹੁੰਦਾ ਸੀ ਕਿ ਬਾਹਰ ਨਾ ਜਾਵੇ। ਠੀਕ ਹੈ, ਹੁਣ ਜਦੋਂ ਤੁਹਾਡੀ ਫਾਈਲ ਕੈਨੇਡੀਅਨ ਐਮਬੈਸੀ ਦੇ ਵਿੱਚ ਲੱਗਦੀ ਆ, ਉਥੋਂ ਲੱਗਦੀ ਇਸ ਤਰੀਕੇ ਨਾਲ ਕਿ ਮੈਂ ਬੱਚਾ ਐਜ਼ ਸਟੂਡੈਂਟ ਮੈਂ ਖੁਦ ਆਪਣੀ ਫਾਈਲ ਲਗਾ ਰਿਹਾ, ਏਜੰਟ ਵੱਲੋਂ ਨਹੀਂ ਲੱਗਦੀ। ਏਜੰਟ ਦਾ ਸਿਰਫ ਕੰਮ ਹੁੰਦਾ ਤੁਹਾਨੂੰ ਗਾਈਡ ਕਰਨਾ, ਪਰ ਐਕਚੁਅਲ ਦੇ ਵਿੱਚ ਫਿਰ ਵੀਜ਼ਾ ਏਜੰਟ ਕਿਉਂ ਪਾ ਰਿਹਾ? ਬੱਚੇ ਨੇ ਜੇ ਖੁਦ ਫਾਈਲ ਲਗਾਈ ਹੈ ਤਾਂ ਪ੍ਰਮੋਸ਼ਨ ਏਜੰਟ ਕਿਉਂ ਲੈ ਰਿਹਾ? ਉਹ ਕੀ ਹੋਇਆ, ਦੈਟ ਇਜ਼ ਕਾਲਡ, ਜੇ ਐਮਬੈਸੀ ਪੁੱਛਦੀ ਹੈ ਕਿ ਫਾਈਲ ਤੁਸੀਂ ਆਪ ਲਗਾ ਰਹੇ ਹੋ, ਤੁਹਾਡਾ ਕੋਈ ਰਿਪਰੈਜ਼ੈਂਟੇਟਿਵ ਤਾਂ ਨਹੀਂ। ਜਿਵੇਂ ਆਪਾਂ ULO ਦੀਆਂ ਜਿਹੜੀਆਂ ਐਪਲੀਕੇਸ਼ਨਸ ਕਰਦੇ ਹਾਂ, ਆਪਾਂ ਉਹ 'ਚ ਲਿਖਦੇ ਹਾਂ ਕਿ ਸਾਡਾ ਰਿਪਰੈਜ਼ੈਂਟੇਟਿਵ ਹੈਗਾ ਜੀ, ਆਹ ਕੰਪਨੀ ਹੈ, ULO ਐਜੂਕੇਸ਼ਨ ਦਾ ਨਾਮ ਹੈ, ਇਹਨਾਂ ਦਾ ਆਹ ਲਾਇਸੈਂਸ ਨੰਬਰ ਆ, ਕੈਨੇਡੀਅਨ ਲਾਇਸੈਂਸ ਇਹਨਾਂ ਦਾ ਆਹ ਵਾ, ਤੇ ਇਹ ਕੰਪਨੀ ਸਾਡੀ ਫਾਈਲ ਲਾ ਰਹੀ ਹੈ। ਸੋ ਕੱਲ੍ਹ ਨੂੰ ਅਸੀਂ ਫੋਟੋ ਪਾ ਸਕਦੇ ਹਾਂ ਜੇ ਉਹਦਾ ਵੀਜ਼ਾ ਹੁੰਦਾ, ਕਿਉਂਕਿ ਅਸੀਂ ਉਹਨੂੰ ਰਿਪਰੈਜ਼ੈਂਟ ਕੀਤਾ। ਐਮਬੈਸੀ ਨੂੰ ਵੀ ਇਸ ਗੱਲ ਦਾ ਪਤਾ, ਪਰ ਜਦੋਂ ਆਪਾਂ ਨਹੀਂ ਪਾ ਰਹੇ, ਉਦੋਂ ਫਾਈਲ ਬੱਚਾ ਲਾ ਰਿਹਾ, ਚਾਹੇ ਉਹਦੀ ਫਾਈਲ ਜਿੰਨੀ ਮਰਜ਼ੀ ਸਟਰੋਂਗ ਹੋਵੇ ਨਾ ਹੋਵੇ। ਐਮਬੈਸੀ ਨੂੰ ਜਦੋਂ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਲਾ ਬੱਚਾ ਰਿਹਾ ਸੀ, ਫਾਈਲ ਬੱਚੇ ਨੂੰ ਲੱਗੀ ਹੈ, ਪਰ ਲਾਈ ਕਿਸੇ ਏਜੰਟ ਨੇ, ਦੈਟ ਇਜ਼ ਨੋਨ ਐਜ਼ ਮਿਸ ਰਿਪਰੈਜ਼ੈਂਟੇਸ਼ਨ ਆਫ ਯੂਰ ਐਪਲੀਕੇਸ਼ਨ। ਉਹਨੇ ਕੀ ਕੀਤਾ, ਉਹਨੇ ਫੋਟੋ ਪਾਤੀ, ਠੀਕ ਹੈ, ਨਾਲ PPR ਦੀ ਫੋਟੋ ਪਾਤੀ, UCI ਨੰਬਰ ਲਗਵਾਇਆ ਨਹੀਂ। ਠੀਕ ਹੈ, ਜਿਹੜਾ ਬੱਚਾ ਸੀਗਾ ਉਹਨੇ ਕਿਸੇ ਰਿਸ਼ਤੇਦਾਰ ਨੂੰ ਕਦੇ ਪਾਸਪੋਰਟ ਭੇਜਿਆ ਹੋਣਾ ਆਪਦਾ, ਯਾਰ ਮੇਰੀ ਫਾਈਲ ਦਾ ਪਤਾ ਕਰਕੇ ਉਹਦੇ ਕੋਲ, ਉਹ ਏਜੰਟ ਕੋਲ ਜਾ, ਉਹਦੇ ਕੋਲ ਜਾ। ਰਿਸ਼ਤੇਦਾਰ ਨੇ ਕੈਨੇਡੀਅਨ ਐਮਬੈਸੀ ਨੂੰ, ਕੈਨੇਡੀਅਨ ਹਾਈ ਕਮਿਸ਼ਨ ਨੂੰ ਈਮੇਲ ਪਾਤਾ ਬੱਚੇ ਦਾ ਪਾਸਪੋਰਟ ਨੰਬਰ ਪਾ ਕੇ, ਨਾਲ ਏਜੰਟ ਦੀ ਫੋਟੋ ਅਟੈਚ ਕਰਕੇ, ਜੀ ਇਹ ਬੱਚੇ ਨੇ ਫਾਈਲ ਆਪਦੀ ਆਪ ਲਾਈ ਹੈ, ਪਰ ਇਹਨੇ ਤੁਹਾਨੂੰ ਮਿਸ ਰਿਪਰੈਜ਼ੈਂਟ ਕੀਤਾ,
ਫਾਈਲ ਇਹਦੀ ਏਜੰਟ ਨੇ ਲਾਈ, ਆ ਦੇਖੋ ਉਹਦਾ ਪ੍ਰੂਫ, ਆ ਏਜੰਟ ਪ੍ਰਮੋਸ਼ਨ ਕਰ ਰਿਹਾ। ਕੈਨੇਡੀਅਨ ਐਮਬੈਸੀ ਨੇ 90% ਵਾਲੇ ਬੱਚੇ ਨੂੰ 7 ਈਚ ਬੈਂਡ ਵਾਲੇ ਬੱਚੇ ਨੂੰ 5 ਸਾਲ ਦਾ ਬੈਨ ਲਾਤਾ ਵੀਜ਼ਾ ਦੇ ਕੇ, ਉਹ ਕਦੇ ਚੜਿਆ ਹੀ ਨਹੀਂ, ਜਹਾਜ਼ ਹੀ ਨਹੀਂ ਚੜਿਆ। ਕੀ ਹੈ, ਮਿਸ ਰਿਪਰੈਜ਼ੈਂਟੇਸ਼ਨ ਹੋ ਗਿਆ। ਹੁਣ ਕੀ ਹੈ, ਕੰਪਿਊਟਰ ਡਿਵੈਲਪਮੈਂਟ ਦਾ ਨੁਕਸਾਨ ਐਜੂਕੇਸ਼ਨ ਪਰਪਸ ਲਈ। ਹੁਣ ਠੀਕ ਹੈ, ਇੱਕ ਆਊਟ ਆਫ ਟੌਪਿਕ ਗੱਲ ਜ਼ਰੂਰ ਆ, ਤੁਹਾਨੂੰ ਦੱਸਣਾ ਤਾਂ ਫਰਜ਼ ਬਣਦਾ ਕਿਉਂਕਿ ਬੱਚੇ ਇੱਥੇ ਵੀ ਦੇਖਦੇ ਆ। ਠੀਕ ਹੈ, ਇਨਫੋਰਮੇਸ਼ਨ ਅਵੇਅਰਨੈਸ ਜ਼ਰੂਰੀ ਆ। ਤੁਹਾਡੇ ਆਸ-ਪਾਸ ਤੁਸੀਂ ਆਪਦੇ ਵੀਜ਼ਾ ਅਪਲਾਈ ਕਰਨੇ ਆ ਤਾਂ ਯੂ ਨੀਡ ਟੂ ਅੰਡਰਸਟੈਂਡ, ਜਾਂ ਤਾਂ ਉਸ ਕੰਸਲਟੈਂਟ ਕੋਲ ਜਾਓ ਜਿਹੜਾ ਰਿਪਰੈਜ਼ੈਂਟ ਕਰੇ ਤੁਹਾਨੂੰ, ਜਾਂ ਜੇ ਤੁਸੀਂ ਨਹੀਂ ਵੀ ਜਾ ਰਹੇ ਉਸ ਕੰਸਲਟੈਂਟ ਨੂੰ ਕਹੋ ਕਿ ਸਾਡੀ ਯਾਰ ਫੋਟੋ ਉਦੋਂ ਪਾਈ ਜਦੋਂ ਅਸੀਂ ਜਹਾਜ਼ ਚੜ੍ਹਦੀ ਹੈ। ਇਟ ਇਜ਼ ਵੈਰੀ 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 ਇੰਪੋਰਟੈਂਟ। ਠੀਕ ਹੈ, ਹੋਰ ਨੁਕਸਾਨ ਗੱਲ ਚੋਂ ਗੱਲ ਨਿਕਲੇ ਕਿਉਂਕਿ ਕੰਪਿਊਟਰ ਡਿਵੈਲਪਮੈਂਟ ਕਰਕੇ ਹੋ ਰਿਹਾ। ਜੇ ਹੁਣ ਫੋਟੋ ਪਵੇ ਹੀ ਨਾ, ਤੇ ਫੋਟੋ ਖਿੱਚ ਕੇ ਰੱਖ ਲਈ, ਦੂਜੇ ਕੈਮਰੇ ਵਿੱਚ ਕਢਾ ਕੇ ਰੱਖ ਲਈ, ਉਹ ਤੇ ਟੇਬਲ 'ਚ ਪਈ ਹੈ, ਜਦੋਂ ਕੋਈ ਹੋਰ ਆਇਆ ਉਹਨੂੰ ਦਿਖਾ ਦੇ ਜੀ ਆ ਸਾਡਾ ਵੀਜ਼ਾ ਆ, ਉਹ ਪ੍ਰਮੋਸ਼ਨ ਹੋਰ ਚੀਜ਼ ਆ। ਆਨਲਾਈਨ ਪੈ ਜਾਣਾ, ਉਹ ਸਬੂਤ ਬਣ ਜਾਣਾ, ਉਹਨੂੰ ਸਬੂਤ ਨੂੰ ਨਾਲ ਐਮਬੈਸੀ ਕੋਲ ਅਟੈਚ ਹੋ ਰਿਹਾ, ਉਹ ਚੀਜ਼ ਬਣ ਜਾਂਦੀ। ਦੈਟ ਇਜ਼ ਨੈਗੇਟਿਵਸ। ਐਜੂਕੇਸ਼ਨ ਵਾਈਜ਼ ਹੋਰ ਕੀ ਪੋਜ਼ਿਟਿਵ ਤੇ ਕੀ ਨੈਗੇਟਿਵਸ ਆ? ਉਹ ਪ੍ਰੋਪਰ ਫੋਕਸ ਨਹੀਂ ਕਰ ਪਾਉਂਦੇ। ਠੀਕ ਹੈ, ਹਾਂ, ਇੰਟਰੈਕਸ਼ਨ ਹੋਈ। ਹੁਣ ਬੱਚੇ ਕੋਲ ਇੱਕ ਮੋਬਾਈਲ ਵੀ, ਇੱਕ ਮੂਹਰੇ ਲੈਪਟਾਪ ਵੀ ਆ, ਜ਼ੂਮ ਚਲਾ ਰਿਹਾ। ਠੀਕ ਹੈ, ਉਧਰ ਬੱਚਾ ਕਲਾਸ ਲਾ ਰਿਹਾ, ਇੱਧਰੋਂ ਜ਼ੂਮ ਚਲਾ ਰਿਹਾ, ਇੱਦਾਂ ਕਰ ਰਿਹਾ। ਫਿਰ ਕੀ ਹੈ, ਉਹ ਉੱਤੇ ਪ੍ਰੋਬਲਮ ਕੀ ਆ ਰਹੀ ਆ, ਉਧਰੋਂ ਉਹਦੀ ਮੰਮੀ ਨੇ ਦੇਖ ਲਿਆ, ਉਹਨੇ ਚੱਕ ਕੇ ਚੱਪਲ ਚਲਾ ਕੇ ਮਾਰੀ। ਠੀਕ ਹੈ, ਹੋਇਆ ਕੀ, ਉਹ ਡਿਸਟਰੈਕਟ ਹੋ ਗਿਆ, ਉਹਨੇ ਕੋਈ ਪੜ੍ਹਿਆ ਨਹੀਂ। ਕਿੱਥੇ ਉਹ ਵਰਦੀ ਪਾ ਕੇ ਆਇਆ, ਯੂਨੀਫਾਰਮ ਪਾ ਕੇ ਆਇਆ, ਇੱਥੇ ਆਏ ਬੀਬਾ ਬੱਚਾ ਬਣ ਕੇ ਬੈਠਾ ਕਿ ਹਾਂਜੀ ਉਹ ਪੜ੍ਹਾ ਰਿਹਾ, ਪੈ ਗਿਆ ਨਹੀਂ ਪੈ ਗਿਆ, ਐਟਲੀਸਟ ਉਹ ਸਿਕਿਉਰ ਤਾਂ ਹੈ। ਠੀਕ ਹੈ, ਤਾਂ ਉਹ ਫੋਕਸ ਨਹੀਂ, ਲੈਕ ਆਫ ਫੋਕਸ, ਮਤਲਬ ਫੋਕਸ ਉਹਦਾ ਵਿਗੜਦਾ, ਉਹਦਾ ਫੋਕਸ ਖਰਾਬ ਹੁੰਦਾ। ਇਹ ਵੀ ਇੱਕ ਨੈਗੇਟਿਵ ਆ। ਪੋਜ਼ਿਟਿਵਸ ਵੀ ਹੈਗੇ ਆ, ਵੇਅਰਐਜ਼ ਨੈਗੇਟਿਵਸ ਵੀ ਹੈਗੇ ਆ। ਦੋਨਾਂ ਚੀਜ਼ਾਂ ਦੇ ਪੋਜ਼ਿਟਿਵ ਨੈਗੇਟਿਵ ਪਤਾ ਲੱਗ ਗਿਆ ਤੁਹਾਨੂੰ? ਸਟਰਕਚਰ ਪਤਾ ਲੱਗ ਗਿਆ? ਯੈਸ ਸਰ ਨੂੰ? ਯੈਸ ਸਰ। ਠੀਕ ਹੈ, ਇਹ ਪਤਾ ਲੱਗ ਗਿਆ ਕਿ ਆਪਾਂ ਕੀ ਲਿਖ ਸਕਦੇ ਆ ਐਜ਼ ਪੋਜ਼ਿਟਿਵਸ, ਕੀ ਲਿਖ ਸਕਦੇ ਆ ਐਜ਼ ਨੈਗੇਟਿਵ? ਯੈਸ ਸਰ ਨੂੰ? ਯੈਸ ਸਰ। ਠੀਕ ਹੈ, ਚਲੋ ਸਟਾਰਟ ਕਰੋ ਫਿਰ ਆਪਣਾ ਟਾਸਕ, ਲਿਖੋ, ਦੈਨ ਵਿਲ ਸੀ ਕੀ ਪ੍ਰੋਬਲਮ ਆ। I'm an icon, man. And my girl about a 10. I should fuck her in the Benz.